ਸੋ ਅੱਜ ਆਪਾਂ ਪੜ੍ਹਾਂਗੇ ਜੀ ਪੋਲਿਟੀ ਦਾ ਆਪਾਂ ਪੜ੍ਹਾਂਗੇ ਲੈਕਚਰ ਜਿਹੜਾ ਉਹ ਪਹਿਲਾ, ਜਿਹਦੇ ਵਿੱਚ ਮੈਂ ਤੁਹਾਨੂੰ ਕਰਾਊਂਗਾ ਪ੍ਰੈਜ਼ੀਡੈਂਟ ਆਫ ਇੰਡੀਆ। ਸੋ ਇਹ ਜਿਹੜਾ ਪ੍ਰੈਜ਼ੀਡੈਂਟ ਆਫ ਇੰਡੀਆ ਟੌਪਿਕ ਹੈ ਇਹਦਾ ਤਕਰੀਬਨ ਪੰਜਾਬ ਦੇ ਹਰ ਐਗਜ਼ਾਮ ਦੇ ਲਈ ਬਹੁਤ ਇੰਪੋਰਟੈਂਟ ਹੈ। ਇਹ ਵੈਸੇ ਤਾਂ ਮੈਨੂੰ ਦੱਸਣ ਦੀ ਲੋੜ ਨਹੀਂ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਵਿੱਚੋਂ ਤਕਰੀਬਨ 1 ਜਾਂ 2 ਕੁਐਸਚਨ ਹਰ ਐਗਜ਼ਾਮ 'ਚ ਤਾਂ ਲਾਜ਼ਮੀ ਆਉਂਦੇ ਆ। ਤਾਂ ਆਪਾਂ ਉਹ 1 ਜਾਂ 2 ਨੰਬਰ ਜਿਹੜੇ ਉਹ ਅੱਜ ਆਪਾਂ ਪੂਰੇ 100% ਪੱਕੇ ਕਰ ਲੈਣੇ ਆ। ਹਰੇਕ ਚੀਜ਼ ਆਪਾਂ ਡਿਸਕਸ ਕਰਾਂਗੇ ਵਿਦ ਡਿਟੇਲ ਦੇ ਵਿੱਚ। ਸੋ ਸ਼ੁਰੂ ਕਰਦੇ ਜੀ ਆਪਾਂ ਅੱਜ ਦਾ ਟੌਪਿਕ ਪ੍ਰੈਜ਼ੀਡੈਂਟ ਆਫ ਇੰਡੀਆ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਜੀ ਜਿੰਨੇ ਵੀ ਆਪਣੇ ਰਾਸ਼ਟਰਪਤੀ ਹੋਇਆ ਹੁਣ ਤੱਕ ਦੇ, ਉਹਨਾਂ ਦੇ ਰਿਲੇਟਡ ਜਿੰਨੇ ਵੀ ਆਪਣੇ ਐਗਜ਼ਾਮ ਦੇ ਵਿੱਚ MCQ ਪੁੱਛੇ ਜਾਂਦੇ ਆ ਉਹਨਾਂ ਨੂੰ ਆਪਾਂ ਇੱਥੇ ਡਿਸਕਸ ਕਰਾਂਗੇ ਪਹਿਲੀ ਸਲਾਈਡ ਦੇ ਵਿੱਚ। ਸੋ ਇਸ ਦੇ ਵਿੱਚ ਆਪਣੇ ਜਿਹੜੇ ਸਭ ਤੋਂ ਪਹਿਲੇ ਰਾਸ਼ਟਰਪਤੀ ਹੁੰਦੇ ਉਹ ਕਿਹੜੇ ਆ ਜੀ? ਡਾਕਟਰ ਰਜਿੰਦਰ ਪ੍ਰਸਾਦ। ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ। ਆਜ਼ਾਦੀ ਤੋਂ ਬਾਅਦ ਆਪਣੇ ਜਿਹੜੇ ਪਰਮਾਨੈਂਟ ਪਹਿਲੇ ਰਾਸ਼ਟਰਪਤੀ ਜਿਹੜੇ ਬਣੇ ਆ ਉਹ ਕਿਹੜੇ ਸੀਗੇ? ਡਾਕਟਰ ਰਜਿੰਦਰ ਪ੍ਰਸਾਦ। ਸੋ ਇਸ ਤੋਂ ਇਲਾਵਾ ਇਹਨਾਂ ਵਿੱਚ ਇਹ ਗੱਲ ਯਾਦ ਰੱਖਣੀ ਹੈ, ਇਹ ਪਹਿਲੇ ਤਾਂ ਸੀਗੇ, ਇਹ ਪਹਿਲੇ ਰਾਸ਼ਟਰਪਤੀ ਹੋਣ ਦੇ ਨਾਲ ਇਹ ਜਿਹੜੇ ਸੀਗੇ ਰਾਸ਼ਟਰਪਤੀ, ਇਹਨਾਂ ਦਾ ਜਿਹੜਾ ਟਨਿਓਰ ਹੈ ਯਾਨੀ ਕਿ ਜਿਹੜਾ ਇਹਨਾਂ ਦਾ ਕਾਰਜਕਾਲ ਹੈ ਉਹ ਕੀ ਹੈ? ਸਭ ਤੋਂ ਲੌਂਗੈਸਟ ਹੈ। ਠੀਕ ਹੈ, ਲੌਂਗੈਸਟ ਕੀ ਇਹਨਾਂ ਦਾ ਕਾਰਜਕਾਲ, ਟਨਿਓਰ ਇਹਨੂੰ ਆਪਾਂ ਕਹਿੰਦੇ ਇੰਗਲਿਸ਼ 'ਚ। ਅਤੇ ਕਿੰਨੇ ਸਾਲਾਂ ਦਾ ਟਨਿਓਰ ਹੈ? ਲਗਾਤਾਰ 12 ਸਾਲ, ਯਾਨੀ ਕਿ ਲਗਾਤਾਰ 12 ਸਾਲ ਇਹ ਆਪਦੇ ਕਾਰਜਕਾਲ 'ਚ ਰਹੇ ਆ, ਯਾਨੀ ਕਿ ਰਾਸ਼ਟਰਪਤੀ ਬਣੇ ਰਹੇ ਆ। ਠੀਕ ਹੈ, ਇੱਕ ਗੱਲ ਹੋਰ ਇਸ 'ਚ ਖਾਸ ਗੱਲ ਧਿਆਨ ਰੱਖਣੀ ਹੈ, ਇਹ ਇੱਕੋ ਹੀ ਇਸ ਤਰ੍ਹਾਂ ਦੇ ਰਾਸ਼ਟਰਪਤੀ ਹੋਏ ਆ ਜਿਹੜੇ ਲਗਾਤਾਰ 2 ਵਾਰੀ, ਦੇਖੋ 5 ਸਾਲ ਹੁੰਦੀ ਹੈ ਟਰਮ ਰਾਸ਼ਟਰਪਤੀ ਦੀ, ਤਾਂ ਲਗਾਤਾਰ 2 ਵਾਰੀ ਸੀਕੁਐਂਸ ਅਕੋਰਡਿੰਗ ਰਾਸ਼ਟਰਪਤੀ ਬਣੇ ਰਹੇ ਆਪਣੇ ਡਾਕਟਰ ਰਜਿੰਦਰ ਪ੍ਰਸਾਦ ਜੀ। ਉਸ ਤੋਂ ਬਾਅਦ ਕੋਈ ਵੀ ਇਸ ਤਰ੍ਹਾਂ ਦਾ ਰਾਸ਼ਟਰਪਤੀ ਨਹੀਂ ਹੋਇਆ ਜਿਹੜਾ ਲਗਾਤਾਰ 2 ਵਾਰੀ ਰਾਸ਼ਟਰਪਤੀ ਬਣਿਆ ਹੋ। ਠੀਕ ਹੈ ਜੀ। ਫਿਰ ਇਸ 'ਚ ਤੀਸਰੀ ਗੱਲ ਇਹ ਵੀ ਯਾਦ ਰੱਖਣੀ ਹੈ ਵੀ ਇਹਨਾਂ ਨੂੰ ਇੰਡੀਅਨ ਗੌਰਮੈਂਟ ਵੱਲੋਂ ਭਾਰਤ ਰਤਨ ਅਵਾਰਡ ਵੀ ਦਿੱਤਾ ਗਿਆ ਸੀ। ਠੀਕ ਹੈ, ਭਾਰਤ ਰਤਨ ਅਵਾਰਡ ਵੀ ਇਹਨਾਂ ਨੂੰ ਦਿੱਤਾ ਗਿਆ ਸੀ। ਸੋ ਨੈਕਸਟ ਫਿਰ ਅੱਗੇ ਆਪਣੇ ਆ ਗਏ ਜੀ S ਰਾਧਾ ਕ੍ਰਿਸ਼ਨਨ। ਇਹ ਵੀ ਬਹੁਤ ਇੰਪੋਰਟੈਂਟ ਹੈ ਜੀ। S ਰਾਧਾ ਕ੍ਰਿਸ਼ਨਨ 'ਚ ਕੀ ਗੱਲਾਂ ਆਪਾਂ ਯਾਦ ਰੱਖਣੀਆਂ? ਸਭ ਤੋਂ ਪਹਿਲੀ ਗੱਲ ਤੁਸੀਂ ਇਹ 'ਚ ਯਾਦ ਰੱਖਣੀ ਇਹ ਕਿ ਭਾਰਤ ਰਤਨ ਤਾਂ ਇਹਨਾਂ ਨੂੰ ਵੀ ਮਿਲਿਆ ਹੋਇਆ ਸੀ ਅਵਾਰਡ। ਉਸ ਤੋਂ ਇਲਾਵਾ ਇਹ ਆਪਣੇ ਇੰਡੀਆ ਦੇ ਪਹਿਲੇ ਵਾਈਸ ਪ੍ਰੈਜ਼ੀਡੈਂਟ ਸੀਗੇ। ਠੀਕ ਹੈ, ਇਹ ਕੌਣ ਸੀ? ਆਪਣੇ ਪਹਿਲੇ ਵਾਈਸ ਪ੍ਰੈਜ਼ੀਡੈਂਟ। ਤਾਂ ਆਪਾਂ ਨੂੰ ਘੁਮਾ ਕੇ ਕੁਐਸਚਨ ਕੀ ਪੁੱਛਿਆ ਜਾਊਗਾ ਵੀ ਇੰਡੀਆ ਦੇ ਵਿੱਚ ਦੱਸੋ ਕਿਹੜਾ ਰਾਸ਼ਟਰਪਤੀ ਹੈ ਜਿਹੜਾ ਵਾਈਸ ਪ੍ਰੈਜ਼ੀਡੈਂਟ ਵੀ ਰਹਿ ਚੁੱਕਿਆ। ਠੀਕ ਹੈ ਜੀ। ਤਾਂ ਆਪਾਂ ਆਨਸਰ ਕੀ ਲਾਵਾਂਗੇ ਇੱਥੇ ਫਿਰ? S ਰਾਧਾ ਕ੍ਰਿਸ਼ਨਨ। ਠੀਕ ਹੈ ਜੀ, S ਰਾਧਾ ਕ੍ਰਿਸ਼ਨਨ। ਫਿਰ ਅੱਗੇ ਨੈਕਸਟ ਅੱਗੇ ਆ ਗਿਆ ਜੀ ਜ਼ਾਕਿਰ ਹੁਸੈਨ। ਜ਼ਾਕਿਰ ਹੁਸੈਨ ਜੀ ਬਹੁਤ ਇੰਪੋਰਟੈਂਟ ਹੈ ਜੀ। ਕਿਉਂਕਿ ਇੱਕ ਤਾਂ ਇਹ ਪਹਿਲੇ ਆਪਣੇ ਮੁਸਲਿਮ ਪ੍ਰੈਜ਼ੀਡੈਂਟ ਸੀਗੇ, ਫਸਟ। ਠੀਕ ਹੈ ਜੀ, ਫਸਟ ਕੀ ਹੈ? ਮੁਸਲਿਮ ਪ੍ਰੈਜ਼ੀਡੈਂਟ। ਇਸ ਤੋਂ ਇਲਾਵਾ ਇਹਨਾਂ ਦਾ ਸ਼ੋਰਟੈਸਟ ਟਨਿਓਰ ਹੈ, ਸ਼ੋਰਟੈਸਟ ਟਨਿਓਰ। ਦੇਖੋ ਇੱਥੇ ਤੁਸੀਂ ਗੱਲ ਇੱਕ ਯਾਦ ਰੱਖਣੀ ਹੈ। ਠੀਕ ਹੈ, ਇੱਕ ਨੂੰ ਮੈਂ ਇੱਥੇ ਲਿਖ ਹੀ ਦੇਣਾ, ਸ਼ੋਰਟੈਸਟ ਕੀ ਇਹਨਾਂ ਦਾ ਟਨਿਓਰ ਹੈ। ਤਾਂ ਇੱਥੇ ਤੁਸੀਂ ਗੱਲ ਯਾਦ ਕੇ ਰੱਖਣੀ ਹੈ, ਇਹ ਜਿਹੜਾ ਬਣੇ ਆ ਰਾਸ਼ਟਰਪਤੀ ਤਾਂ ਕਦੋਂ ਬਣੇ? 1967 'ਚ ਬਣਿਆ। ਠੀਕ ਹੈ ਜੀ, 1967 'ਚ ਬਣਨ ਤੋਂ ਬਾਅਦ ਇਹ 69 'ਚ ਕੀ ਹੋ ਜਾਂਦੀ ਹੈ? 2 ਸਾਲਾਂ ਬਾਅਦ ਇਹਨਾਂ ਦੀ ਡੈਥ ਹੋ ਜਾਂਦੀ ਹੈ। ਤਾਂ ਡੈਥ ਜਿਹੜੀ ਹੋਈ ਸੀ ਅਚਾਨਕ ਹੋਈ ਸੀ, ਹਾਰਟ ਅਟੈਕ ਆਉਣ ਦੇ ਕਾਰਨ ਹੋਈ ਸੀ। ਤਾਂ ਜਿਹੜਾ ਇਹ ਇਹਨਾਂ ਦਾ ਟਨਿਓਰ ਹੈ ਉਹ ਸ਼ੋਰਟੈਸਟ ਇਸੇ ਕਰਕੇ ਕਿਉਂਕਿ ਡੈਥ ਹੋ ਗਈ ਸੀ 2 ਸਾਲਾਂ 'ਚ ਹੀ। ਤਾਂ ਡੈਥ ਹੋਣ ਤੋਂ ਬਾਅਦ ਫਿਰ BB ਗਿਰੀ ਜੀ ਨੂੰ ਐਜ਼ ਏ ਐਕਟਿੰਗ ਜਿਹੜਾ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ। ਠੀਕ ਹੈ, ਬਟ ਆਪਾਂ ਇੱਥੇ ਇੱਕ ਵਾਰੀ ਨਹੀਂ ਗੱਲ ਯਾਦ ਰੱਖਣੀ, ਸ਼ੋਰਟੈਸਟ ਟਨਿਓਰ ਕਿਹਨਾਂ ਦਾ? ਇੱਕ ਇੱਥੇ ਡਾਕਟਰ ਜ਼ਾਕਿਰ ਹੁਸੈਨ ਜੀ ਦਾ ਸਿਰਫ 2 ਸਾਲ ਸੀਗਾ। ਇਸ ਤੋਂ ਇਲਾਵਾ ਇਹ ਪਹਿਲੇ ਇਸ ਤਰ੍ਹਾਂ ਦੇ ਰਾਸ਼ਟਰਪਤੀ ਹੋਏ ਆ ਜਿਹੜੇ ਆਪਦੇ ਆਫਿਸ 'ਚ, ਯਾਨੀ ਕਿ ਇਹਨੇ ਆਫਿਸ ਦੇ ਦੌਰਾਨ ਹੀ ਮਰਿਆ। ਯਾਨੀ ਕਿ ਆਫਿਸ ਦੇ ਦੌਰਾਨ ਦਾ ਮਤਲਬ ਇਹ ਹੈ ਵੀ ਆਪਦੇ ਕਾਰਜਕਾਲ ਦੇ ਦੌਰਾਨ ਇਹਨਾਂ ਦੀ ਕੀ ਹੋਈ ਹੈ? ਡੈਥ ਹੋਈ ਹੈ। ਠੀਕ ਹੈ ਜੀ। ਤਾਂ 3 ਜਿਹੜੀਆਂ ਗੱਲਾਂ ਇਹ ਧਿਆਨ ਰੱਖਣੀਆਂ ਆਪਣੇ ਜ਼ਾਕਿਰ ਹੁਸੈਨ ਜੀ ਬਾਰੇ। ਠੀਕ ਹੈ, ਤਾਂ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸਿਆ ਸੀਗਾ। ਹੁਣ ਆਪਾਂ ਗੱਲ ਕਰਦੇ BB ਗਿਰੀ ਜੀ ਬਾਰੇ। ਦੇਖੋ ਜਦੋਂ ਇਹਨਾਂ ਦੀ ਡੈਥ ਹੋਈ ਤਾਂ ਨਾਲ ਦੀ ਨਾਲ BB ਗਿਰੀ ਜੀ ਨੂੰ ਕੀ ਬਣਾਇਆ ਗਿਆ? ਐਕਟਿੰਗ ਪ੍ਰੈਜ਼ੀਡੈਂਟ ਬਣਾਇਆ ਗਿਆ। ਠੀਕ ਹੈ, ਐਕਟਿੰਗ ਪ੍ਰੈਜ਼ੀਡੈਂਟ ਦਾ ਮਤਲਬ ਕੀ ਹੁੰਦਾ? ਜਿਹੜਾ ਰਾਸ਼ਟਰਪਤੀ ਨਹੀਂ ਬਣਿਆ ਪਰ ਰਾਸ਼ਟਰਪਤੀ ਐਜ਼ ਏ ਰਾਸ਼ਟਰਪਤੀ ਉਹਨਾਂ ਨੂੰ ਯਾਨੀ ਕਿ ਬਣਾਇਆ ਗਿਆ। ਠੀਕ ਹੈ, ਪਰਮਾਨੈਂਟ ਰਾਸ਼ਟਰਪਤੀ ਨਹੀਂ ਬਣਾਇਆ ਗਿਆ, ਟੈਂਪਰੇਰੀ ਜਿਹੜਾ ਐਜ਼ ਏ ਐਕਟਿੰਗ ਰਾਸ਼ਟਰਪਤੀ ਜਿਹੜਾ ਉਹ ਬਣਾਇਆ ਗਿਆ। ਤਾਂ ਇਹ ਜਿਹੜੇ BB ਗਿਰੀ ਜੀ ਸੀਗੇ ਇਹਨਾਂ ਨੂੰ ਯਾਨੀ ਕਿ 2 ਮਹੀਨੇ ਵਾਸਤੇ ਬਣਾਇਆ ਗਿਆ ਸੀਗਾ। ਤਾਂ ਇੱਥੇ ਤੁਸੀਂ ਗੱਲ ਇਹ ਵੀ ਯਾਦ ਰੱਖਣੀ ਹੈ ਇਹਨਾਂ ਵਿੱਚ ਵੀ ਜ਼ਾਕਿਰ ਹੁਸੈਨ ਜੀ ਤੋਂ ਬਾਅਦ ਆਪਣੇ ਜਿਹੜੇ ਪਹਿਲੇ ਰਾਸ਼ਟਰਪਤੀ ਬਣੇ ਐਕਟਿੰਗ ਪ੍ਰੈਜ਼ੀਡੈਂਟ, ਠੀਕ ਹੈ, ਟੈਂਪਰੇਰੀ ਆਪਾਂ ਕਹਿ ਲਈਏ, ਤਾਂ ਉਹ ਕਿਹੜੇ? BB ਗਿਰੀ ਜੀ ਹੈ। ਠੀਕ ਹੈ, BB ਗਿਰੀ ਜੀ ਤੋਂ ਬਾਅਦ ਇੱਥੇ 69 ਦੇ ਵਿੱਚ ਹੀ ਇੱਕ ਬੰਦੇ ਨੂੰ ਹੋਰ ਐਕਟਿੰਗ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ ਵਿੱਚ, ਉਹ ਵੀ 1.5-2 ਮਹੀਨੇ ਵਾਸਤੇ ਬਣਾਇਆ ਗਿਆ ਸੀ ਇਹਨਾਂ ਨੂੰ। ਉਹਨਾਂ ਦਾ ਨਾਮ ਕੀ ਸੀ? ਯਾਦ ਰੱਖਣਾ ਜੀ, ਬਹੁਤ ਇੰਪੋਰਟੈਂਟ ਹੈ। M ਹਿਦਯਤ।
ठीक है, मैं इत्थे लिख देना स्पैलिंग एम हिद्यत उल्ला, ठीक है, एम हिद्यत उल्ला नूं सैकेंड एक्टिंग प्रैजिडेंट बनाया गया, ठीक है, सैकेंड एक्टिंग की बनाया गया, प्रैजिडेंट बनाया गया। तो खास गल किहड़ी इहदे च याद रखण वाली अपनी ओह कि ਇਹ ਜਿਹੜੇ ਐਮ ਹਿਦਤੁੱਲਾ ਜੀ ਸੀਗੇ ਇਹ ਆਪਣੇ ਚੀਫ ਜਸਟਿਸ ਆਫ ਇੰਡੀਆ ਸੀ। ਜਾਣੀ ਕਿ ਕੁਐਸਚਨ ਹੁਣ ਆਪਾਂ ਨੂੰ ਇੱਥੇ ਕੀ ਪੁੱਛ ਸਕਦੇ ਆ ਵੀ ਉਹ ਕਿਹੜੇ ਚੀਫ ਜਸਟਿਸ ਆਫ ਇੰਡੀਆ ਸੀ ਜਿਹੜੇ ਰਾਸ਼ਟਰਪਤੀ ਵੀ ਰਹਿ ਚੁੱਕੇ ਆ ਜਾਂ ਰਾਸ਼ਟਰਪਤੀ ਬਣੇ ਸੀ। ਤਾਂ ਆਪਾਂ ਕਹਾਂਗੇ ਐਮ ਹਿਦਤੁੱਲਾ। ਤਾਂ ਸਮਝ ਲੱਗ ਗਈ ਨਾ ਗੱਲ। ਤਾਂ ਜ਼ਾਕਿਰ ਹੁਸੈਨ ਜੀ ਤੋਂ ਬਾਅਦ ਜਿਹੜੇ ਆ ਉਹ ਦੋ ਜਿਹੜੇ ਆ ਐਕਟਿੰਗ ਪ੍ਰੈਜ਼ੀਡੈਂਟ ਬਣੇ ਸੀਗੇ। ਇੱਕ ਤਾਂ ਕਿਹੜੇ ਬਣੇ ਸੀਗੇ ਵੀ ਗਿਰੀ ਜੀ 2 ਮਹੀਨੇ ਵਾਸਤੇ, ਤੇ 1.5 ਮਹੀਨੇ ਵਾਸਤੇ ਜਿਹੜੇ ਬਣੇ ਸੀਗੇ ਉਹ ਬਣੇ ਸੀ ਐਮ ਹਿਦਤੁੱਲਾ। ਇਹ ਕੌਣ ਸੀ ਆਪਣੇ ਸੈਕਿੰਡ ਐਕਟਿੰਗ ਪ੍ਰੈਜ਼ੀਡੈਂਟ ਸੀਗੇ ਤੇ ਚੀਫ ਜਸਟਿਸ ਆਫ ਇੰਡੀਆ ਸੀ, ਠੀਕ ਹੈ ਜੀ। ਤਾਂ ਜਦੋਂ ਇਹਨਾਂ ਦਾ ਵੀ ਸਮਾਂ ਜਿਹੜਾ ਪੂਰਾ ਹੋਇਆ 1.5 ਮਹੀਨੇ ਬਾਅਦ, ਤਾਂ ਇਹਨਾਂ ਨੇ ਕੀ ਕੀਤਾ ਫਿਰ ਵੀ ਗਿਰੀ ਜੀ ਇਲੈਕਸ਼ਨ ਜਿੱਤੇ ਆ। ਵੀ ਗਿਰੀ ਜੀ ਇਲੈਕਸ਼ਨ ਜਿੱਤਣ ਤੋਂ ਬਾਅਦ ਆਪਣੇ ਪਰਮਾਨੈਂਟ ਜਿਹੜੇ ਚੌਥੇ ਰਾਸ਼ਟਰਪਤੀ ਬਣਿਆ ਉਹ ਫਿਰ ਦੁਬਾਰਾ ਬਣੇ ਵੀ ਗਿਰੀ ਜੀ, ਠੀਕ ਹੈ, ਵੀ ਗਿਰੀ। ਸਮਝ ਲੱਗ ਗਈ ਨਾ ਗੱਲ। ਫਿਰ ਨੈਕਸਟ ਅੱਗੇ ਆ ਗਏ ਜੀ ਐਫ ਅਲੀ ਅਹਿਮਦ। ਐਫ ਅਲੀ ਅਹਿਮਦ ਇਹ ਵੀ ਜਿਹੜੇ ਆ ਇਹਨਾਂ ਜਿਹੜੇ ਰਾਸ਼ਟਰਪਤੀ ਹੈ ਇਹਨਾਂ ਦੀ ਜਿਹੜੀ ਡੈਥ ਹੈ ਉਹ ਵੀ ਆਫਿਸ ਦੇ ਦੌਰਾਨ ਹੋਈ ਸੀ, ਜਾਣੀ ਕਿ ਕਾਰਜਕਾਲ ਦੇ ਵੇਲੇ ਹੀ ਇਹਨਾਂ ਦੀ ਡੈਥ ਹੋ ਗਈ। ਤੁਸੀਂ ਦੇਖ ਸਕਦੇ ਹੋ 74 'ਚ ਬਣੇ ਸੀਗੇ ਤੇ 77 'ਚ ਇਹਨਾਂ ਦੀ ਡੈਥ ਹੋ ਗਈ ਸੀ, ਠੀਕ ਹੈ। ਜਾਣੀ ਕਿ ਇਹ 3 ਸਾਲ ਜਿਹੜੇ ਆ ਰਾਸ਼ਟਰਪਤੀ ਬਣੇ ਰਹੇ ਆ, ਠੀਕ ਹੈ। ਨੈਕਸਟ ਫਿਰ ਅੱਗੇ ਆ ਗਏ ਨੀਲਮ ਸੰਜੀਵਾ ਰੈਡੀ। ਮੋਸਟ ਇੰਪੋਰਟੈਂਟ ਹੈ ਜੀ, ਠੀਕ ਹੈ, ਮੋਸਟ ਇੰਪੋਰਟੈਂਟ ਹੈ ਨੀਲਮ ਸੰਜੀਵਾ ਰੈਡੀ। ਕਿਉਂ ਇੰਪੋਰਟੈਂਟ ਹੈ? ਕਿਉਂਕਿ ਇਹ ਜਿਹੜੇ ਰਾਸ਼ਟਰਪਤੀ ਹੋਇਆ, ਇੱਕ ਤਾਂ ਖਾਸ ਗੱਲ ਯਾਦ ਰੱਖਣੀ ਕਿਹੜੀ, ਇੱਕ ਤਾਂ ਇਹ ਯੰਗੈਸਟ ਸੀਗੇ, ਠੀਕ ਹੈ, ਯੰਗੈਸਟ ਰਾਸ਼ਟਰਪਤੀ ਸੀ। ਤਾਂ ਆਪਣੇ ਇੰਡੀਆ 'ਚ ਯੰਗੈਸਟ ਰਾਸ਼ਟਰਪਤੀ ਕਿੰਨੇ ਚਿਰ ਦਾ ਜੀ 64 ਸਾਲਾਂ ਵਾਲਾ, ਬਹੁਤ ਵਧੀਆ ਗੱਲ ਹੈ ਨਾ। ਤਾਂ ਯੰਗੈਸਟ ਕੀ ਸੀ ਆਪਣੇ ਇਹ ਪ੍ਰੈਜ਼ੀਡੈਂਟ ਸੀਗੇ, ਠੀਕ ਹੈ। ਇਹ ਮੈਂ ਇੰਪੋਰਟੈਂਟ ਕਿਉਂ ਕਿਹਾ, ਕਿਉਂਕਿ ਇਹ ਬਹੁਤ ਲੱਕੀਐਸਟ ਪਰਸਨ ਸੀ। ਲੱਕੀਐਸਟ ਪਰਸਨ ਮੈਂ ਇੱਥੇ ਕਿਉਂ ਕਿਹਾ, ਕਿਉਂਕਿ ਇਹ ਇੱਕੋ ਇੱਕ ਇਸ ਤਰ੍ਹਾਂ ਦੇ ਰਾਸ਼ਟਰਪਤੀ ਹੋਇਆ ਜਿਹੜੇ ਕਿ ਇਲੈਕਸ਼ਨ ਲੜਿਆ ਅਨਅਪੋਜ਼ਡ, ਠੀਕ ਹੈ। ਅਨਅਪੋਜ਼ਡ ਦਾ ਮਤਲਬ ਹੁੰਦਾ ਜਿਨ੍ਹਾਂ ਦੇ ਵਿੱਚ ਕੋਈ ਵਿਰੋਧੀ ਨਹੀਂ ਸੀਗਾ, ਜਾਣੀ ਇਕੱਲੇ ਚੁਣਾਵ ਲੜੇ ਸੀਗੇ, ਇਹਨਾਂ ਦੇ ਨਾਲ ਕਿਸੇ ਹੋਰ ਬੰਦੇ ਨੇ ਨੋਮੀਨੇਸ਼ਨ ਨਹੀਂ ਭਰੀ ਸੀ, ਠੀਕ ਹੈ। ਤਾਂ ਇਹ ਚੁਣਾਵ ਜਿੱਤੇ ਸੀ, ਤਾਂ ਇਹਨਾਂ ਨੂੰ ਲੱਕੀਐਸਟ ਪਰਸਨ ਕਿਹਾ ਜਾਂਦਾ। ਤੇ ਜਿਹੜੀ ਇਹਨਾਂ ਨੇ ਸ਼ਪਥ ਲਈ ਸੀ, ਆਦੀ ਸਹੁੰ ਚੁੱਕੀ ਸੀ, ਸਹੁੰ ਇਹ ਚੁੱਕੀ ਸੀ 25 ਜੁਲਾਈ ਨੂੰ ਚੁੱਕੀ ਸੀ, ਠੀਕ ਹੈ, 25 ਜੁਲਾਈ ਨੂੰ। ਤਾਂ ਉਸ ਤੋਂ ਬਾਅਦ ਜਿੰਨੇ ਵੀ ਆਪਾਂ ਇੱਥੇ ਰਾਸ਼ਟਰਪਤੀ ਪੜ੍ਹਾਂਗੇ ਹੁਣ ਤੱਕ, ਰਾਮਨਾਥ ਕੋਵਿੰਦ ਜੀ ਤੱਕ, ਇਹਨਾਂ ਸਾਰਿਆਂ ਨੇ ਇਸ ਬੰਦੇ ਨੂੰ ਯਾਦ ਰੱਖਣ ਵਾਸਤੇ, ਰਿਸਪੈਕਟ ਦੇਣ ਵਾਸਤੇ ਲੱਕੀਐਸਟ ਪਰਸਨ ਹੋਣ ਕਰਕੇ ਉਸ ਤੋਂ ਬਾਅਦ ਜਿੰਨੇ ਵੀ ਰਾਸ਼ਟਰਪਤੀ ਹੋਇਆ ਉਹਨਾਂ ਸਾਰਿਆਂ ਨੇ ਜਿਹੜੀ ਸਹੁੰ ਚੁੱਕੀ ਉਹ ਕਦੋਂ ਚੁੱਕੀ ਹੈ 25/7 ਨੂੰ ਹੀ ਚੁੱਕੀ ਹੈ। ਪਰ ਆਪਣੇ ਸੰਵਿਧਾਨ 'ਚ ਇਹ ਚੀਜ਼ ਕਿਤੇ ਮੈਂਸ਼ਨ ਨਹੀਂ ਹੈਗੀ ਵੀ ਇੱਕੋ ਡੇਟ ਜਿਹੜੀ ਆਪਾਂ ਇੱਥੇ ਲਿਖੀ ਹੈ 25/7 ਵੀ ਇਸ ਤਰੀਕ ਨੂੰ ਹੀ ਸਹੁੰ ਚੁੱਕਣੀ ਹੈ, ਠੀਕ ਹੈ ਨਾ। ਇਹ ਸਿਰਫ ਇਸ ਪਰਸਨ ਨੂੰ ਕੀ ਹੈ ਯਾਦ ਕਰਨ ਵਾਸਤੇ ਕਹਿ ਲਓ ਜਾਂ ਲੱਕੀਐਸਟ ਪਰਸਨ ਮੰਨਣ ਵਾਸਤੇ ਇਹ ਤਾਂ ਜਿਹੜੇ ਆ 25/7 ਨੂੰ ਕੀ ਹੈ ਸਹੁੰ ਚੁੱਕੀ ਜਾਂਦੀ ਹੈ ਰਾਸ਼ਟਰਪਤੀਆਂ ਦੀ, ਠੀਕ ਹੈ। ਪਰ ਹੁਣ ਜਿਵੇਂ ਦੇਖੋ ਕਰੰਟ ਆਪਣਾ ਹੁਣ ਚੱਲ ਰਿਹਾ ਜਿਹੜੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਜੀ, ਮੰਨ ਲਓ ਇਸ ਤੋਂ ਬਾਅਦ ਜਿਹੜੇ ਰਾਸ਼ਟਰਪਤੀ ਆਉਣਗੇ ਬਾਈ ਚਾਂਸ 19-21 ਕੋਈ ਮਿਸਹੈਪਨਿੰਗ ਹੁੰਦੀ ਹੈ ਤਾਂ ਡੇਟ ਅੱਗੇ ਪਿੱਛੇ ਵੀ ਹੋ ਸਕਦੀ ਹੈ, ਠੀਕ ਹੈ। ਤਾਂ ਆਹ ਜਿਹੜੀਆਂ ਗੱਲਾਂ ਤੁਸੀਂ ਯਾਦ ਰੱਖਣੀਆਂ। ਨੀਲਮ ਸੰਜੀਵਾ ਰੈਡੀ ਬਹੁਤ ਇੰਪੋਰਟੈਂਟ ਹੈ ਜੀ। ਫਿਰ ਅੱਗੇ ਆ ਗਏ ਜੀ ਆਪਣੇ ਪਹਿਲੇ ਸਿੱਖ ਪ੍ਰੈਜ਼ੀਡੈਂਟ ਕਿਹੜੇ ਆ ਜੀ, ਗਿਆਨੀ ਜੈਲ ਸਿੰਘ, ਠੀਕ ਹੈ, ਯਾਦ ਰੱਖਣਾ ਗਿਆਨੀ ਜੈਲ ਸਿੰਘ। ਫਿਰ ਅੱਗੇ ਆ ਗਏ ਜੀ ਆਪਣੇ ਰਾਮਾ ਸਵਾਮੀ ਜੀ, ਠੀਕ ਹੈ, ਰਾਮਾ ਸਵਾਮੀ ਜੀ ਵਿੱਚ ਤੁਸੀਂ ਇੱਕੋ ਹੀ ਗੱਲ ਯਾਦ ਰੱਖ ਲਿਓ ਬਸ ਕਿਹੜੀ, ਇਹ ਆਪਣੇ ਓਲਡੈਸਟ ਸੀਗੇ, ਠੀਕ ਹੈ। ਆਪਣੇ ਕੀ ਹੈ ਓਲਡੈਸਟ ਰਾਸ਼ਟਰਪਤੀ ਸੀ। ਤੇ ਓਲਡੈਸਟ ਰਾਸ਼ਟਰਪਤੀ ਕਿੰਨੇ ਸਾਲਾਂ ਵਾਲਾ ਆਪਣੇ ਇੰਡੀਆ 'ਚ 76 ਸਾਲਾਂ ਵਾਲਾ 76, ਠੀਕ ਹੈ। ਫਿਰ ਅੱਗੇ ਆ ਗਏ ਜੀ SD ਸ਼ਰਮਾ, ਇਹ ਵੀ ਬਣੇ ਰਹੇ ਆ। ਫਿਰ ਅੱਗੇ KR ਨਾਰਾਇਣ, ਠੀਕ ਹੈ ਜੀ, KR ਨਾਰਾਇਣ 'ਚ ਤੁਸੀਂ ਇੱਕੋ ਗੱਲ ਇਸ ਯਾਦ ਰੱਖ ਲਿਓ ਕਿਹੜੀ, ਕਿ ਇਹ ਆਪਣੇ ਪਹਿਲੇ ਦਲਿਤ ਪ੍ਰੈਜ਼ੀਡੈਂਟ ਸੀ, ਠੀਕ ਹੈ। ਫਸਟ ਦਲਿਤ ਪ੍ਰੈਜ਼ੀਡੈਂਟ ਜਿਹੜੇ ਸੀਗੇ ਉਹ ਕਿਹੜੇ ਸੀਗੇ, KR ਨਾਰਾਇਣ, ਠੀਕ ਹੈ, KR ਨਾਰਾਇਣ। ਤੇ ਫਿਰ ਅੱਗੇ ਨੈਕਸਟ ਆ ਗਏ ਡਾਕਟਰ APJ ਅਬਦੁਲ ਕਲਾਮ। ਇਹਨਾਂ ਨੂੰ ਤਾਂ ਸਾਰੇ ਹੀ ਜਾਣਦੇ ਹੋਣਗੇ, ਕੌਣ ਨਹੀਂ ਜਾਣਦਾ, ਜਿਨ੍ਹਾਂ ਨੂੰ ਆਪਾਂ ਮਿਜ਼ਾਈਲ ਮੈਨ ਵੀ ਕਹਿੰਦੇ ਹਾਂ, ਰੋਕਟ ਮੈਨ ਵੀ ਆਪਾਂ ਕਹਿੰਦੇ ਇਹਨਾਂ ਨੂੰ, ਠੀਕ ਹੈ। ਸਟਰੋਂਗੈਸਟ ਪਰਸਨ ਤੇ ਫਸਟ ਸਾਇੰਟਿਸਟ ਪ੍ਰੈਜ਼ੀਡੈਂਟ ਜਿਹੜੇ ਆਪਣੇ ਇੰਡੀਆ ਦੇ ਉਹ ਡਾਕਟਰ APJ ਅਬਦੁਲ ਕਲਾਮ ਹੀ ਸੀਗੇ, ਠੀਕ ਹੈ। ਮੈਂ ਕੋਈ ਨਾ ਕੋਈ ਵੀਡੀਓ ਜ਼ਰੂਰ ਇਹਨਾਂ 'ਤੇ ਬਣਾਊਂਗਾ, ਤਾਂ ਆਪਾਂ ਉਸ ਵੀਡੀਓ 'ਚ ਸਾਰਾ ਡਿਸਕਸ ਕਰਾਂਗੇ ਇਹਨਾਂ ਦੀ ਜੀਵਨੀ ਬਾਰੇ ਸਾਰਾ, ਠੀਕ ਹੈ। ਫਿਰ ਅੱਗੇ ਨੈਕਸਟ ਆ ਗਈ ਜੀ ਆਪਣੀ ਸਭ ਤੋਂ ਪਹਿਲੀ ਵੂਮੈਨ ਪ੍ਰੈਜ਼ੀਡੈਂਟ ਕਿਹੜੀ ਹੈ ਜੀ, ਪ੍ਰਤਿਭਾ ਪਾਟਿਲ, ਠੀਕ ਹੈ, ਫਸਟ
ਵੂਮਨ ਪ੍ਰੈਜ਼ੀਡੈਂਟ ਪ੍ਰਤਿਭਾ ਪਾਟਿਲ, ਠੀਕ ਹੈ। ਫਿਰ ਅੱਗੇ ਪ੍ਰਣਬ ਮੁਖਰਜੀ ਆਇਆ, ਤੇ ਹੁਣ ਜਿਹੜੇ ਆਪਣੇ ਚੱਲ ਰਹੇ ਆ ਕਿੰਨਵੇਂ ਰਾਸ਼ਟਰਪਤੀ ਚੱਲ ਰਹੇ ਜੀ, ਇਹ 14ਵੇਂ ਰਾਸ਼ਟਰਪਤੀ ਹੈ। ਬਹੁਤ ਇੰਪੋਰਟੈਂਟ ਹੈ ਜੀ 14ਵੇਂ ਰਾਸ਼ਟਰਪਤੀ। ਕਿਉਂ ਇੰਪੋਰਟੈਂਟ? ਕਿਉਂਕਿ ਆਪਾਂ ਨੂੰ ਕੁਐਸਚਨ ਬਹੁਤ ਸਾਰੇ ਪੇਪਰ 'ਚ ਪੁੱਛਿਆ ਜਾਂਦਾ ਵੀ ਆਪਣਾ ਹੁਣ ਜਿਹੜਾ ਕਰੰਟ ਰਾਸ਼ਟਰਪਤੀ ਹੈ ਉਹ ਕਿੰਨਵਾਂ ਰਾਸ਼ਟਰਪਤੀ ਹੈ, ਤਾਂ ਆਪਾਂ ਕਹਿੰਦੇ 14th ਰਾਸ਼ਟਰਪਤੀ ਹੈ, ਠੀਕ ਹੈ। ਪਰ ਜੇ ਆਪਾਂ ਸਾਰੇ ਐਕਟਿੰਗ ਪ੍ਰੈਜ਼ੀਡੈਂਟ ਨੂੰ ਵੀ ਮਿਲਾ ਲਈਏ ਤਾਂ ਐਕਟਿੰਗ ਪ੍ਰੈਜ਼ੀਡੈਂਟ ਨੂੰ ਮਿਲਾ ਕੇ ਟੋਟਲ ਆਪਣੇ ਹੁਣ ਤੱਕ ਦੇ ਜਿਹੜੇ ਰਾਸ਼ਟਰਪਤੀ ਬਣਦੇ ਉਹ ਕਿੰਨੇ ਬਣਦੇ? 17, ਠੀਕ ਹੈ। ਜਾਣੀ ਕਿ ਜੇ ਤਾਂ ਐਕਟਿੰਗ ਪ੍ਰੈਜ਼ੀਡੈਂਟ ਵੀ ਆਪਾਂ ਸ਼ਾਮਿਲ ਕਰਨਾ ਤਾਂ ਰਾਮਨਾਥ ਕੋਵਿੰਦ ਜੀ ਕਿੰਨਵੇਂ ਰਾਸ਼ਟਰਪਤੀ ਆਪਣੇ? 17। ਅਦਰਵਾਈਜ਼ ਜੇ ਆਪਾਂ ਇਕੱਲੇ ਪਰਮਾਨੈਂਟ ਰਾਸ਼ਟਰਪਤੀ ਦੀ ਗੱਲ ਕਰੀਏ ਤਾਂ ਉਹ ਕਿੰਨੇ? ਸਿਰਫ ਤੇ ਸਿਰਫ 14 ਰਾਸ਼ਟਰਪਤੀ, ਠੀਕ ਹੈ। ਜਾਣੀ ਕਿ 14ਵਾਂ ਰਾਸ਼ਟਰਪਤੀ ਕਿਹੜਾ ਹੁਣ ਤੱਕ? ਰਾਮਨਾਥ ਕੋਵਿੰਦ, ਠੀਕ ਹੈ। ਸੋ ਇੰਨੀਆਂ ਗੱਲਾਂ ਜਿਹੜੀਆਂ ਤੁਸੀਂ ਇਸ 'ਚ ਯਾਦ ਰੱਖਣੀਆਂ, ਜਿੰਨੀਆਂ ਕਿ ਬੇਸਿਕ ਦੀਆਂ ਗੱਲਾਂ ਜਿਹੜੀਆਂ ਕਿ ਆਪਣੇ ਐਗਜ਼ਾਮ ਦੇ ਵਿੱਚ ਪੁੱਛੀਆਂ ਜਾਂਦੀਆਂ, ਤਾਂ ਤੁਸੀਂ ਇੱਕ ਦੋ ਵਾਰੀ ਰਿਪੀਟ ਕਰੋਗੇ ਤਾਂ ਸਾਰਾ ਤੁਹਾਨੂੰ ਇਹ ਕਨਸੈਪਟ ਜਿਹੜਾ ਕਲੀਅਰ ਹੋ ਜਾਊਗਾ। ਫਿਰ ਅੱਗੇ ਆਪਾਂ ਨੈਕਸਟ ਦੇਖਦੇ ਹਾਂ ਜੀ ਰਾਸ਼ਟਰਪਤੀ ਦੇ ਵਿੱਚ ਇਹ ਕਿ ਇੱਕ ਆਪਣੇ ਸੰਵਿਧਾਨ 'ਚ ਕਿਹੜੇ ਨੰਬਰ ਆਰਟੀਕਲ 'ਤੇ ਇਹਨਾਂ ਬਾਰੇ ਗੱਲ ਕੀਤੀ ਗਈ ਹੈ, ਠੀਕ ਹੈ। ਸਭ ਤੋਂ ਆਪਾਂ ਸ਼ੁਰੂ ਕਰਦੇ ਹਾਂ ਪ੍ਰੈਜ਼ੀਡੈਂਟ, ਠੀਕ ਹੈ। ਵੀ ਪ੍ਰੈਜ਼ੀਡੈਂਟ ਬਣਨ ਵਾਸਤੇ ਕੀ ਕੁਝ ਸ਼ਰਤਾਂ ਚਾਹੀਦੀਆਂ, ਕੀ ਕੁਆਲੀਫਿਕੇਸ਼ਨ ਹੈ, ਕੀ ਇਹਨਾਂ ਦਾ ਪ੍ਰੋਸੈਸ ਹੁੰਦਾ, ਕਿਵੇਂ ਵੋਟਾਂ ਪੈਂਦੀਆਂ, ਸਾਰਾ ਕੁਝ ਡਿਸਕਸ ਕਰਾਂਗੇ ਕਿ ਆਪਾਂ ਵੀ ਰਾਸ਼ਟਰਪਤੀ ਬਣ ਸਕਦੇ ਹਾਂ, ਠੀਕ ਹੈ। ਆਪਾਂ ਸਾਰਾ ਜੋ ਵੀ ਇਹਨਾਂ ਦਾ ਪ੍ਰੋਸੈਸ ਆ ਸਾਰਾ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਵੀ ਆਪਣੇ ਸੰਵਿਧਾਨ ਦੇ ਵਿੱਚ ਪਾਰਟ ਨੰਬਰ 5 ਦੇ ਵਿੱਚ, ਠੀਕ ਹੈ, ਆਪਣੇ ਸੰਵਿਧਾਨ ਦੇ ਪਾਰਟ ਨੰਬਰ 5 ਦੇ ਵਿੱਚ ਪਾਰਟ ਕਿੰਨੇ ਜੀ ਆਪਣੇ? ਟੋਟਲ 22 ਪਾਰਟ ਹੈ, ਠੀਕ ਹੈ। ਇਹ ਵੈਸੇ ਆਪਾਂ ਇੱਕ ਅਲੱਗ ਤੋਂ ਟੌਪਿਕ ਪੂਰਾ ਕਰਾਂਗੇ, ਪਾਰਟ ਆਰਟੀਕਲ ਜਿਹੜੇ ਆ, ਠੀਕ ਹੈ, ਉਹ ਸਾਰੇ ਕਿੰਨੇ, ਸ਼ੈਡਿਊਲ ਕਿੰਨੇ ਆ, ਉਹ ਆਪਾਂ ਅਲੱਗ ਤੋਂ ਇੱਕ ਵੀਡੀਓ ਬਣਾਵਾਂਗੇ। ਬਟ ਆਪਾਂ ਇੱਥੇ ਸਿਰਫ ਇਹ ਦੇਖਣਾ ਪਾਰਟ ਨੰਬਰ 5 ਦੇ ਵਿੱਚ ਆਰਟੀਕਲ ਨੰਬਰ 52 ਤੋਂ 78 ਤੋਂ ਆਰਟੀਕਲ ਨੰਬਰ 52 ਤੋਂ ਲੈ ਕੇ 78 ਨੰਬਰ ਆਰਟੀਕਲ ਤੱਕ ਯੂਨੀਅਨ ਐਗਜ਼ੀਕਿਊਟਿਵ ਦੀ ਗੱਲ ਕੀਤੀ ਗਈ ਹੈ, ਠੀਕ ਹੈ ਜੀ। ਯੂਨੀਅਨ ਐਗਜ਼ੀਕਿਊਟਿਵ ਦੀ ਗੱਲ ਕੀਤੀ ਗਈ ਹੈ ਇਸ ਪਾਰਟ ਨੰਬਰ 5 ਦੇ ਵਿੱਚ। ਯੂਨੀਅਨ ਐਗਜ਼ੀਕਿਊਟਿਵ ਦੇ ਵਿੱਚ ਕਿਹੜੇ ਆਉਂਦੇ ਆ? ਰਾਸ਼ਟਰਪਤੀ ਆਉਂਦਾ ਹੈ, ਵਾਈਸ ਪ੍ਰੈਜ਼ੀਡੈਂਟ ਆਉਂਦੇ ਆ, ਮਿਨਿਸਟਰ ਆਉਂਦੇ ਆ, PM ਆਉਂਦਾ, ਠੀਕ ਹੈ। ਉਹਨਾਂ ਬਾਰੇ ਆਪਾਂ ਬਾਅਦ 'ਚ ਡਿਸਕਸ ਕਰਾਂਗੇ। ਬਟ ਆਪਾਂ ਇਸ ਯੂਨੀਅਨ ਐਗਜ਼ੀਕਿਊਟਿਵ ਦੇ ਵਿੱਚੋਂ ਆਪਾਂ ਇੱਕੋ ਟੌਪਿਕ ਚੱਕਿਆ ਜੀ, ਕਿਹੜਾ? ਪ੍ਰੈਜ਼ੀਡੈਂਟ। ਸਮਝ ਲੱਗੀ ਗੱਲ? ਪ੍ਰੈਜ਼ੀਡੈਂਟ ਤਾਂ ਪ੍ਰੈਜ਼ੀਡੈਂਟ ਜਿਹੜਾ ਸ਼ੁਰੂ ਕਿੰਨੇ ਨੰਬਰ ਆਰਟੀਕਲ ਤੋਂ ਹੁੰਦਾ? 52 ਨੰਬਰ ਆਰਟੀਕਲ ਤੋਂ ਇਹ ਸ਼ੁਰੂ ਹੁੰਦਾ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਇਹ ਦੇਖਦੇ ਹਾਂ ਵੀ ਰਾਸ਼ਟਰਪਤੀ ਬਣਨ ਵਾਸਤੇ ਕੁਆਲੀਫਿਕੇਸ਼ਨ ਕੀ ਚਾਹੀਦੀ ਹੈ, ਯਾਨੀ ਕਿ ਕਿਹੜੇ ਸ਼ਰਤਾਂ ਜ਼ਰੂਰੀ ਹੈ ਰਾਸ਼ਟਰਪਤੀ ਬਣਨ ਵਾਸਤੇ। ਤਾਂ ਸਭ ਤੋਂ ਪਹਿਲੀ ਗੱਲ ਤਾਂ ਰਾਸ਼ਟਰਪਤੀ ਬਣਨ ਵਾਸਤੇ ਆਪਾਂ ਨੂੰ ਕੀ ਚਾਹੀਦਾ ਜੀ? ਬੰਦਾ ਕੀ ਹੋਵੇ? ਸਿਟੀਜ਼ਨ ਆਫ ਦੀ ਇੰਡੀਆ ਹੋਵੇ, ਯਾਨੀ ਕਿ ਕੋਈ ਵੀ ਬਾਹਰਲਾ ਬੰਦਾ, ਫੋਰਨਰ ਬੰਦਾ ਆਪਣੇ ਇੰਡੀਆ ਦਾ ਰਾਸ਼ਟਰਪਤੀ ਕਦੇ ਨਹੀਂ ਬਣ ਸਕਦਾ, ਠੀਕ ਹੈ। ਇਹ ਮੈਂ ਇੱਥੇ ਫੋਰਨਰ ਬੰਦੇ ਦੀ ਐਗਜ਼ਾਮਪਲ ਕਿਉਂ ਕਹੀ ਹੈ? ਕਿਉਂਕਿ ਆਪਣੇ ਇੰਡੀਆ ਦੇ ਵਿੱਚ ਕਈ ਪੋਸਟਾਂ ਇਸ ਤਰ੍ਹਾਂ ਦੀਆਂ ਹੈਗੀਆਂ ਜਿਨ੍ਹਾਂ ਵਿੱਚ ਆਪਾਂ ਕਿਸੇ ਬਾਹਰਲੇ ਮੁਲਕ ਦੇ ਬੰਦੇ ਨੂੰ ਅਪੁਆਇੰਟ ਕਰ ਸਕਦੇ ਹਾਂ। ਬਟ ਪ੍ਰੈਜ਼ੀਡੈਂਟ ਇੱਕ ਇਸ ਤਰ੍ਹਾਂ ਦੀ ਪੋਸਟ ਹੈ ਜਿਹਦੇ ਵਿੱਚ ਆਪਾਂ ਹਮੇਸ਼ਾ ਇੰਡੀਅਨ ਬੰਦੇ ਨੂੰ ਹੀ ਆਪਾਂ ਕੀ ਕਹਾਂਗੇ? ਰਾਸ਼ਟਰਪਤੀ ਆਪਾਂ ਬਣਾ ਸਕਦੇ ਹਾਂ, ਠੀਕ ਹੈ। ਜਾਣੀ ਕਿ ਸਭ ਤੋਂ ਪਹਿਲੀ ਸ਼ਰਤ ਕਿਹੜੀ ਹੈ ਉਹਦੀ? ਸਿਟੀਜ਼ਨ ਹੋਣਾ ਚਾਹੀਦਾ ਆਪਣੇ ਇੰਡੀਆ ਦਾ, ਜਾਣੀ ਕਿ ਹੁਣ ਸਿਟੀਜ਼ਨ ਹੋਣਾ ਚਾਹੀਦਾ। ਹੁਣ ਇੱਥੇ ਰਾਸ਼ਟਰਪਤੀ ਬਾਰੇ ਕੀ ਲਿਖਿਆ ਹੋਇਆ? ਚਲੋ ਸਿਟੀਜ਼ਨ ਤਾਂ ਹੈਗਾ, ਆਪਣੀ ਜਿਹੜੀ ਨਾਗਰਿਕਤਾ ਹੁੰਦੀ ਹੈ ਤਾਂ ਪਹਿਲਾ ਹੱਕ ਨਾਗਰਿਕ ਹੋਣ ਦਾ ਕਿਹਨੂੰ ਹੈ ਜੀ? ਰਾਸ਼ਟਰਪਤੀ ਨੂੰ ਹੁੰਦਾ। ਜਾਣੀ ਕਿ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਆਪਣੇ ਇੰਡੀਆ ਦਾ ਫਸਟ ਸਿਟੀਜ਼ਨ ਬੰਦਾ ਕਿਹੜਾ ਹੋਊਗਾ? ਆਪਣਾ ਹਮੇਸ਼ਾ ਰਾਸ਼ਟਰਪਤੀ ਹੋਊਗਾ, ਠੀਕ ਹੈ। ਪ੍ਰੈਜ਼ੀਡੈਂਟ ਹੋਊਗਾ, ਪ੍ਰੈਜ਼ੀਡੈਂਟ ਨੂੰ ਆਪਾਂ ਕੀ ਕਹਿੰਦੇ ਹਮੇਸ਼ਾ? ਫਸਟ ਸਿਟੀਜ਼ਨ ਆਫ ਦੀ ਇੰਡੀਆ, ਠੀਕ ਹੈ। ਫਿਰ ਅੱਗੇ ਦੂਸਰੇ ਨੰਬਰ 'ਤੇ ਆਪਾਂ ਇਹਨੂੰ ਹੋਰ ਕੀ ਕਹਿੰਦੇ? ਸੰਵਿਧਾਨ 'ਚ ਵੀ ਲਿਖੀ ਇਹ ਗੱਲ, ਹੈੱਡ ਆਫ ਦੀ ਸਟੇਟ ਹੈ, ਠੀਕ ਹੈ। ਹੈੱਡ ਆਫ ਦੀ ਇੰਡੀਆ ਕਹਿ ਲਓ, ਹੈੱਡ ਆਫ ਦੀ ਸਟੇਟ ਕਹਿ ਲਓ, ਠੀਕ ਹੈ। ਹੈੱਡ ਆਫ ਦੀ ਹੈਗੀ ਹੈ ਸਟੇਟ ਹੈ। ਤਾਂ ਦੋ ਗੱਲਾਂ ਜਿਹੜੀਆਂ ਸਿਟੀਜ਼ਨਸ਼ਿਪ ਦੀ ਯਾਦ ਰੱਖਣੀਆਂ, ਠੀਕ ਹੈ। ਫਸਟ ਜੇ ਆਪਾਂ ਨੂੰ ਕੁਐਸਚਨ ਹੈ ਵੀ ਸਿਟੀਜ਼ਨ ਕਿਹੜਾ ਆਪਣੇ ਇੰਡੀਆ ਦਾ ਬੰਦਾ, ਤਾਂ ਆਪਾਂ ਕਹਾਂਗੇ ਪ੍ਰੈਜ਼ੀਡੈਂਟ, ਠੀਕ ਹੈ। ਫਿਰ ਉਸ ਤੋਂ ਬਾਅਦ ਜਿਹੜੀ ਉਮਰ ਹੈ, ਉਮਰ ਕਿੰਨੀ ਚਾਹੀਦੀ ਹੈ? ਘੱਟ ਤੋਂ ਘੱਟ ਲਿਖਿਆ ਜੀ ਇੱਥੇ, ਠੀਕ ਹੈ। ਘੱਟ ਤੋਂ ਘੱਟ ਉਮਰ ਜਿਹੜੀ ਚਾਹੀਦੀ ਹੈ ਉਹ ਕਿੰਨੀ ਹੈ ਜੀ ਰਾਸ਼ਟਰਪਤੀ ਬਣਨ ਵਾਸਤੇ? 35 ਸਾਲ। 35 ਸਾਲ ਤੋਂ ਬਾਅਦ ਇੱਥੇ ਹੁਣ ਇਹਨਾਂ ਨੇ ਕੋਈ ਵੀ ਮੈਕਸੀਮਮ ਉਮਰ ਜਿਹੜੀ ਹੈ ਉਹ ਨਹੀਂ ਲਿਖੀ, ਠੀਕ ਹੈ। ਮੈਕਸੀਮਮ ਉਮਰ ਬਾਰੇ ਕੋਈ ਨਹੀਂ ਲਿਖਿਆ ਆਪਣੇ ਸੰਵਿਧਾਨ ਦੇ ਵਿੱਚ। ਕਿਉਂ ਨਹੀਂ ਲਿਖਿਆ? ਕਿਉਂਕਿ ਆਪਣੇ ਇੰਡੀਆ ਵਿੱਚ ਰੂਲ ਹੈ ਹੁਣ ਇਹ ਵੀ ਭਾਵੇਂ 100 ਸਾਲ ਦਾ ਬੁੜਾ ਬੰਦਾ ਕਿਉਂ ਨਾ ਹੋਵੇ, ਉਹ ਵੀ ਆਪਣਾ ਕੀ ਬਣ ਸਕਦਾ? ਦੇਸ਼ ਦਾ ਰਾਸ਼ਟਰਪਤੀ ਬਣ ਸਕਦਾ। ਬਟ ਘੱਟ ਤੋਂ ਘੱਟ ਉਮਰ ਕਿੰਨੀ ਚਾਹੀਦੀ? ਉਹਨੂੰ ਘੱਟੋ ਘੱਟ 35 ਸਾਲ ਦੀ ਚਾਹੀਦੀ ਹੈ, ਠੀਕ ਹੈ ਜੀ। ਫਿਰ ਥਰਡ ਜਿਹੜੀ ਇਹਨਾਂ ਦੀ ਕੁਆਲੀਫਿਕੇਸ਼ਨ ਵਿੱਚ ਜਾਂ ਆਪਾਂ ਕਹਿ ਰਹੀ ਆਉਂਦੀ ਹੈ ਲਾਈਨ, ਉਹ ਕਿਹੜੀ ਹੈ? ਕੁਆਲੀਫਾਈਡ ਫॉर द ਇਲੈਕਸ਼ਨ ਐਜ਼ ਦ ਮੈਂਬਰ ਆਫ ਦੀ ਲੋਕ ਸਭਾ। ਵੈਸੇ ਤਾਂ ਇਹਨੂੰ ਆਪਾਂ ਐਂ ਰੱਖਣਾ ਵੀ ਘੱਟੋ ਘੱਟ ਆਪਦੀ 35 ਸਾਲ ਦੀ ਉਮਰ ਦੇ ਵਿੱਚ ਘੱਟੋ ਘੱਟ ਇੱਕ ਵਾਰੀ ਲੋਕ ਸਭਾ ਦੀ ਸੀਟ ਜਿੱਤਿਆ ਹੋਵੇ, ਠੀਕ ਹੈ। ਘੱਟੋ ਘੱਟ ਇੱਕ ਵਾਰੀ ਲੋਕ ਸਭਾ ਦਾ ਮੈਂਬਰ ਬਣਿਆ ਹੋਵੇ ਜਾਂ ਲੋਕ ਸਭਾ ਸੀਟ ਜਿੱਤਿਆ ਹੋਵੇ ਜਾਂ ਉਹਨਾਂ ਦੀ ਸ਼ਰਤਾਂ ਪੂਰੀਆਂ ਕਰਦਾ ਹੋਵੇ, ਠੀਕ ਹੈ ਜੀ।
ਚੌਥੀ ਗੱਲ ਬਹੁਤ ਇੰਪੋਰਟੈਂਟ ਆ ਜੀ, ਥੋੜਾ ਧਿਆਨ ਨਾਲ ਸੁਣਿਓ ਇਹਨੂੰ, ਕਿਉਂਕਿ ਬਹੁਤ ਬੱਚੇ ਇਹਦੇ ਵਿੱਚ ਕਨਫਿਊਜ਼ ਹੁੰਦੇ ਆ ਵੀ ਇਹ ਕੀ ਚੀਜ਼ ਹੈ। ਦੇਖੋ ਇੱਥੇ ਲਿਖਿਆ ਸ਼ੁੱਡ ਨਾਟ ਹੋਲਡ ਐਨੀ ਆਫਿਸ ਆਫ ਪ੍ਰੋਫਿਟ ਅੰਡਰ ਯੂਨੀਅਨ ਗਵਰਨਮੈਂਟ ਐਂਡ ਦੀ ਸਟੇਟ ਗਵਰਨਮੈਂਟ। ਠੀਕ ਹੈ, ਜਾਣੀ ਕਿ ਇੱਥੇ ਇਹਨਾਂ ਨੇ ਕਈ ਬੱਚੇ ਇਸ ਤਰ੍ਹਾਂ ਪੜ੍ਹਦੇ ਇਹਨੂੰ ਵੀ ਜਦੋਂ ਬੰਦਾ ਰਾਸ਼ਟਰਪਤੀ ਲੱਗ ਜਾਂਦਾ ਤਾਂ ਉਹ ਕਿਸੇ ਵੀ ਹੋਰ ਆਫਿਸ ਤੋਂ ਪ੍ਰੋਫਿਟ ਨਹੀਂ ਲੈ ਸਕਦਾ। ਠੀਕ ਹੈ ਗੱਲ ਵੈਸੇ, ਪਰ ਆਪਾਂ ਇਹਨਾਂ ਨੇ ਇਸ ਤਰ੍ਹਾਂ ਨਹੀਂ ਲਿਖਿਆ ਇੱਥੇ, ਇਹ ਕੁਆਲੀਫਿਕੇਸ਼ਨ 'ਚ ਆਪਾਂ ਉਹਨੂੰ ਇਸ ਤਰ੍ਹਾਂ ਨਹੀਂ ਲਿਖਾਂਗੇ। ਇਹਨੇ ਵਿੱਚ ਇਹਨੂੰ ਆਪਾਂ ਕਿਵੇਂ ਡਿਸਕਸ ਕਰਨਾ, ਇਸ ਤਰ੍ਹਾਂ ਕਰਨਾ। ਦੇਖੋ ਜਦੋਂ ਆਪਾਂ ਯੂਨੀਅਨ ਗਵਰਨਮੈਂਟ ਅਤੇ ਸਟੇਟ ਗਵਰਨਮੈਂਟ ਦੀ ਆਪਾਂ ਜੋਬ ਕਰ ਰਹੇ ਹਾਂ ਮੰਨ ਲਓ, ਠੀਕ ਹੈ, ਤਾਂ ਇਹਨਾਂ ਨੇ ਕੀ ਲਿਖਿਆ ਵੀ ਕੋਈ ਵੀ ਪ੍ਰੋਫਿਟ ਅੰਡਰ ਨਹੀਂ ਹੋਣਾ ਚਾਹੀਦਾ ਆਫਿਸ ਨੂੰ, ਕੋਈ ਵੀ ਪ੍ਰੋਫਿਟ ਅੰਡਰ ਆਫਿਸ ਨਹੀਂ ਹੋਣਾ ਚਾਹੀਦਾ। ਇਹਦੇ ਬਾਰੇ ਵੈਸੇ ਤਾਂ ਸੰਵਿਧਾਨ ਦੇ ਵਿੱਚ ਕੁਝ ਨਹੀਂ ਲਿਖਿਆ, ਇਹਦੇ ਬਾਰੇ ਐਕਸਪਲੇਨ ਕੀਤਾ ਹੀ ਨਹੀਂ। ਸੰਵਿਧਾਨ ਦੇ ਵਿੱਚ ਕੀ ਐਕਸਪਲੇਨ ਕੀਤਾ ਵੀ ਕਿਹੜੇ ਕਿਹੜੇ ਆਫਿਸ ਹੈ ਜਿਹੜੇ ਪ੍ਰੋਫਿਟ ਦੇ ਅੰਡਰ ਨਹੀਂ ਆਉਂਦੇ। ਠੀਕ ਹੈ, ਧਿਆਨ ਨਾਲ ਸੁਣਿਓ ਮੇਰੀ ਗੱਲ, ਜਿਹੜੇ ਪ੍ਰੋਫਿਟ ਅੰਡਰ ਨਹੀਂ ਆਉਂਦੇ ਕਿਹੜੇ ਕਿਹੜੇ 4 ਆਫਿਸ ਉਹ ਤਾਂ ਯਾਦ ਰੱਖਣੇ। ਇੱਕ ਤਾਂ ਪ੍ਰੈਜ਼ੀਡੈਂਟ, ਠੀਕ ਹੈ, ਪ੍ਰੈਜ਼ੀਡੈਂਟ ਨਹੀਂ ਆਉਂਦਾ, ਫਿਰ ਵਾਈਸ ਪ੍ਰੈਜ਼ੀਡੈਂਟ ਨਹੀਂ ਆਉਂਦਾ, ਠੀਕ ਹੈ, ਫਿਰ ਅੱਗੇ ਗਵਰਨਰ ਨਹੀਂ ਆਉਂਦਾ, ਅਤੇ ਫਿਰ ਅੱਗੇ ਆਪਣੇ ਮਿਨਿਸਟਰਸ ਜਿਹੜੇ ਆ ਉਹ ਨਹੀਂ ਆਉਂਦੇ। ਠੀਕ ਹੈ, ਜਿੰਨੇ ਵੀ ਮੰਤਰੀ ਆ, PM ਹੋ ਗਿਆ, ਜੋ ਵੀ ਹੈ, ਇਹ ਨਹੀਂ ਆਉਂਦੇ। ਠੀਕ ਹੈ, ਮੈਂ ਦੁਬਾਰਾ ਬੋਲ ਦੇਣਾ, ਇੱਥੇ ਲਿਖਿਆ ਹੋਲਡ ਐਨੀ ਆਫਿਸ ਆਫ ਦਾ ਪ੍ਰੋਫਿਟ ਅੰਡਰ ਗਵਰਨਮੈਂਟ ਐਂਡ ਦੀ ਸਟੇਟ ਗਵਰਨਮੈਂਟ। ਦੇਖੋ ਕੋਈ ਵੀ ਬੰਦਾ, ਠੀਕ ਹੈ, ਇਹਨਾਂ ਚਾਰਾਂ ਨੂੰ ਛੱਡ ਕੇ ਹੋਰ ਪ੍ਰੋਫਿਟ ਨਹੀਂ ਲੈ ਸਕਦਾ ਕਿਸੇ ਹੋਰ ਆਫਿਸ ਤੋਂ, ਪਰ ਜੇ ਆਹ 4 ਬੰਦੇ ਦੀ ਗੱਲ ਕਰਾਂਗੇ ਤਾਂ ਇਹ ਲੈ ਸਕਦੇ ਆ। ਠੀਕ ਹੈ, ਤਾਂ ਇਹਨੂੰ ਆਪਾਂ ਇਸ ਤਰ੍ਹਾਂ ਕਰਨਾ ਯਾਦ, ਇਹਨੂੰ ਆਪਾਂ ਇਸ ਤਰ੍ਹਾਂ ਪੜ੍ਹਨੀ ਲਾਈਨ ਵੀ ਜੇ ਮੰਨ ਲਓ ਰਾਸ਼ਟਰਪਤੀ ਦੀ ਚੁਣਾਵ ਹੋ ਰਹੀ ਹੈ ਤਾਂ ਚਾਹੇ ਰਾਸ਼ਟਰਪਤੀ ਹੈ ਉਹ ਦੁਬਾਰਾ ਚੋਣ ਲੜ ਸਕਦਾ ਹੈ, ਵਾਈਸ ਪ੍ਰੈਜ਼ੀਡੈਂਟ ਵੀ ਦੁਬਾਰਾ ਚੋਣ ਲੜ ਸਕਦਾ ਹੈ, ਗਵਰਨਰ ਵੀ ਰਾਸ਼ਟਰਪਤੀ ਦੀ ਚੋਣ ਲੜ ਸਕਦਾ ਹੈ, ਕੋਈ ਵੀ ਮੰਤਰੀ ਵੀ ਰਾਸ਼ਟਰਪਤੀ ਦੀ ਚੋਣ ਲੜ ਸਕਦਾ। ਉਹਨਾਂ ਨੂੰ ਆਪਦੇ ਆ ਚਾਰੇ ਜਿਹੜੇ ਮਹਿਕਮੇ 'ਤੇ ਹੁਣੇ ਬੈਠੇ ਆ, ਜਿਹੜੇ ਵੀ ਪੋਜੀਸ਼ਨ 'ਤੇ ਇਹ ਬੈਠੇ ਆ, ਇਹਨਾਂ ਨੂੰ ਇਹ ਛੱਡਣ ਦੀ ਲੋੜ ਨਹੀਂ ਹੈਗੀ। ਠੀਕ ਹੈ, ਸਮਝ ਲੱਗ ਗਈ ਗੱਲ, ਇਹਨਾਂ ਨੂੰ ਇਹ ਚੀਜ਼ਾਂ ਛੱਡਣ ਦੀ ਲੋੜ ਨਹੀਂ ਹੈਗੀ। ਬਟ ਆਪਾਂ ਕਈ ਵਾਰੀ ਖਬਰਾਂ 'ਚ ਕੀ ਦੇਖਦੇ ਹਾਂ, ਇਹ ਆਪਦਾ ਅਸਤੀਫਾ ਦੇ ਦਿੰਦੇ ਆ। ਠੀਕ ਹੈ, ਤਾਂ ਅਸਤੀਫਾ ਦੇਣਾ ਇਹਨਾਂ ਦੀ ਆਪਦੀ ਖੁਦ ਦੀ ਮਰਜ਼ੀ ਹੈ। ਠੀਕ ਹੈ, ਅਸਤੀਫਾ ਦੇਣਾ ਇਹਨਾਂ ਦੀ ਆਪਦੀ ਕੀ ਹੈ, ਖੁਦ ਦੀ ਮਰਜ਼ੀ ਹੈ। ਬਟ ਇਹ ਜਿਹੜਾ ਚਾਰੇ ਜਿਹੜੇ ਪਰਸਨ ਹੈ ਨਾ, ਵਾਈਸ ਪ੍ਰੈਜ਼ੀਡੈਂਟ, ਗਵਰਨਰ ਅਤੇ ਮਿਨਿਸਟਰ, ਇਹ ਪ੍ਰੋਫਿਟ ਅੰਡਰ ਨਹੀਂ ਆਉਂਦੇ। ਠੀਕ ਹੈ, ਇਹ ਉਹਨੂੰ ਅਪਲਾਈ ਕਰ ਸਕਦੇ ਆ। ਠੀਕ ਹੈ, ਤਾਂ ਇਹ ਗੱਲ ਧਿਆਨ ਰੱਖਣੀ। ਨੈਕਸਟ ਫਿਰ ਅੱਗੇ ਆ ਗਿਆ ਜੀ ਇਲੈਕਸ਼ਨ। ਠੀਕ ਹੈ, ਇਲੈਕਸ਼ਨ ਆਫ ਪ੍ਰੈਜ਼ੀਡੈਂਟ। ਦੇਖੋ ਜਿਹੜੀ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਆ, ਇਹ ਆਪਾਂ ਦੇਖਾਂਗੇ ਸਭ ਤੋਂ ਪਹਿਲਾਂ ਕਿ ਡਾਇਰੈਕਟ ਹੁੰਦੀ ਹੈ ਕਿ ਇਨਡਾਇਰੈਕਟ ਹੁੰਦੀ ਹੈ। ਤਾਂ ਇਹ ਹੁੰਦੀ ਹੈ ਇਨਡਾਇਰੈਕਟ। ਠੀਕ ਹੈ, ਇਨਡਾਇਰੈਕਟ ਦਾ ਪਹਿਲਾਂ ਆਪਾਂ ਡਾਇਰੈਕਟ ਸਮਝਦੇ ਕੀ ਹੁੰਦੀ ਹੈ। ਡਾਇਰੈਕਟ ਦਾ ਮਤਲਬ ਹੁੰਦਾ, ਦੇਖੋ ਆਪਾਂ ਆਪਣੀ ਵੋਟ ਬਣਾਈ, ਵੋਟ ਪਾਉਣ ਗਏ, ਬੂਥ 'ਤੇ ਵੋਟ ਪਾਈ, ਪਰਚੀ ਜੇਬ 'ਚ ਪਾਈ, ਅਤੇ ਚਲੋ ਜੀ ਘਰੇ ਆ ਕੇ ਦੇਖਿਆ ਬੰਦਾ ਜਿੱਤ ਗਿਆ, ਚਲੋ ਜੀ ਠੀਕ ਹੈ, ਵਧਾਈਆਂ। ਠੀਕ ਹੈ, ਬੰਦਾ ਜਿੱਤ ਗਿਆ। ਡਾਇਰੈਕਟ ਇਲੈਕਸ਼ਨ ਦੇ ਵਿੱਚ ਕੀ ਹੁੰਦਾ, ਹਮੇਸ਼ਾ ਐਗਜ਼ੀਕਿਊਟਿਵ ਆਪਾਂ ਚੁਣਦੇ ਹਾਂ। ਡਾਇਰੈਕਟ ਇਲੈਕਸ਼ਨ ਦੇ ਵਿੱਚ ਆਪਾਂ ਜ਼ਿਆਦਾਤਰ ਕਿਹਨੂੰ ਚੁਣਦੇ ਹਾਂ, ਐਗਜ਼ੀਕਿਊਟਿਵ ਨੂੰ ਚੁਣਦੇ। ਫੋਰ ਐਗਜ਼ਾਮਪਲ ਜਿਵੇਂ ਹੁਣ PM ਮੋਦੀ ਹੈ ਨਾ, ਮੋਦੀ ਪਤਾ ਹੀ ਹੈ ਨਾ, ਬਾਈ ਔਰ ਬਹਿਨ ਨੂੰ ਕਹਿ ਕੇ ਆਪਣੇ ਤੋਂ ਵੋਟਾਂ ਲੈ ਗਿਆ ਹੈ ਨਾ, ਲੋਕਾਂ ਨੂੰ ਬੁੱਧੂ ਬਣਾ ਗਿਆ, ਤਾਂ ਵੋਟਾਂ ਪਾ ਕੇ ਜਿੱਤ ਗਿਆ। ਠੀਕ ਹੈ, तो कहता ਹੁੰਦਾ ਤੁਸੀਂ सुने होगा, मैं देश की 125 करोड़ आबादी का तय दिल से बाहरी हूँ। ठीक है ना, तो की है डायरैक्ट इलैक्शन ਦੇ ਵਿੱਚ ਕੀ ਐਗਜ਼ੀਕਿਊਟਿਵ ਕੀ ਹੁੰਦਾ, ਹਮੇਸ਼ਾ ਜ਼ਿਆਦਾਤਰ ਚੁਣਿਆ ਜਾਂਦਾ। ਇਨਡਾਇਰੈਕਟ ਦੇ ਵਿੱਚ ਕੀ ਹੁੰਦਾ ਨਾ, ਆਪਾਂ ਪਹਿਲਾਂ ਚੁਣਦੇ ਹਾਂ MLA। ਠੀਕ ਹੈ, MLA ਫਿਰ ਗਾਂ ਜਿਹੜੇ ਚੁਣਨਗੇ ਜਿਵੇਂ ਰਾਸ਼ਟਰਪਤੀ ਨੂੰ, ਤਾਂ MLA ਥਰੂ ਜਿਹੜਾ ਰਾਸ਼ਟਰਪਤੀ ਚੁਣਿਆ ਜਾਊਗਾ ਉਹਨੂੰ ਆਪਾਂ ਕੀ ਕਹਾਂਗੇ, ਇਨਡਾਇਰੈਕਟ ਕਹਾਂਗੇ। ਵੈਸੇ ਤਾਂ ਦੇਖੋ ਆਪਾਂ ਹੀ ਪਹਿਲਾਂ MLA ਜਿਤਾਇਆ, ਫਿਰ MLA ਨੇ ਵੋਟ ਪਾ ਕੇ ਕਿਹਨੂੰ ਜਿਤਾਤਾ, ਰਾਸ਼ਟਰਪਤੀ ਨੂੰ ਜਿਤਾਤਾ। ਤਾਂ ਇਹ ਕਿਹਾ ਜਾਂਦਾ ਇਨਡਾਇਰੈਕਟ ਸਿਸਟਮ ਹੈ। ਠੀਕ ਹੈ, ਡਾਇਰੈਕਟ ਦੇ ਵਿੱਚ ਕੀ ਆਪਾਂ ਕਿੱਥੇ ਦੇਖੋ, ਹੁਣ ਡਾਇਰੈਕਟ ਦੇ ਵਿੱਚ ਆਪਾਂ ਜੇ PM ਨੂੰ ਜਿਤਾਉਣਾ ਹੋਵੇ ਤਾਂ ਆਪਾਂ ਵੋਟ ਕਿਹਨੂੰ ਪਾਉਣ ਜਾਵਾਂਗੇ, ਉੱਥੇ MP ਨੂੰ ਵੋਟ ਪਾਉਣ ਜਾਂਦੇ ਹਾਂ। ਤਾਂ ਜਦੋਂ ਜਿਹਦੇ ਕੋਲ ਜ਼ਿਆਦਾ MP ਹੁੰਦੇ ਉਹ ਕੌਣ ਬਣਦਾ, ਆਪਣਾ PM ਬਣ ਜਾਂਦਾ। ਠੀਕ ਹੈ, ਤਾਂ ਇਹ ਗੱਲ ਯਾਦ ਰੱਖਣੀ ਹੈ। ਤਾਂ ਆਪਣੀ ਇਲੈਕਸ਼ਨ ਜਿਹੜੀ ਹੁੰਦੀ ਹੈ ਰਾਸ਼ਟਰਪਤੀ ਵਿੱਚ ਕਿਹੜੀ ਹੁੰਦੀ ਹੈ, ਇਨਡਾਇਰੈਕਟ ਹੁੰਦੀ ਹੈ। ਠੀਕ ਹੈ, ਇਨਡਾਇਰੈਕਟ ਹੁੰਦੀ ਹੈ। ਤਾਂ ਇੱਥੇ ਹੁਣ ਜਿਹੜਾ ਐਗਜ਼ੀਕਿਊਟਿਵ ਅਤੇ ਪ੍ਰੈਜ਼ੀਡੈਂਸੀ ਜਿਹੜਾ ਮੈਂ ਲਿਖਿਆ ਸ਼ਬਦ, ਇਹਦਾ ਕੀ ਮਤਲਬ ਹੈ, ਦੇਖੋ ਧਿਆਨ ਨਾਲ ਗੱਲ ਸਮਝੋ। ਇਹਦਾ ਮਤਲਬ ਕੀ ਹੈ, ਦੇਖੋ ਜਿਹੜਾ ਐਗਜ਼ੀਕਿਊਟਿਵ ਹੈ ਇਹ ਮੇਨ ਹੈੱਡ ਹੁੰਦਾ, ਯਾਨੀ ਕਿ ਪਾਵਰਫੁਲ ਜਿਹੜੀ ਪੋਸਟ ਹੈ ਜਿਹਨੇ ਸਾਰੇ ਕੰਮ ਇੰਡੀਆ ਵਿੱਚ ਕਰਨੇ ਆ, ਉਹ ਕਿਹੜੀ ਪੋਸਟ ਹੈ, ਐਗਜ਼ੀਕਿਊਟਿਵ ਦੀ ਪੋਸਟ ਹੈ। ਐਗਜ਼ੀਕਿਊਟਿਵ ਦੀ ਪੋਸਟ ਕਿਹੜੀ ਹੈ, ਆਪਣੇ ਇੰਡੀਆ ਸਭ ਤੋਂ ਹਾਇਰ ਜਿਹੜੀ ਪੋਸਟ ਉਹ ਕਿਹੜੀ ਹੈ, PM ਦੀ ਹੈ। ਠੀਕ ਹੈ,
ਆਪਣੇ ਇੰਡੀਆ ਦੇ ਵਿੱਚ ਜਿੰਨੇ ਵੀ ਕੰਮ ਕਰੂਗਾ ਸਾਰੇ ਕੰਮ ਰਾਸ਼ਟਰਪਤੀ ਦੇ ਨਾਮ ਤੇ ਹੋਣਗੇ। ਕੌਣ ਕਰੂਗਾ? PM ਕਰੂਗਾ, ਠੀਕ ਹੈ। ਬਟ ਪ੍ਰੈਜ਼ੀਡੈਂਸ਼ਲੀ ਜਿਹੜਾ ਹੈ ਉਹ ਜਾਣੀ ਕਿ ਪ੍ਰਧਾਨ, ਠੀਕ ਹੈ, ਮਤਲਬ ਕੀ ਹੁੰਦਾ ਪ੍ਰਧਾਨ। ਤਾਂ ਪ੍ਰੈਜ਼ੀਡੈਂਸ਼ਲੀ ਜਿਹੜਾ ਹੈਡ ਹੈ ਉਹ ਕਿਹੜਾ ਮੋਸਟ ਪਾਵਰਫੁਲ ਬੰਦਾ ਕਿਹੜਾ? ਉਹ ਰਾਸ਼ਟਰਪਤੀ ਹੈ, ਠੀਕ ਹੈ। ਪ੍ਰੈਜ਼ੀਡੈਂਸ਼ਲੀ ਜਿਹੜਾ ਹਾਇਰ ਪੋਸਟ ਤੇ ਉਹ ਕਿਹੜਾ? ਰਾਸ਼ਟਰਪਤੀ ਹੈ। ਬਟ ਐਗਜ਼ੀਕਿਊਟਿਵ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਰਾਸ਼ਟਰਪਤੀ ਸੈਕਿੰਡ ਨੰਬਰ ਤੇ ਹੋਊਗਾ, PM ਪਹਿਲੇ ਨੰਬਰ ਤੇ ਹੋਊਗਾ, ਠੀਕ ਹੈ। ਜੇ ਆਪਾਂ ਪਾਵਰ ਦੀ ਗੱਲ ਕਰੀਏ ਤਾਂ ਉਹਨੂੰ ਇੰਪਲੀਮੈਂਟੇਸ਼ਨ ਦੀ ਗੱਲ ਕਰੀਏ ਤਾਂ PM ਪਹਿਲੇ ਨੰਬਰ ਤੇ ਹੋਊਗਾ, ਠੀਕ ਹੈ। ਹੁਣ ਇੱਥੇ ਜੇ ਮਾਈਂਡ 'ਚ ਤੁਹਾਡੇ ਕੁਐਸਚਨ ਆਉਂਦਾ ਹੋਊਗਾ ਵੀ ਰਾਸ਼ਟਰਪਤੀ ਜਿਹੜਾ ਹੈ ਉਹਨੂੰ ਐਗਜ਼ੀਕਿਊਟਿਵ ਕਿਉਂ ਨਹੀਂ ਕਹਿੰਦੇ, ਠੀਕ ਹੈ। ਕਿਉਂਕਿ ਰਾਸ਼ਟਰਪਤੀ ਨੂੰ ਤਾਂ ਆਪਾਂ ਪਹਿਲਾ ਸਿਟੀਜ਼ਨ ਬੰਦਾ ਕਹਿੰਦੇ ਆ, ਹੈਡ ਆਫ ਦੀ ਸਟੇਟ ਕਹਿੰਦੇ ਆ। ਇਹ ਐਗਜ਼ੀਕਿਊਟਿਵ ਕਿਉਂ ਨਹੀਂ ਹੈਗਾ? ਕਿਉਂ ਨਹੀਂ ਹੈਗਾ? ਕਿਉਂਕਿ ਐਗਜ਼ੀਕਿਊਟਿਵ ਬਣਨ ਵਾਸਤੇ, ਠੀਕ ਹੈ, ਇਲੈਕਟਡ ਕਿੱਥੋਂ ਹੋ ਕੇ ਆਉਣਾ ਪੈਂਦਾ? ਲੋਕ ਸਭਾ ਵਿੱਚੋਂ ਹੋ ਕੇ ਆਉਣਾ ਪੈਂਦਾ। ਜਾਣੀ ਕਿ ਜਨਤਾ ਦੀ ਜਿਹੜੀ ਪਾਵਰ ਹੈ ਉਹ ਜ਼ਿਆਦਾ ਪਾਵਰ ਮੰਨੀ ਜਾਂਦੀ ਹੈ ਐਜ਼ ਕੰਪੇਅਰ ਟੂ ਇੰਟਰੈਕਟ ਦੇ ਵਿੱਚ, ਠੀਕ ਹੈ। ਇੰਟਰੈਕਟ ਦੇ ਵਿੱਚ ਕੀ ਸੀ? MLA ਵੋਟ ਪਾ ਕੇ ਜਿਤਾਉਂਦੇ ਆ ਰਾਸ਼ਟਰਪਤੀ ਨੂੰ, ਪਰ ਡਾਇਰੈਕਟ ਦੇ ਵਿੱਚ ਕੀ ਆਮ ਜਨਤਾ ਵੋਟ ਪਾਉਂਦੀ ਹੈ। ਆਮ ਜਨਤਾ ਤੋਂ ਜਿੱਤਿਆ ਬੰਦਾ ਕੀ ਹੁੰਦਾ? ਐਗਜ਼ੀਕਿਊਟਿਵ ਹੁੰਦਾ, ਤਾਂ ਉਹ ਸਾਰੇ ਕੰਮ ਕਰਦਾ, ਠੀਕ ਹੈ। ਬਟ ਰਾਸ਼ਟਰਪਤੀ ਨੂੰ ਇਹ ਗੱਲ ਫੀਲ ਨਾ ਹੋਵੇ ਵੀ ਇਹ ਮੈਂ ਤਾਂ ਯਾਰ ਸੈਕਿੰਡ ਨੰਬਰ 'ਤੇ ਉਹਨਾਂ, ਮੇਰੇ ਕੋਲ ਤਾਂ ਪਾਵਰ ਘੱਟ ਹੈ, ਰਾਸ਼ਟਰਪਤੀ ਦੇ ਨਾਮ 'ਤੇ ਭਾਵੇਂ ਕੰਮ ਹੋਈ ਜਾਂਦੇ ਆ ਪਰ ਵਾਹ ਖੱਟੀ ਜਾਂਦਾ ਸਾਰਾ PM, ਠੀਕ ਹੈ। ਤਾਂ ਇਹਨਾਂ ਨੂੰ ਸੰਵਿਧਾਨ ਦੇ ਵਿੱਚ ਕੀ ਲਿਖਤਾ ਜੀ? ਨੋਮੀਨਲ ਹੈਡ ਆਫ ਦੀ ਐਗਜ਼ੀਕਿਊਟਿਵ, ਯਾਨੀ ਕਿ ਨੋਮੀਨਲ ਹੈਡ ਆਫ ਐਗਜ਼ੀਕਿਊਟਿਵ ਲਿਖਤਾ ਵੀ ਭਾਈ ਤੂੰ ਗੁੱਸਾ ਨਹੀਂ ਕਰਨਾ, ਤੂੰ ਕੀ ਹੈ? ਨਾਮ ਦਾ ਕੀ ਹੈ? ਐਗਜ਼ੀਕਿਊਟਿਵ ਹੈ, ਤੂੰ ਨੋਮੀਨਲ ਹੈਡ। ਨੋਮੀਨਲ ਦਾ ਮਤਲਬ ਹੁੰਦਾ ਨਾਮ ਦਾ, ਨਾਮ ਮਾਤਰ, ਠੀਕ ਹੈ, ਨਾਮ ਦਾ ਐਗਜ਼ੀਕਿਊਟਿਵ, ਠੀਕ ਹੈ। ਚਲੋ ਅੱਗੇ ਫਿਰ ਰਾਸ਼ਟਰਪਤੀ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ? ਉਹ ਪ੍ਰੋਟੈਕਟ ਕਰਦਾ, ਡਿਫੈਂਡ ਕਰਕੇ ਰੱਖਦਾ ਆਪਣੇ ਸੰਵਿਧਾਨ ਨੂੰ, ਠੀਕ ਹੈ। ਪ੍ਰੋਟੈਕਟ, ਪ੍ਰੀਜ਼ਰਵ ਐਂਡ ਡਿਫੈਂਡ ਕਰਦਾ ਆਪਣੇ ਸੰਵਿਧਾਨ ਨੂੰ, ਕੌਨਸਟੀਟਿਊਸ਼ਨ ਆਫ ਇੰਡੀਆ ਨੂੰ। ਫਿਰ ਅਗਲਾ ਆ ਗਿਆ ਜੀ ਕਸਟੋਡੀਅਨ ਕੌਨਸਟੀਟਿਊਸ਼ਨ ਆਫ ਦੀ ਇੰਡੀਆ। ਮੋਸਟ ਇੰਪੋਰਟੈਂਟ ਹੈ ਜੀ ਕੁਐਸਚਨ ਇਹ। ਹੁਣ ਇੱਥੇ ਕੁਐਸਚਨ ਆਉਂਦਾ ਆਪਣਾ ਕਈ ਪੇਪਰਾਂ ਦੇ ਵਿੱਚ, ਕਸਟੋਡੀਅਨ ਕੌਨਸਟੀਟਿਊਸ਼ਨ ਆਫ ਇੰਡੀਆ ਆਪਾਂ ਕਿਹਨੂੰ ਕਹਿੰਦੇ ਆ? ਤਾਂ ਇੱਥੇ ਆਪਾਂ ਰਾਸ਼ਟਰਪਤੀ ਨੂੰ ਨਹੀਂ ਕਹਾਂਗੇ, ਇੱਥੇ ਆਪਾਂ ਕਿਹਨੂੰ ਕਹਾਂਗੇ? ਸੁਪਰੀਮ ਕੋਰਟ ਨੂੰ ਕਹਾਂਗੇ। ਕਿਉਂਕਿ ਸੁਪਰੀਮ ਕੋਰਟ ਕਿਉਂ ਕਹਿੰਦੇ ਆ? ਕਿਉਂਕਿ ਆਪਣੇ ਇੰਡੀਆ ਵਿੱਚ ਚੱਲਦੀ ਹੈ ਡੈਮੋਕ੍ਰੇਸੀ, ਠੀਕ ਹੈ। ਡੈਮੋਕ੍ਰੇਸੀ ਕਰਕੇ ਆਪਣਾ ਕਸਟੋਡੀਅਨ ਕੌਨਸਟੀਟਿਊਸ਼ਨ ਆਫ ਦੀ ਇੰਡੀਆ ਕੌਣ ਹੈ ਜੀ? ਸੁਪਰੀਮ ਕੋਰਟ, ਠੀਕ ਹੈ। ਸੋ ਇਹ ਗੱਲਾਂ ਤੁਸੀਂ ਯਾਦ ਰੱਖਣੀਆਂ, ਮੈਨੂੰ ਲੱਗਦਾ ਸਾਰਾ ਸਮਝ ਲੱਗ ਗਿਆ ਹੁਣ। ਸੋ ਨੈਕਸਟ ਫਿਰ ਅੱਗੇ ਆ ਗਿਆ ਜੀ ਪ੍ਰੋਸੀਜਰ। ਦੇਖੋ ਪ੍ਰੋਸੀਜਰ ਬੜਾ ਆਸਾਨ ਹੈ ਜੀ ਇਹਨਾਂ ਦਾ, ਠੀਕ ਹੈ। ਰਾਸ਼ਟਰਪਤੀ ਬਣਨ ਵਾਸਤੇ ਕਿਹੜੇ ਕਿਹੜੇ ਮੈਂਬਰ ਜਿਹੜੇ ਆ ਉਹ ਸ਼ਾਮਿਲ ਹੁੰਦੇ ਆ, ਕਿਹੜੇ ਕਿਹੜੇ ਬੰਦੇ ਵੋਟਾਂ ਪਾਉਂਦੇ, ਕਿਹੜੇ ਬੰਦੇ ਵੋਟਾਂ ਨਹੀਂ ਪਾਉਂਦੇ, ਉਹ ਆਪਾਂ ਦੇਖਦੇ ਹਾਂ। ਦੇਖੋ ਦੋ ਚੀਜ਼ਾਂ ਹੁੰਦੀਆਂ ਆਪਣੇ ਕੋਲ, ਕਿਹੜੇ ਕਿਹੜੇ? ਇੱਕ ਤਾਂ ਸੈਂਟਰ, ਇੱਕ ਸਟੇਟ, ਠੀਕ ਹੈ। ਇੱਕ ਸੈਂਟਰ ਤੇ ਇੱਕ ਸਟੇਟ। ਸੈਂਟਰ ਦੀ ਆਪਾਂ ਗੱਲ ਕਰਾਂਗੇ ਤਾਂ ਲੋਕ ਸਭਾ ਦੇ ਬੰਦੇ ਤੇ ਰਾਜ ਸਭਾ ਦੇ ਬੰਦੇ ਵੋਟ ਪਾਉਣਗੇ। ਸਟੇਟ ਦੀ ਗੱਲ ਕਰੀਏ, ਕਈ ਸਟੇਟਾਂ ਵਿੱਚ ਤਾਂ ਹੁੰਦੀ ਹੈ ਲੈਜਿਸਲੇਟਿਵ ਅਸੈਂਬਲੀ, ਕਈ ਸਟੇਟਾਂ ਵਿੱਚ ਹੁੰਦੀ ਹੈ ਲੈਜਿਸਲੇਟਿਵ ਕਾਉਂਸਿਲ। ਅਸੈਂਬਲੀ ਦਾ ਮਤਲਬ ਹੁੰਦਾ ਵਿਧਾਨ ਸਭਾ, ਠੀਕ ਹੈ, ਵਿਧਾਨ ਸਭਾ। ਤੇ ਕਾਉਂਸਿਲ ਦਾ ਮਤਲਬ ਹੁੰਦਾ ਵਿਧਾਨ ਪ੍ਰੀਸ਼ਦ, ਠੀਕ ਹੈ, ਵਿਧਾਨ ਪ੍ਰੀਸ਼ਦ। ਤਾਂ ਜ਼ਿਆਦਾਤਰ ਆਪਣੇ ਸਟੇਟਾਂ ਵਿੱਚ ਕੀ ਹੈ? ਅਸੈਂਬਲੀ ਹੈ। ਪ੍ਰੀਸ਼ਦ ਤਾਂ 6-7 ਸਟੇਟਾਂ 'ਚ ਹੀ ਹੈ, ਠੀਕ ਹੈ, ਇਹ ਤਾਂ ਘੱਟ ਹੈ। ਬਟ ਮੈਂ ਇੱਥੇ ਤੁਹਾਨੂੰ ਦੱਸਣਾ ਕੀ ਚਾਹੁੰਦਾ ਵੀ ਸਿਰਫ ਆਹ ਤਿੰਨ ਜਿਹੜੇ ਆਹ ਹੈਗੇ ਪਰਸਨ ਇਹੀ ਵੋਟ ਪਾਉਂਦੇ ਆ ਰਾਸ਼ਟਰਪਤੀ ਦੇ ਚੁਣਾਵ ਨੂੰ, ਠੀਕ ਹੈ। ਪ੍ਰੀਸ਼ਦ ਦਾ ਇੱਕ ਵੀ ਬੰਦਾ, ਉਹਦੇ ਕੋਲ ਕੋਈ ਪਾਵਰ ਨਹੀਂ ਹੈਗੀ ਕਿ ਉਹ ਰਾਸ਼ਟਰਪਤੀ ਦੇ ਚੁਣਾਵ ਦੇ ਵਿੱਚ ਉਹਨਾਂ ਨੂੰ ਵੋਟ ਪਾ ਸਕੇ, ਠੀਕ ਹੈ। ਸਿਰਫ ਤੇ ਸਿਰਫ ਕਿਹੜੇ ਕਿਹੜੇ ਬੰਦੇ ਹਿੱਸਾ ਲੈਣਗੇ? ਲੋਕ ਸਭਾ ਦੇ ਮੈਂਬਰ, ਰਾਜ ਸਭਾ ਦੇ ਮੈਂਬਰ ਦੇ ਆਪਣੇ MLA, ਠੀਕ ਹੈ। ਵਿਧਾਨ ਸਭਾ 'ਚ ਸਾਰੇ ਕੌਣ ਬਹਿੰਦੇ ਜੀ? ਸਾਰੇ MLA ਜਿੱਥੇ ਬਹਿੰਦੇ ਉਹ ਕੀ ਹੁੰਦਾ? ਵਿਧਾਨ ਸਭਾ ਹੁੰਦੀ ਹੈ, ਠੀਕ ਹੈ। ਤੇ ਆਪਣਾ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤਾਂ ਪੰਜਾਬ 'ਚ ਟੋਟਲ MLA ਕਿੰਨੇ? 117 ਤੇ ਡਿਪੈਂਡ ਕਰਦਾ ਸਾਰੇ ਪੋਪੂਲੇਸ਼ਨ 'ਤੇ, ਠੀਕ ਹੈ। ਤੇ ਲੋਕ ਸਭਾ ਦੇ ਵਿੱਚ ਜਿਹੜੀ ਇਲੈਕਸ਼ਨ ਹੁੰਦੀ ਹੈ ਡਾਇਰੈਕਟ ਹੁੰਦੀ ਹੈ, ਰਾਜ ਸਭਾ ਦੇ ਵਿੱਚ ਇੰਟਰੈਕਟ ਹੁੰਦੀ ਹੈ, ਤੇ ਫਿਰ ਵਿਧਾਨ ਸਭਾ ਦੇ ਵਿੱਚ ਵੀ ਡਾਇਰੈਕਟ ਹੁੰਦੀ ਹੈ, ਤੇ ਕੌਂਸਲ ਦੇ ਵਿੱਚ ਜਿਹੜੀ ਇਲੈਕਸ਼ਨ ਹੁੰਦੀ ਹੈ ਉਹ ਹੁੰਦੀ ਹੈ ਇੰਟਰੈਕਟ ਹੁੰਦੀ ਹੈ, ਠੀਕ ਹੈ। ਤਾਂ ਹੁਣ ਆਪਾਂ ਜੇ ਗੱਲ ਕਰੀਏ ਇਹਨਾਂ ਦੀ ਲੋਕ ਸਭਾ ਵਿੱਚ ਟੋਟਲ ਬੰਦੇ ਕਿੰਨੇ ਵੋਟਾਂ ਪਾਉਣਗੇ ਜੀ ਰਾਸ਼ਟਰਪਤੀ ਨੂੰ? ਯਾਨੀ ਕਿੰਨੇ ਮੈਂਬਰ ਵੋਟ ਪਾਉਣਗੇ? 543 ਬੰਦੇ ਵੋਟ ਪਾਉਣਗੇ। ਇਹ ਕੀ ਹੈ? ਇਲੈਕਟਡ ਹੈ, ਠੀਕ ਹੈ। ਗੱਲ ਯਾਦ ਰੱਖਣੀ, ਮੈਂ ਹੁਣ ਦੀ ਲਿਖੀ ਹੈ, ਕਰੰਟ ਜਿਹੜੀ ਲਿਖੀ ਹੈ ਇਲੈਕਟਡ ਹੈ। ਵੈਸੇ ਤਾਂ ਹੁਣ ਟੋਟਲ ਕਿੰਨੇ? 545 ਹੈ। ਮੈਂ 545 ਕਿਉਂ ਨਹੀਂ ਲਿਖਿਆ? ਕਿਉਂਕਿ ਜਿਹੜੇ ਦੋ ਬੰਦੇ ਲੋਕ ਸਭਾ ਵਿੱਚ ਚੁਣੇ ਜਾਂਦੇ ਆ ਉਹ ਕਿਹੜੇ ਹੁੰਦੇ? ਨੋਮੀਨੇਟਡ ਹੁੰਦੇ ਆ,
ਉਹ ਕਿਹੜੇ ਹੁੰਦੇ ਨੋਮੀਨੇਟਡ। ਤਾਂ ਨੋਮੀਨੇਟਡ ਪਰਸਨ ਹਮੇਸ਼ਾ ਕੌਣ ਚੁਣਦਾ ਜੀ, ਪ੍ਰੈਜ਼ੀਡੈਂਟ ਚੁਣਦਾ, ਠੀਕ ਹੈ। ਨੋਮੀਨੇਟਡ ਪਰਸਨ ਜਿਹੜੇ ਦੋ ਹੁੰਦੇ ਆ, ਜਿਹਨੂੰ ਆਪਾਂ ਐਂਗਲੋ ਇੰਡੀਅਨ ਵੀ ਕਹਿੰਦੇ ਹਾਂ, ਜਿਹਨੂੰ ਆਪਾਂ ਕੀ ਬੋਲਦੇ ਹਾਂ, ਐਂਗਲੋ ਇੰਡੀਅਨ। ਤਾਂ ਐਂਗਲੋ ਇੰਡੀਅਨ ਜਿਹੜੇ ਆ ਦੋ ਨੋਮੀਨੇਟਡ ਬੰਦੇ ਆ, ਇਹ ਕਦੇ ਵੀ ਰਾਸ਼ਟਰਪਤੀ ਦੀ ਚੋਣਾਂ ਦਾ ਹਿੱਸਾ ਨਹੀਂ ਬਣਦੇ, ਠੀਕ ਹੈ, ਚੋਣਾਂ ਦਾ ਹਿੱਸਾ ਨਹੀਂ ਬਣਦੇ। ਤਾਂ ਯਾਦ ਰੱਖਣਾ ਨੋਮੀਨੇਟਡ ਪਰਸਨ ਸ਼ਾਮਿਲ ਨਹੀਂ ਹੁੰਦੇ ਰਾਸ਼ਟਰਪਤੀ ਚੁਣਾਵ ਦੇ ਵਿੱਚ। ਇਸੇ ਕਰਕੇ ਆਪਾਂ ਟੋਟਲ ਹੁਣ ਕਿੰਨੇ ਲਿਖਿਆ, 543 ਲਿਖਿਆ, ਬਟ ਐਕਚੁਅਲ 'ਚ ਆਪਣੇ ਇਸ ਟਾਈਮ 545 ਮੈਂਬਰ ਆ ਜੀ ਆਪਣੇ ਲੋਕ ਸਭਾ ਦੇ ਵਿੱਚ, ਠੀਕ ਹੈ। ਫਿਰ ਅੱਗੇ ਆ ਗਈ ਰਾਜ ਸਭਾ। ਰਾਜ ਸਭਾ ਦੀ ਆਪਾਂ ਜੇ ਗੱਲ ਕਰੀਏ ਤਾਂ 233 ਬੰਦੇ ਵੋਟਾਂ ਪਾਉਣਗੇ, ਠੀਕ ਹੈ। ਕਿਉਂਕਿ ਜਿਹੜੇ 12 ਬੰਦੇ ਅਪੁਆਇੰਟ ਕਰਦਾ ਰਾਸ਼ਟਰਪਤੀ, ਠੀਕ ਹੈ, ਨੋਮੀਨੇਟ ਕਰਦਾ। ਨੋਮੀਨੇਟ ਬੰਦੇ ਕਿਹੜੇ ਹੁੰਦੇ 12 ਇਹ, ਜਿਹੜੇ ਕਿਸੇ ਨਾ ਕਿਸੇ ਆਪ ਦੀ ਫੀਲਡ ਦੇ ਵਿੱਚ ਬਹੁਤ ਮਸ਼ਹੂਰ ਹਸਤੀ ਹੁੰਦੇ ਆ, ਠੀਕ ਹੈ, ਉਹਨਾਂ ਨੂੰ ਚੁਣੇ ਜਾਂਦੇ ਆ, ਜਾਂ ਜਿਹਨਾਂ ਨੂੰ ਤਕਰੀਬਨ ਬਹੁਤ ਸਾਰੇ ਅਵਾਰਡਸ ਮਿਲੇ ਹੁੰਦੇ ਆ, ਖੇਡਾਂ ਵਿੱਚ ਪੂਰੇ ਮਾਹਰ ਹੁੰਦੇ ਆ, ਫਿਲਮ ਮੇਕਰ ਹੁੰਦੇ ਆ, ਬਹੁਤ ਜਾਣੀ ਕਿ ਤਰ੍ਹਾਂ ਦੇ ਹੁੰਦੇ ਬੰਦੇ। ਆਪਾਂ ਇਹ ਵੀ ਡਿਸਕਸ ਕਰਾਂਗੇ ਜਦੋਂ ਆਪਾਂ ਰਾਜ ਸਭਾ ਪੜ੍ਹਾਂਗੇ ਸਾਰੀ, ਠੀਕ ਹੈ। ਤਾਂ 12 ਬੰਦੇ ਇਹ ਵੀ ਜਿਹੜੇ ਆ ਸ਼ਾਮਿਲ ਨਹੀਂ ਹੋਣਗੇ ਰਾਸ਼ਟਰਪਤੀ ਚੁਣਾਵ ਵਾਸਤੇ, ਠੀਕ ਹੈ। ਰਾਜ ਸਭਾ ਦੀ ਗੱਲ ਹੋ ਗਈ। ਫਿਰ ਅੱਗੇ ਜੇ ਆਪਾਂ ਗੱਲ ਕਰੀਏ, ਦੇਖੋ ਇੱਥੇ ਇੱਕ ਚੀਜ਼ ਤੁਸੀਂ ਹੋਰ ਨੋਟ ਕਰ ਲਿਓ, ਲੋਕ ਸਭਾ, ਰਾਜ ਸਭਾ। ਲੋਕ ਸਭਾ ਦੇ ਵਿੱਚ 2 ਬੰਦੇ ਇੱਥੇ ਲਿਖ ਦੇਣੇ ਅਤੇ ਰਾਜ ਸਭਾ 'ਚ 12 ਬੰਦੇ, ਤਾਂ ਟੋਟਲ 14 ਬੰਦੇ ਹਿੱਸਾ ਨਹੀਂ ਲੈਂਦੇ ਰਾਸ਼ਟਰਪਤੀ ਦੀ ਚੁਣਾਵ ਵਾਸਤੇ, ਠੀਕ ਹੈ ਜੀ। ਅਤੇ ਫਿਰ ਬਾਅਦ 'ਚ ਆ ਗਈ ਅੱਗੇ ਗੱਲ MLA ਦੀ, ਠੀਕ ਹੈ। ਹੁਣ ਜੇ ਆਪਾਂ MLA ਦੀ ਗੱਲ ਕਰੀਏ, ਦੇਖੋ MLA ਤਾਂ ਹੁਣ ਬਹੁਤ ਹੈ ਇੰਡੀਆ 'ਚ, ਸਟੇਟਾਂ ਹੈਗੀਆਂ 28 ਸਟੇਟਾਂ, ਤਾਂ MLA ਤਾਂ ਬਥੇਰੇ ਹੋਣਗੇ, ਕਿਉਂਕਿ ਹਰੇਕ ਸਟੇਟ ਦੀ ਜਿਹੜੀ ਪਾਪੂਲੇਸ਼ਨ ਆ ਉਹ ਵੱਖਰੀ ਵੱਖਰੀ ਆ, ਕਈਆਂ 'ਚ ਘੱਟ ਹੈ, ਕਈਆਂ 'ਚ ਜ਼ਿਆਦਾ। ਹੁਣ UP 'ਚ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਆ, ਤਾਂ ਉੱਥੇ ਹੁਣ MLA ਬਹੁਤ ਜ਼ਿਆਦਾ, ਠੀਕ ਹੈ। ਆਪਣੇ ਪੰਜਾਬ 'ਚ ਕਿੰਨੇ ਟੋਟਲ 117 ਹੀ ਹੈ। ਤਾਂ ਇੱਥੇ ਮੈਂ ਕੀ ਕਹਿਣਾ ਚਾਹੁੰਦਾ, ਆਪਣੇ ਸਟੇਟਸ ਨੂੰ ਮਿਲਾ ਲਈਏ, ਚਾਹੇ ਆਪਾਂ ਉਹਦੀਆਂ ਯੂਟੀਜ਼ ਮਿਲਾ ਲਈਏ, ਜਿਹਨੂੰ ਟੈਰੀਟਰੀਜ਼ ਮਿਲਾ ਲਈਏ, ਤਾਂ ਯੂਨੀਅਨ ਟੈਰੀਟਰੀਜ਼ ਪਲੱਸ ਸਟੇਟ ਮਿਲਾ ਕੇ ਸਾਰੇ MLA ਵੋਟਾਂ ਪਾਉਂਦੇ ਆ। ਪਰ UT ਵਿੱਚੋਂ ਕਿਹੜੀਆਂ 2 UTs ਦੇ MLA ਵੋਟ ਪਾਉਣਗੇ, ਸਿਰਫ ਤੇ ਸਿਰਫ ਦਿੱਲੀ ਤੇ ਪੁਡੂਚੇਰੀ ਦੇ, ਠੀਕ ਹੈ। ਦਿੱਲੀ ਤੇ ਪੁਡੂਚੇਰੀ ਦੇ ਹੀ ਮੈਂਬਰ ਜਿਹੜੇ ਆ, MLA ਜਿਹੜੇ ਆ, ਉਹ ਵੋਟ ਪਾ ਸਕਦੇ ਆ ਰਾਸ਼ਟਰਪਤੀ ਦੀ ਚੁਣਾਵ ਵਿੱਚ, ਠੀਕ ਹੈ ਜੀ। 70ਵੀਂ ਅਮੈਂਡਮੈਂਟ ਦੇ ਵਿੱਚ ਜਿਹੜਾ ਇਹ ਚੇਂਜ ਕੀਤਾ ਗਿਆ ਸੀ, ਠੀਕ ਹੈ। 70ਵੀਂ ਅਮੈਂਡਮੈਂਟ ਦੇ ਵਿੱਚ ਇਹ ਚੀਜ਼ਾਂ ਚੇਂਜ ਕੀਤੀਆਂ ਗਈਆਂ ਸੀ, ਸਮਝ ਲੱਗ ਗਈ ਜੀ। ਸਿਰਫ ਦਿੱਲੀ ਤੇ ਪੁਡੂਚੇਰੀ। ਤਾਂ ਇੱਥੇ ਤੁਸੀਂ ਇੱਥੇ ਕੋਲਮ ਬਣਾ ਸਕਦੇ ਹੋ ਸਾਡੀ ਕਾਪੀਆਂ 'ਤੇ, ਠੀਕ ਹੈ। UT ਵਿੱਚੋਂ ਜੇ ਆਪਾਂ ਗੱਲ ਕਰਾਂਗੇ ਤਾਂ ਦਿੱਲੀ ਤੇ ਪੁਡੂਚੇਰੀ ਦੇ ਮੈਂਬਰ ਹੀ ਕੀ ਵੋਟ ਪਾਉਣਗੇ। ਕਿਉਂਕਿ ਇਹਨਾਂ ਦੋਨਾਂ ਵਿੱਚ ਕੀ ਹੈ, CM ਹੁੰਦਾ, ਠੀਕ ਹੈ। CM ਹੈ, ਜਿੱਥੇ CM ਹੁੰਦਾ ਉੱਥੇ MLA ਹੋਊਗਾ ਹੀ ਹੋਊਗਾ, ਠੀਕ ਹੈ, ਗੱਲ ਯਾਦ ਰੱਖਣਾ। ਬਾਕੀ ਅਦਰ UT ਵਿੱਚ CM ਨਹੀਂ ਹੈਗਾ। ਤੁਸੀਂ ਸੁਣਿਆ ਕਿਤੇ ਚੰਡੀਗੜ੍ਹ 'ਚ CM ਹੈਗਾ, ਠੀਕ ਹੈ। ਅੰਡੇਮਾਨ ਨਿਕੋਬਾਰ ਜਿਹੜਾ ਉੱਥੇ CM ਹੈਗਾ, ਨਹੀਂ ਕਿਤੇ ਨਹੀਂ ਹੈਗਾ, ਠੀਕ ਹੈ। ਤਾਂ ਗੱਲ ਯਾਦ ਰੱਖਣੀ ਹੈ, ਜਿੱਥੇ CM ਹੁੰਦਾ ਉੱਥੇ ਕੀ ਹੁੰਦਾ, ਹਮੇਸ਼ਾ MLA ਹੁੰਦੇ ਆ। ਤਾਂ ਆਪਣੇ UT ਦੇ ਵਿੱਚ CM ਸਿਰਫ 2 ਹੀ ਥਾਵਾਂ 'ਤੇ ਹੈ, ਦਿੱਲੀ ਤੇ ਪੁਡੂਚੇਰੀ। ਤਾਂ MLA ਜਿਹੜੇ ਆ ਉਹ ਸਾਰੇ CM ਦੇ ਅੰਡਰ ਹੁੰਦੇ ਆ। ਤਾਂ ਇਹ ਜਿਹੜੇ ਦੋਨੇ ਵੋਟਾਂ ਪਾਉਂਦੇ ਆ ਰਾਸ਼ਟਰਪਤੀ ਦੀ ਚੁਣਾਵ ਵਾਸਤੇ। ਸਮਝ ਲੱਗ ਗਈ ਜੀ ਸਾਰੀ ਗੱਲ, ਇਹ ਸੀਗਾ ਪ੍ਰੋਸੀਜਰ। ਫਿਰ ਨੈਕਸਟ ਅੱਗੇ ਆ ਗਿਆ ਜੀ, ਇਲੈਕਸ਼ਨ ਪ੍ਰੋਸੈਸ ਕਿਵੇਂ ਹੁੰਦਾ। ਦੇਖੋ ਬਹੁਤ ਇੰਪੋਰਟੈਂਟ ਹੈ ਜੀ, ਬਹੁਤ ਇੰਪੋਰਟੈਂਟ ਹੈ, ਧਿਆਨ ਨਾਲ ਸਮਝਿਓ ਇਹਨੂੰ। ਦੇਖੋ ਆਪਾਂ ਇਹ ਪੜ੍ਹ ਲਿਆ, MLA MP ਸਾਰੇ ਕਿੱਥੇ ਬਹਿੰਦੇ ਆ, ਲੋਕ ਸਭਾ ਤੇ ਰਾਜ ਸਭਾ 'ਚ ਬਹਿੰਦੇ ਆ। MLA ਸਾਰੇ ਕਿੱਥੇ ਬਹਿੰਦੇ, ਵਿਧਾਨ ਸਭਾ 'ਚ ਬਹਿੰਦੇ ਆ, ਠੀਕ ਹੈ। ਹੁਣ ਜਿੰਨੇ ਵੀ MLA ਹੁੰਦੇ ਆ ਜਾਂ MP ਹੁੰਦੇ ਆ, ਇਹਨਾਂ ਦੀ ਵੋਟਾਂ ਦੀ ਜਿਹੜੀ ਵੈਲਿਊ ਹੈ ਉਹ ਸਾਰਿਆਂ ਦੀ ਵੱਖਰੀ ਵੱਖਰੀ ਹੁੰਦੀ ਹੈ, ਠੀਕ ਹੈ। ਤਾਂ MLA ਦੀ ਵੋਟ ਦੀ ਵੈਲਿਊ ਅਲੱਗ ਕੱਢਦੇ ਆ, MP ਦੀ ਵੋਟ ਦੀ ਵੈਲਿਊ ਇਹੀ ਆ, ਉਹ ਅਲੱਗ ਕੱਢੀ ਜਾਂਦੀ ਹੈ, ਠੀਕ ਹੈ। ਉਹ ਕਿਵੇਂ ਕੱਢੀ ਜਾਂਦੀ ਆਪਾਂ ਦੇਖਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਆਹ ਫਾਰਮੂਲਾ ਜਿਹੜਾ ਉਹ ਨੋਟ ਕਰ ਲੈਣਾ, ਭਾਵੇਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ। ਇਸ ਫਾਰਮੂਲੇ ਦੇ ਵਿੱਚ ਕੀ ਲਿਖਿਆ ਹੈ, MLA ਦੀ ਵੈਲਿਊ ਦੇ ਵਿੱਚ ਟੋਟਲ ਪੋਪੂਲੇਸ਼ਨ ਆਫ ਦੀ ਸਟੇਟ, ਠੀਕ ਹੈ, ਟੋਟਲ ਪੋਪੂਲੇਸ਼ਨ ਆਫ ਦੀ ਸਟੇਟ ਅਪੋਨ ਟੋਟਲ ਨੰਬਰ ਆਫ ਇਲੈਕਟਡ MLAs ਇਨਟੂ 1/1000, ਠੀਕ ਹੈ ਜੀ। ਯਾਨੀ ਕਿ ਜਿੰਨੀ ਵੀ ਪੋਪੂਲੇਸ਼ਨ ਹੋਊਗੀ ਉਸ ਸਟੇਟ ਦੀ, ਠੀਕ ਹੈ, ਉਹਨੂੰ ਉੱਪਰ ਰੱਖਿਆ ਜਾਊਗਾ। ਅਤੇ ਜਿੰਨੇ ਵੀ ਉਹਦੇ ਵਿੱਚ ਮੈਂਬਰ ਹੋਣਗੇ, ਮੰਨ ਲਓ ਆਪਣੇ ਪੰਜਾਬ ਦੇ ਵਿੱਚ ਕਿੰਨੇ MLA ਜੀ 117, ਇਹਨਾਂ ਨੂੰ ਨੀਚੇ ਰੱਖਣਗੇ। ਮੰਨ ਲਓ ਆਪਣੇ ਪੰਜਾਬ ਦੀ 2 ਕਰੋੜ ਆਬਾਦੀ ਹੈ, ਅਤੇ 2 ਕਰੋੜ ਆਬਾਦੀ ਨੂੰ ਉੱਪਰ ਰੱਖਿਆ ਜਾਊਗਾ। ਅਤੇ ਬਾਅਦ ਫਿਰ ਗੁਣਾ 1/1000 ਕਰਕੇ ਉਹਨੂੰ ਕੱਢ ਕੇ ਜਿਹੜਾ ਵੀ ਵੈਲਿਊ ਆਊਗੀ ਉਹ MLA ਦੀ ਵੋਟ ਦੀ ਵੈਲਿਊ ਆਊਗੀ, ਠੀਕ ਹੈ, MLA ਦੇ ਵੋਟ ਦੀ ਵੈਲਿਊ ਆਊਗੀ। ਇੱਥੇ ਹੁਣ ਇੱਕ ਡਾਊਟ ਪੈਦਾ ਹੁੰਦਾ, ਕਿਹੜਾ ਵੀ ਜਿਹੜੀ ਪੋਪੂਲੇਸ਼ਨ ਹੈ ਉਹ ਕਿਹੜੀ ਗਿਣੀ ਜਾਂਦੀ, ਠੀਕ ਹੈ, ਪੋਪੂਲੇਸ਼ਨ ਕਿਹੜੀ ਗਿਣੀ ਜਾਂਦੀ ਹੈ।
ਤਾਂ ਯਾਦ ਰੱਖਣਾ ਜੀ, ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ, ਯਾਦ ਰੱਖਣਾ। ਆਪਣੀ ਜਿਹੜੀ ਜਨਗਣਨਾ ਹੁੰਦੀ ਹੈ ਉਹ ਆਪਾਂ ਨੂੰ ਪਤਾ ਹਰ 10 ਸਾਲ ਬਾਅਦ ਹੁੰਦੀ ਹੈ, ਬਟ ਆਪਾਂ ਇਲੈਕਸ਼ਨ ਪ੍ਰੋਸੈਸ ਦੇ ਵਿੱਚ, ਰਾਸ਼ਟਰਪਤੀ ਦੇ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਜਿਹੜੀ ਆਪਾਂ ਜਨਗਣਨਾ ਗਿਣਾਂਗੇ, ਜਨਸੰਖਿਆ ਗਿਣਾਂਗੇ, ਪੋਪੂਲੇਸ਼ਨ ਗਿਣਾਂਗੇ, ਉਹ ਕਿਹੜੀ ਗਿਣਾਂਗੇ? 1971 ਵਾਲੀ ਗਿਣਾਂਗੇ। ਠੀਕ ਹੈ, ਠੀਕ ਹੈ ਜੀ, 1971 ਵਾਲੀ ਪੋਪੂਲੇਸ਼ਨ ਗਿਣਾਂਗੇ। ਹੁਣ ਕਈਆਂ ਦੇ ਮਨ 'ਚ ਕੁਐਸਚਨ ਆਉਂਦਾ ਹੋਊਗਾ ਵੀ ਕਿਉਂ 1971 ਵਾਲੀ ਹੀ ਕਿਉਂ ਆਪਾਂ ਗਿਣਦੇ ਹਾਂ? ਹੁਣ ਤਾਂ ਉਦੋਂ ਬਾਅਦ ਤਾਂ 5ਵੀਂ ਵੀ ਆਉਣ ਵਾਲੀ ਹੋ ਗਈ, ਉਦੋਂ ਬਾਅਦ 4 ਜਨਗਣਨਾ ਦੁਬਾਰਾ ਹੋ ਗਈਆਂ, 5ਵੀਂ ਆਪਣੀ ਹੁਣ ਸਿਰ 'ਤੇ ਆ ਜਮਾ, ਹੈ ਨਾ। ਇਹ ਕਿਉਂ ਹੈ? ਦੇਖੋ 1947 ਤੋਂ ਬਾਅਦ ਕੀ ਹੋਇਆ, ਜਦੋਂ ਇੰਡੀਆ ਆਜ਼ਾਦ ਹੋਇਆ, ਸਾਰਿਆਂ ਨੂੰ ਆਜ਼ਾਦੀ ਮਿਲੀ, ਠੀਕ ਹੈ, ਤਾਂ ਕਹਿੰਦੇ ਪੋਪੂਲੇਸ਼ਨ ਇੰਨੀ ਜ਼ਿਆਦਾ ਇਨਕਰੀਜ਼ ਹੋਏਗੀ ਕਿ ਸਰਕਾਰ ਨੂੰ ਕਹਿਣਾ ਪਿਆ ਵੀ ਆਪਣੇ ਕੋਲ ਜਿਹੜਾ ਸਾਜੋ ਸਮਾਨ ਹੈ, ਆਪਣੇ ਕੋਲ ਜਿਹੜੀਆਂ ਚੀਜ਼ਾਂ ਉਹ ਥੋੜ੍ਹੀਆਂ, ਪੋਪੂਲੇਸ਼ਨ ਵਾਲੀ ਹੈ। ਜੇ ਇਸ ਤਰ੍ਹਾਂ ਪੋਪੂਲੇਸ਼ਨ ਵੱਧਦੀ ਗਈ ਤਾਂ ਆਪਣਾ ਇੰਡੀਆ ਜਿਹੜਾ ਉਹ ਕੰਗਾਲ ਹੋ ਜਾਊਗਾ। ਵੀ ਗਲਤ ਗੱਲ ਹੈ, ਵੀ ਪੋਪੂਲੇਸ਼ਨ ਆਪਾਂ ਨੂੰ ਕੀ ਕੰਟਰੋਲ ਕਰਨੀ ਚਾਹੀਦੀ। ਮੁੱਕਦੀ ਗੱਲ ਇਹ ਹੈ। ਤਾਂ ਇੱਥੇ ਨਾਅਰਾ ਵੀ ਲੱਗਿਆ, ਇੱਥੇ ਇਹਨਾਂ ਨੇ, ਸਰਕਾਰ ਨੇ ਕਿਹਾ ਵੀ ਸੀ, ਹਮ ਦੋ ਹਮਾਰੇ ਦੋ, ਠੀਕ ਹੈ, ਹਮ ਦੋ ਹਮਾਰੇ ਦੋ, ਇੱਥੇ ਸਰਕਾਰ ਨੇ ਕਿਹਾ ਵੀ ਸੀ। ਤੇ ਜਿਹੜਾ ਆਹ ਮੈਂ ਟਾਈਮ 1971 ਦਾ ਲਿਖਿਆ, ਇਹ ਕਿਹੜਾ ਟਾਈਮ ਹੈ ਜੀ? ਇੰਦਰਾ ਗਾਂਧੀ ਸਰਕਾਰ ਦਾ ਟਾਈਮ ਹੈ, ਠੀਕ ਹੈ, ਇੰਦਰਾ ਗਾਂਧੀ ਦੀ ਸਰਕਾਰ ਦਾ ਟਾਈਮ ਹੈ। ਇਸ ਵੇਲੇ ਫਿਰ ਇੱਕ ਡਿਸੀਜਨ ਲਿੱਤਾ ਗਿਆ। ਕੀ ਦੇਖੋ ਡਿਸੀਜਨ ਕਿਉਂ ਲਿੱਤਾ? ਦੇਖੋ ਆਪਣਾ ਇੰਡੀਆ, ਤੁਹਾਨੂੰ ਸਾਰਿਆਂ ਨੂੰ ਪਤਾ, ਆਪਣਾ ਇੰਡੀਆ 2 ਹਿੱਸੇ 'ਚ ਵੰਡਿਆ ਜਾਂਦਾ, ਠੀਕ ਹੈ, ਇੱਕ ਤਾਂ ਸਾਊਥ ਇੰਡੀਆ, ਇੱਕ ਨਾਰਥ ਇੰਡੀਆ, ਠੀਕ ਹੈ, ਸਾਊਥ ਇੰਡੀਆ ਤੇ ਨਾਰਥ ਇੰਡੀਆ। ਕਹਿੰਦੇ ਜਦੋਂ ਇਹ ਕਿਹਾ ਗਿਆ ਵੀ ਹਮ ਦੋ ਹਮਾਰੇ ਦੋ, ਇਸ ਗੱਲ ਦਾ, ਠੀਕ ਹੈ, ਜਾਣੀ ਕਿ ਇਸ ਗੱਲ ਨੂੰ ਪੂਰਾ ਕਿਹਨਾਂ ਨੇ ਕੀਤਾ? ਸਾਊਥ ਇੰਡੀਅਨ ਲੋਕਾਂ ਨੇ ਪੂਰਾ ਕੀਤਾ। ਜਾਣੀ ਕਿ ਉਹਨਾਂ ਨੇ ਸਰਕਾਰ ਦੀ ਗੱਲ ਮੰਨੀ ਵੀ ਹਾਂ ਯਾਰ, ਆਪਾਂ ਨੂੰ ਪੋਪੂਲੇਸ਼ਨ ਆਪਣੇ ਇੰਡੀਆ ਦੀ ਜਿਹੜੀ ਆ ਉਹ ਕੰਟਰੋਲ ਕਰਨੀ ਚਾਹੀਦੀ ਹੈ। ਤਾਂ ਇਹਨਾਂ ਨੇ ਬੜਾ ਜ਼ੋਰ ਲਾਇਆ, ਇਹਨਾਂ ਨੇ ਕੰਟਰੋਲ ਕੀਤੀ। ਬਟ ਕੀ ਹੋਇਆ, ਨਾਰਥ ਇੰਡੀਆ ਦੇ ਵਿੱਚ ਜਿਹੜੀ ਪੋਪੂਲੇਸ਼ਨ ਆ ਉਹ ਕੰਟਰੋਲ ਨਹੀਂ ਹੋ ਸਕੀ। ਇਹਨਾਂ ਨੇ ਤਾਂ ਕੰਟਰੋਲ ਕਰ ਲਈ, ਇਹ ਕੰਟਰੋਲ ਨਹੀਂ ਕਰ ਸਕੇ। ਤਾਂ ਜਦੋਂ ਇਲੈਕਸ਼ਨ ਦੀ ਗੱਲ ਆਈ, ਤਾਂ ਇਲੈਕਸ਼ਨ ਜਦੋਂ ਆਈ ਤਾਂ ਇੱਥੇ ਪੈ ਗਿਆ ਚੱਕਰ, ਪੰਗਾ ਪੈ ਗਿਆ। ਕੀ ਪੰਗਾ ਪੈ ਗਿਆ? ਵੀ ਸਾਊਥ ਇੰਡੀਆ ਵਾਲੇ ਲੋਕਾਂ ਨੇ ਪ੍ਰੋਟੈਸਟ ਕੀਤਾ। ਇਹਨਾਂ ਨੇ ਕੀ ਕੀਤਾ? ਇਹ ਕਿਹਾ ਵੀ ਦੇਖੋ ਜੀ, ਅਸੀਂ ਤਾਂ ਤੁਹਾਡੀ ਗੱਲ ਮੰਨ ਕੇ ਪੋਪੂਲੇਸ਼ਨ ਕੰਟਰੋਲ ਕਰ ਲਈ, ਪਰ ਜਿਹੜੇ ਨਾਰਥ ਇੰਡੀਆ ਵਾਲੇ ਆ, ਇਹਨਾਂ ਵਿੱਚ ਪੋਪੂਲੇਸ਼ਨ ਜ਼ਿਆਦਾ ਹੋਣ ਕਰਕੇ ਇਹਨਾਂ ਦੇ ਜਿਹੜੇ MLA ਹੋਣਗੇ, ਉਹਨਾਂ ਦੀ ਵੋਟਿੰਗ ਵੈਲਿਊ ਕੀ ਨਿਕਲੂਗੀ? ਸਾਡੇ MLA ਨਾਲੋਂ ਜ਼ਿਆਦਾ ਨਿਕਲੂਗੀ। ਮੇਰੀ ਗੱਲ ਸਮਝ ਗਏ? ਮੈਂ ਦੁਬਾਰਾ ਬੋਲ ਦਿੰਦਾ, ਜਦੋਂ ਵੋਟਾਂ ਦੀ ਗੱਲ ਆਊਗੀ ਤਾਂ ਜਿੱਥੇ ਪੋਪੂਲੇਸ਼ਨ ਜ਼ਿਆਦਾ ਹੋਊਗੀ ਤਾਂ ਇਟ ਮੀਨਸ ਉੱਥੇ ਉਹਨਾਂ ਦੇ MLA ਦੀ ਵੈਲਿਊ ਕੀ ਹੋਊਗੀ? ਵੋਟਾਂ ਦੀ ਜ਼ਿਆਦਾ ਹੋਊਗੀ। ਤਾਂ ਇਹ ਤਾਂ ਕੰਮ ਗਲਤ ਹੈ, ਠੀਕ ਹੈ। ਤਾਂ ਇਹਨਾਂ ਨੇ ਆਪਦੇ ਆਪ ਨੂੰ ਕੀ ਪ੍ਰੋਟੈਸਟ ਕੀਤਾ। ਸਰਕਾਰ ਨੇ ਗੱਲ ਇਹਨਾਂ ਦੀ ਜਾਇਜ਼ ਮੰਨ ਕੇ, ਸਰਕਾਰ ਨੇ ਫਿਰ ਕੀ ਫੈਸਲਾ ਲਿੱਤਾ ਇਹਨਾਂ 'ਤੇ ਵੀ ਚਾਹੇ ਪੋਪੂਲੇਸ਼ਨ ਹੁਣ ਵਧੂ ਚਾਹੇ ਘਟੂ, ਆਪਾਂ ਪਿਛਲੀ ਪੋਪੂਲੇਸ਼ਨ ਨੂੰ ਕੀ ਕਾਊਂਟ ਕਰਾਂਗੇ। ਤਾਂ ਉਸ ਤੋਂ 1971 ਤੋਂ ਬਾਅਦ ਦੀ ਜਿਹੜੀ ਆਪਾਂ ਗੱਲ ਕਰੀਏ, 1971 ਤੋਂ ਬਾਅਦ, ਠੀਕ ਹੈ, ਵੈਸੇ ਹੁਣ 2020 ਆ ਗਿਆ, 2020 26 30, ਹਾਂ ਹਜੇ ਤੱਕ 10 ਸਾਲ ਤਾਂ ਨਹੀਂ ਇਹਨੂੰ ਚੇਂਜ ਕਰਦੇ। ਦੇਖੋ 1971 ਜਿਹੜਾ ਹੈ, ਇਹ ਭਾਵੇਂ ਤੁਸੀਂ ਜਿਹੜੀ ਹੁਣ ਨਵੀਂ ਜਨਗਣਨਾ ਹੋਊਗੀ 2021 ਵਾਲੀ, ਇਸ 'ਚ ਵੀ ਚੇਂਜ ਨਹੀਂ ਕਰਦੇ ਇਹਦਾ ਪ੍ਰੋਸੈਸ, ਠੀਕ ਹੈ। ਹਜੇ ਤੱਕ ਤਾਂ 1971 ਵਾਲੀ ਹੀ ਦੇਖਣਗੇ, ਠੀਕ ਹੈ, ਪਰ 10 ਸਾਲਾਂ ਬਾਅਦ ਸ਼ਾਇਦ ਇਹ ਚੇਂਜ ਹੋ ਸਕਦੀ ਹੈ ਅਕੋਰਡਿੰਗ ਟੂ ਪੋਪੂਲੇਸ਼ਨ, ਠੀਕ ਹੈ। ਤਾਂ ਫਿਰ ਇਹ ਇਹਨਾਂ ਨੇ ਕੀ ਕੀਤਾ? ਪ੍ਰੋਟੈਸਟ ਕਰਕੇ ਇਹਨਾਂ ਨੇ 1971 ਵਾਲੀ ਜਿਹੜੀ ਜਨਸੰਖਿਆ ਇਹ ਗਿਣਨੀ ਸ਼ੁਰੂ ਕੀਤੀ ਉਸ ਟਾਈਮ ਤੋਂ, ਠੀਕ ਹੈ। ਫਿਰ ਅੱਗੇ ਹੁਣ ਵੋਟਿੰਗ ਵੈਲਿਊ ਨਿਕਲਦੀ ਕਿਵੇਂ ਆਪਾਂ ਦੇਖ ਲਿਆ, ਠੀਕ ਹੈ। MLA ਦੀ ਵੋਟ ਦੀ ਵੈਲਿਊ ਟੋਟਲ MLA ਨੀਚੇ, ਉੱਪਰ ਟੋਟਲ ਪੋਪੂਲੇਸ਼ਨ ਗੁਣਾ 1000 ਕਰ ਦੇਂਗੇ, ਠੀਕ ਹੈ ਜੀ। ਅੱਗੇ ਹੁਣ ਜਿਹੜੀ ਵੈਲਿਊ ਆਊਗੀ ਉਦੋਂ ਫਿਰ MP ਦੀ ਵੈਲਿਊ ਨਿਕਲਦੀ ਹੈ। MP ਦੀ ਵੈਲਿਊ ਕਿਵੇਂ ਨਿਕਲੂਗੀ? ਆਲ MLA ਆਫ ਆਲ ਸਟੇਟ। ਦੇਖੋ ਆਪਣੇ 28 ਸਟੇਟ, 28 ਸਟੇਟਾਂ ਜਿੰਨੇ ਵੀ MLA ਆ, ਦਿੱਲੀ ਪੁਡੂਚੇਰੀ ਨਾਲ ਮਿਲਾ ਕੇ ਜਿੰਨੇ ਵੀ MLA ਸਾਰਿਆਂ ਨੂੰ ਉੱਪਰ ਰੱਖਿਆ ਜਾਊਗਾ, ਅਤੇ ਟੋਟਲ ਨੰਬਰ ਆਫ MPs ਜਿਹੜੇ ਉਹ ਨੀਚੇ ਰੱਖੇ ਜਾਣਗੇ। ਤਾਂ ਇੱਥੋਂ ਜਿਹੜੀ ਵੈਲਿਊ ਆਊਗੀ ਉਹ ਕਿਹੜੀ ਆਊਗੀ? MP ਦੀ ਵੋਟ ਦੀ ਵੈਲਿਊ ਆਊਗੀ। ਸਮਝ ਲੱਗ ਗਈ ਜੀ? ਸੋ ਇਸ ਤੋਂ ਇਲਾਵਾ ਇੱਕ ਗੱਲ ਤੁਸੀਂ ਹੋਰ ਯਾਦ ਰੱਖਣੀ ਇਹਦੇ ਵਿੱਚ, ਕਿਹੜੀ? ਇੱਕ ਹੁੰਦਾ ਕੋਟਾ, ਸਪੈਸ਼ਲ ਕੋਟਾ ਵੀ ਹੁੰਦਾ, ਉਹ ਵੀ ਆਪਾਂ ਇੱਥੇ ਲਿਖ ਹੀ ਲੈਂਦੇ ਹਾਂ। ਕੋਟਾ ਇਹ ਤੁਸੀਂ ਨੋਟ ਕਰ ਲਓ, ਮੈਂ ਇੱਥੇ ਡਰਾ ਨਹੀਂ ਕੀਤਾ। ਦੇਖੋ ਕੋਟੇ ਦਾ ਮਤਲਬ ਕੀ ਹੁੰਦਾ? ਨੰਬਰ ਆਫ, ਤੁਸੀਂ ਲਿਖ ਲਿਓ, ਨੰਬਰ ਆਫ ਵੋਟਸ, ਠੀਕ ਹੈ, ਨੰਬਰ ਆਫ ਵੋਟਸ ਪੋਲਡ, ਠੀਕ ਹੈ, ਅਪੋਨ 2 + 1, ਜਾਣੀ ਕਿ ਜਿੰਨੇ ਵੀ ਆਹ ਵੈਲਿਊ ਨਿਕਲੂਗੀ, ਮੰਨ ਲਓ ਸਾਰਿਆਂ ਦੀ ਟੋਟਲ ਲਾ ਲੂ ਕੇ ਵੈਲਿਊ, ਮੰਨ ਲਓ ਟੋਟਲ 10,000 ਵੋਟ ਬਣ ਗਈ, ਠੀਕ ਹੈ। ਮੰਨ ਲਓ ਟੋਟਲ ਕਿੰਨੀ ਬਣ ਗਈ? 10,000 ਵੋਟ ਬਣ ਗਈ। ਤਾਂ 10,000 ਨੂੰ ਉੱਪਰ ਰੱਖਿਆ ਜਾਊਗਾ, ਨੀਚੇ 2 ਲਾਉਣਗੇ,
ਪਲੱਸ 1 ਲੱਗੂਗਾ। ਆਹ ਮੈਂ ਕੋਟੇ ਦੀ ਗੱਲ ਕਰ ਰਿਹਾ, ਕੋਟਾ ਸਮਝਾ ਰਿਹਾ, ਕੋਟਾ ਕਿਵੇਂ ਨਿਕਲਦਾ ਵੀ ਰਾਸ਼ਟਰਪਤੀ ਚੁਣਿਆ ਕਿਵੇਂ ਜਾਂਦਾ। ਠੀਕ ਹੈ, ਮੰਨ ਲਓ ਟੋਟਲ 10,000 ਵੋਟਾਂ ਪਈਆਂ ਬਟਾ 2 + 1 ਜਾਣੀ ਕਿ ਤਾਂ ਹੁਣ ਰਾਸ਼ਟਰਪਤੀ ਬਣਨ ਵਾਸਤੇ, ਉਹਨੂੰ ਜਿੱਤਣ ਵਾਸਤੇ ਕਿੰਨੀਆਂ ਵੋਟਾਂ ਚਾਹੀਦੀਆਂ ਉਹਨੂੰ? 2,000 ਨੂੰ ਭਾਗ ਕਰਾਂਗੇ 10,000 ਤੇ ਕਿੰਨਾ ਆ ਜਾਊਗਾ? 5,000। ਤਾਂ 5,000 + 1 ਵੋਟ ਜਾਣੀ ਕਿ 5,001 ਜਾਣੀ ਕਿ ਉਹਨੂੰ ਚਾਹੀਦੇ ਆ ਵੋਟਾਂ ਰਾਸ਼ਟਰਪਤੀ ਬਣਨ ਵਾਸਤੇ। ਇਹਨੂੰ ਕਹਿੰਦੇ ਆ ਕੋਟਾ। ਤਾਂ ਕੋਟੇ ਦਾ ਫਾਰਮੂਲਾ ਯਾਦ ਰੱਖਣਾ ਇੰਪੋਰਟੈਂਟ, ਤੁਹਾਨੂੰ ਪੁੱਛਿਆ ਜਾ ਸਕਦਾ। ਠੀਕ ਹੈ ਜੀ। ਇੱਥੇ ਇੱਕ ਚੀਜ਼ ਤੁਹਾਨੂੰ ਮੈਂ ਹੋਰ ਵੀ ਦੱਸ ਦਿੰਦਾ, ਕਿਹੜੀ ਵੀ ਜਿਹੜਾ ਰਾਸ਼ਟਰਪਤੀ ਹੈ ਕੀ ਉਹ ਆਪਾਂ ਵੀ ਰਾਸ਼ਟਰਪਤੀ ਬਣ ਸਕਦੇ ਹਾਂ? ਠੀਕ ਹੈ, ਕੀ ਆਪਾਂ ਰਾਸ਼ਟਰਪਤੀ ਬਣ ਸਕਦੇ ਹਾਂ? ਵੀ ਮੇਰੇ ਕੋਲ ਆਪਾਂ ਜਿਹੜੀ ਆਪਾਂ ਇੱਥੇ ਕੁਆਲੀਫਿਕੇਸ਼ਨ ਦੀ ਗੱਲ ਕੀਤੀ, ਆਪਾਂ ਦੁਬਾਰਾ ਸਲਾਈਡ ਦੇਖਦੇ ਹਾਂ। ਹੁਣ ਦੇਖੋ ਆਪਾਂ ਇੱਥੇ ਕੁਆਲੀਫਿਕੇਸ਼ਨ ਦੀ ਗੱਲ ਕੀਤੀ ਸੀ, ਤਾਂ ਸਿਟੀਜ਼ਨ ਆਫ ਇੰਡੀਆ ਹੋਣਾ ਚਾਹੀਦਾ ਜੀ, 35 ਸਾਲ ਵੀ ਹੋਣਾ ਚਾਹੀਦੀ ਹੈ ਜੀ, ਲੋਕ ਸਭਾ ਮੈਂਬਰ ਵੀ ਹੋਣਾ ਚਾਹੀਦਾ, ਕਿਸੇ ਵੀ ਆਫਿਸ ਤੋਂ ਪ੍ਰੋਫਿਟ ਨਹੀਂ ਲੈ ਸਕਦਾ ਵੀ ਹੋਣਾ ਚਾਹੀਦਾ। ਠੀਕ ਹੈ, ਕੀ ਆਪਾਂ ਆਮ ਬੰਦਾ ਵੀ ਰਾਸ਼ਟਰਪਤੀ ਦੇ ਚੁਣਾਵ ਲੜ ਸਕਦਾ? ਆਨਸਰ ਉਹ ਨਹੀਂ। ਕਿਉਂਕਿ ਰਾਸ਼ਟਰਪਤੀ ਬਣਨ ਵਾਸਤੇ, ਠੀਕ ਹੈ, ਕਿਉਂਕਿ ਰਾਸ਼ਟਰਪਤੀ ਬਣਨ ਵਾਸਤੇ ਤਕਰੀਬਨ 50 ਬੰਦਿਆਂ ਦੀ ਸਹਿਮਤੀ ਚਾਹੀਦੀ ਹੈ। ਠੀਕ ਹੈ, ਜਾਣੀ ਕਿ ਮੈਂ ਇੱਥੇ ਲਿਖ ਦੇਣਾ 50 ਬੰਦੇ ਤਾਂ ਕੀ ਚਾਹੀਦੇ ਆ? ਜਿਹੜੇ ਨੋਮੀਨੇਟ ਕਰਨ, ਹਾਂ ਭਾਈ ਆਹ ਬੰਦਾ ਵਧੀਆ। ਠੀਕ ਹੈ, 50 ਬੰਦੇ ਕੀ ਹੈ? ਨੋਮੀਨੇਟ ਕਰਨ ਵੀ ਹਾਂ ਯਾਰ ਆਹ ਬੰਦੇ ਨੂੰ ਆਪਾਂ ਰਾਸ਼ਟਰਪਤੀ ਬਣਾਉਣਾ ਹੈ। ਜਾਣੀ ਕਿ 50 ਬੰਦੇ ਉਹਦਾ ਪ੍ਰਸਤਾਵ ਰੱਖਣ ਤੇ 50 ਬੰਦੇ ਹਾਮੀ ਭਰਨ। ਠੀਕ ਹੈ, ਦੋਨੇ ਹੈ। ਠੀਕ ਹੈ, 50 ਬੰਦੇ ਕੀ ਕਰਨ? ਉਹਨੂੰ ਨੋਮੀਨੇਟ ਕਰਨ ਤੇ 50 ਬੰਦੇ ਕੀ ਕਰਨ? ਉਹਨੂੰ ਹਾਮੀ ਭਰਨ। ਤਾਂ ਟੋਟਲ 100 ਮੈਂਬਰ ਜਦੋਂ ਇਹ ਚੀਜ਼ਾਂ ਨੂੰ ਕਹਿੰਦਾ ਵੀ ਹਾਂ ਯਾਰ ਆਹ ਬੰਦਾ ਰੱਖਣਾ, ਤਾਂ ਜਾ ਕੇ ਬੰਦਾ ਸ਼ਾਮਿਲ ਹੁੰਦਾ ਰਾਸ਼ਟਰਪਤੀ ਦੀ ਵੋਟਾਂ 'ਚ। ਠੀਕ ਹੈ, ਵੈਸੇ ਤਾਂ ਹੁਣ ਤੁਸੀਂ ਆਪ ਹੀ ਸੋਚ ਲਓ 50 MP ਜਾਂ MLA ਹੋਣੇ, 50 MP ਲਾਓ, ਤੁਸੀਂ MP ਹੁੰਦੇ ਜ਼ਿਆਦਾ, 50 MP ਕਿਸੇ ਬੰਦੇ ਦੇ ਅੰਡਰ ਹੋਣੇ, ਤਾਂ ਉਹ ਜਿਹੜਾ ਹਸਤੀ ਹੋਊਗੀ ਉਹ ਕੋਈ ਛੋਟੀ ਮੋਟੀ ਹਸਤੀ ਨਹੀਂ ਹੋਊਗੀ, ਉਹ ਬਹੁਤ ਵੱਡੀ ਹਸਤੀ ਹੋਊਗੀ ਜਿਹਦੇ ਅੰਡਰ 50 MLA ਜਾਂ 50 MP ਆ। ਠੀਕ ਹੈ, ਸਮਝ ਲੱਗ ਗਈ ਨਾ ਮੇਰੀ ਗੱਲ? ਤਾਂ ਆਮ ਬੰਦਾ ਵੋਟਾਂ 'ਚ ਸ਼ਾਮਿਲ ਨਹੀਂ ਹੋ ਸਕਦਾ, ਇਹ ਨੋਮੀਨੇਟ ਹੁੰਦੇ। ਨੋਮੀਨੇਟ ਕਿਸ ਤਰੀਕੇ ਨਾਲ ਹੁੰਦੇ ਮੈਂ ਤੁਹਾਨੂੰ ਦੱਸਿਆ, 50 ਬੰਦੇ ਤਾਂ ਹੋਣਗੇ ਜਿਹੜੇ ਪ੍ਰਸਤਾਵ ਰੱਖਣਗੇ ਵੀ ਹਾਂ ਜਾਂ ਸਾਨੂੰ ਆਹ ਬੰਦਾ ਚਾਹੀਦਾ। ਠੀਕ ਹੈ, ਇਹਨੂੰ ਆਪਾਂ ਜਿਤਾਈਏ, ਤੇ 50 ਬੰਦੇ ਉਹਦੀ ਹਾਮੀ ਭਰਦੇ ਹੋਣ, ਤਾਂ 100 ਬੰਦਾ ਤਕਰੀਬਨ ਚਾਹੀਦਾ। ਫੇਰ ਜਾ ਕੇ ਕੀਤੀ ਹੋਊਗੀ ਇਹ ਨੋਮੀਨੇਟ ਹੋ ਸਕਦਾ ਰਾਸ਼ਟਰਪਤੀ ਦੀ ਚੁਣਾਵ ਵਾਸਤੇ। ਸਮਝ ਲੱਗ ਗਈ ਨਾ ਗੱਲ? ਤੇ ਉਸ ਤੋਂ ਬਾਅਦ ਇੱਕ ਗੱਲ ਹੋਰ ਇੱਥੇ ਯਾਦ ਰੱਖਣੀ, ਕਿਹੜੀ ਵੀ ਰਾਸ਼ਟਰਪਤੀ ਦੀ ਚੁਣਾਵ ਦਾ ਪ੍ਰੋਸੈਸ ਸ਼ੁਰੂ ਹੁੰਦਾ। ਠੀਕ ਹੈ, ਤਾਂ ਉਹਨਾਂ ਨੂੰ RBI ਦੇ ਵਿੱਚ 15,000 ਰੁਪਏ ਜਮ੍ਹਾਂ ਕਰਾਉਣਾ ਪੈਂਦਾ। ਠੀਕ ਹੈ, RBI ਦੇ ਵਿੱਚ ਇਲੈਕਸ਼ਨ ਵੇਲੇ ਕੀ ਹੈ 15,000 ਰੁਪਇਆ ਜਮ੍ਹਾਂ ਕਰਾਉਣਾ ਪੈਂਦਾ। ਇਹ 15,000 ਕੀ ਹੁੰਦਾ? ਇਹ ਹੁੰਦੀ ਹੈ ਸਿਕਿਉਰਿਟੀ। ਇਹ ਹੁਣ ਸਿਕਿਉਰਿਟੀ ਕੀ ਹੁੰਦੀ ਹੈ ਇਹ ਵੀ ਤੁਹਾਨੂੰ ਇੱਥੇ ਦੱਸ ਹੀ ਦੇਵਾਂ। ਪਹਿਲਾਂ ਦੇਖੋ, ਆਪਾਂ ਨੂੰ ਪਤਾ ਲੱਗ ਗਿਆ ਵੀ 100 ਬੰਦਿਆਂ ਦੀ ਸਹਿਮਤੀ ਤੋਂ ਬਾਅਦ ਇੱਕ ਬੰਦਾ ਭਾਈ ਵੋਟ ਪਾਉਣ ਗਿਆ ਰਾਸ਼ਟਰਪਤੀ ਦੀ। ਚਲੋ ਜੀ, ਬੰਦਾ ਖੜਾ ਹੋ ਗਿਆ। ਠੀਕ ਹੈ, ਹੁਣ ਕੀ ਹੋਇਆ, ਜੇ ਇਸ ਪਰਸਨ ਨੂੰ ਮੰਨ ਲਓ ਇਹਦਾ ਨਾਮ ਕੁਝ ਵੀ ਲਾ ਲਓ, ਮੰਨ ਲਓ ਇਹਦਾ ਬੰਦਾ ਦਾ ਨਾਮ ਸੀਗਾ ਰਾਮ, ਮੰਨ ਲਓ ਰਾਮ ਨੂੰ ਸਿਲੈਕਟ ਕਰ ਲਵੇ ਭਾਈ ਤੂੰ ਚੋਣਾਂ 'ਚ ਖੜਾ ਹੋ ਜਾ, 15,000 ਭਰ ਕੇ ਆ ਜਾ, ਭੱਜ ਕੇ ਜਾ। ਠੀਕ ਹੈ, ਭਰਿਆ ਭਾਈ ਪੈਸੇ। ਪਰ ਜੇ ਇਹਨੂੰ ਟੋਟਲ ਵੈਲਿਡ ਵੋਟਸ ਦਾ, ਮੈਂ ਇੱਥੇ ਲਿਖ ਦੇਣਾ, ਜੇ ਇਹਨੂੰ ਟੋਟਲ ਵੈਲਿਡ ਵੋਟਸ ਦਾ 1/6ਵਾਂ ਹਿੱਸਾ ਵੋਟ ਵੀ ਨਹੀਂ ਪੈਂਦੀ। ਠੀਕ ਹੈ, ਮੈਂ ਦੁਬਾਰਾ ਬੋਲ ਦੇਣਾ, ਟੋਟਲ ਜਿੰਨੇ ਵੀ ਵੈਲਿਡ ਵੋਟਸ ਹੈਗੇ ਆ, ਠੀਕ ਹੈ, ਉਹਨਾਂ ਦਾ 1/6ਵਾਂ ਹਿੱਸਾ ਵੀ ਵੋਟ ਨੂੰ ਨਹੀਂ ਪੈਂਦੀ, ਤਾਂ ਸਾਰੇ ਦੇ ਸਾਰੇ ਪੈਸੇ ਉਹਦੇ RBI ਕੀ ਕਰ ਲੂਗਾ? ਜ਼ਬਤ ਕਰ ਲੂਗਾ, ਯਾਨੀ ਕਿ ਸਿੱਧਾ RBI ਦੇ ਪ੍ਰੋਫਿਟ 'ਚ ਚਲੇ ਜਾਣਗੇ। ਠੀਕ ਹੈ, ਜੇ ਉਹਨੂੰ ਇਹ ਤੋਂ ਵੱਧ ਪੈਂਦੀ ਹੈ ਤਾਂ ਇਹ ਉਹਦੇ ਫਿਰ ਸਿਕਿਉਰਿਟੀ ਹੈ, ਉਹ ਜਾਂਦਾ ਭਾਈ ਸਿਕਿਉਰਿਟੀ ਮਿਲਾ ਕੇ ਲੈ ਕੇ ਜਾ ਸਕਦਾ। ਸਮਝ ਲੱਗ ਗਈ ਨਾ ਮੇਰੀ ਗੱਲ? ਤਾਂ ਆਹ ਚੀਜ਼ ਯਾਦ ਰੱਖਣੀ, 1/6 ਹੋਣੀਆਂ ਚਾਹੀਦੀਆਂ ਵੋਟਾਂ ਜ਼ਰੂਰੀ ਹੈ, ਯਾਨੀ ਕਿ ਮਿਨੀਮਮ ਵੋਟਾਂ ਉਹਨੂੰ ਜ਼ਰੂਰੀ ਹੈ ਰਾਸ਼ਟਰਪਤੀ ਵਾਸਤੇ। ਠੀਕ ਹੈ, ਅੱਗੇ ਹੁਣ ਆਪਾਂ ਦੇਖਦੇ ਹਾਂ ਇਲੈਕਸ਼ਨ ਪ੍ਰੋਸੈਸ ਕਿਵੇਂ। ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਇਹ, ਇਹਨੂੰ ਕੀ ਕਹਿੰਦੇ ਆਪਾਂ? ਸਿੰਗਲ ਟਰਾਂਸਫਰੇਬਲ ਵੋਟ ਕਹਿੰਦੇ ਹਾਂ। ਸਿੰਗਲ ਟਰਾਂਸਫਰੇਬਲ ਵੋਟ ਹੈ, ਕਾਹਦੇ ਤੇ ਹੁੰਦੀ ਹੈ? ਬੈਲਟ ਪੇਪਰ। ਬੈਲਟ ਪੇਪਰ ਕੀ ਹੁੰਦਾ? ਜਿਹੜਾ ਮੈਂ ਇੱਥੇ ਬਣਾ ਰੱਖਿਆ ਆਹ ਬੈਲਟ ਪੇਪਰ ਹੀ ਹੁੰਦਾ ਜੀ। ਇਸੇ ਤਰ੍ਹਾਂ ਮਿਲਦਾ ਸਾਰਿਆਂ ਨੂੰ, ਜਿਹੜੇ ਉੱਥੇ MLA MP ਬੈਠੇ ਆ ਉਹਨਾਂ ਨੂੰ ਸਾਰਿਆਂ ਨੂੰ ਇਸ ਤਰ੍ਹਾਂ ਹੀ ਪਰਚੀ ਮਿਲਦੀ ਹੈ। ਪਰਚੀ ਨੂੰ ਆਪਾਂ ਬੈਲਟ ਪੇਪਰ ਕਹਿੰਦੇ ਆ, ਇਸ ਤਰ੍ਹਾਂ ਦੀ ਬਣੀ ਹੁੰਦੀ ਹੈ। ਠੀਕ ਹੈ, ਤੇ ਸਪੈਸ਼ਲੀ ਕੋਟਾ ਹੁੰਦਾ। ਕੋਟਾ ਤੁਹਾਨੂੰ ਮੈਂ ਵੈਸੇ ਦੱਸ ਹੀ ਦਿੱਤਾ ਪਿੱਛੇ, ਆਪਾਂ ਇੱਥੇ ਵੀ ਦੁਬਾਰਾ ਦੇਖ ਰਹੇ, ਚਲੋ ਕੋਈ ਗੱਲ ਨਹੀਂ, ਇੱਥੇ ਮੈਂ ਲਿਖ ਹੀ ਦੇਣਾ ਤਾਂ ਕਿ ਤੁਹਾਨੂੰ ਸੌਖਾ ਸਮਝ ਲੱਗ ਜੇ। ਮੰਨ ਲਓ ਆਪਾਂ ਤੁਹਾਨੂੰ ਮੈਂ ਐਗਜ਼ਾਮਪਲ ਦੇ ਕੇ ਸਮਝਾਊਂਗਾ। ਮੰਨ ਲਓ ਟੋਟਲ ਵੋਟਾਂ ਆਪਾਂ ਕਿੰਨੀਆਂ ਜੀ? 5,000 ਆ। ਠੀਕ ਹੈ, ਤਾਂ 5,000/2 ਕਰਾਂਗੇ +1 ਕਰਾਂਗੇ। ਆਪਾਂ ਪਿੱਛੇ ਪੜ੍ਹਿਆ ਸੀ ਨਾ ਫਾਰਮੂਲਾ ਕੋਟੇ ਦਾ, ਤਾਂ ਕਿੰਨਾ ਹੋ ਗਿਆ? 2,500
1 ਵੋਟ ਚਾਹੀਦੀ ਹੈ ਰਾਸ਼ਟਰਪਤੀ ਨੂੰ ਜਿੱਤਣ ਵਾਸਤੇ, ਠੀਕ ਹੈ। 2501 ਵੋਟ ਚਾਹੀਦੀ ਹੈ ਰਾਸ਼ਟਰਪਤੀ ਨੂੰ ਬਣਨ ਵਾਸਤੇ। ਤਾਂ ਹੁਣ ਆਪਾਂ ਦੇਖਾਂਗੇ ਵੀ ਇਹ ਸਿੰਗਲ ਟਰਾਂਸਫਰੇਬਲ VOTING ਕੀ ਹੁੰਦੀ ਹੈ, ਕੀ ਸਿਸਟਮ ਹੁੰਦਾ, ਕਿਹੜੇ ਤਰੀਕੇ ਨਾਲ ਜਿਹੜੀ ਹੈ ਚੁਣਾਵ ਹੋਈ ਹੁੰਦੀ ਹੈ ਰਾਸ਼ਟਰਪਤੀ ਦੀ। ਧਿਆਨ ਨਾਲ ਸਮਝੋ ਕੀ ਹੈ। ਆਹ ਮੈਂ 4 ਬੰਦੇ ਲਿਖਤੇ ਜੀ ਜਿਹੜੇ ਨੋਮੀਨੇਟ ਹੋ ਕੇ ਆਏ ਸੀਗੇ ਸਰਕਾਰ ਦੁਆਰਾ ਜਾਂ MP MLA ਦੁਆਰਾ। ਰਾਮ ਸ਼ਾਮ ਨੇਹਾ ਪੱਪੂ, ਠੀਕ ਹੈ। ਚਲੋ ਦੱਸੋ ਕਿਹਨੂੰ ਜਿਤਾਈਏ, ਆਪਾਂ ਕਿਹਨੂੰ ਜਿਤਾਈਏ ਦੱਸੋ। ਚਲੋ ਆਪਾਂ ਜਿਤਾਉਂਦੇ ਜੀ ਪੱਪੂ ਨੂੰ ਜਿਤਾਉਂਦੇ, ਚਲੋ ਠੀਕ ਹੈ। ਦੇਖੋ ਧਿਆਨ ਨਾਲ ਸਮਝਿਓ ਜੀ, ਠੀਕ ਹੈ। ਮੰਨ ਲਓ ਜਿਹੜਾ ਰਾਮ ਸੀਗਾ, ਦੇਖੋ ਪ੍ਰੈਫਰੈਂਸ ਦੇ ਆਧਾਰ 'ਤੇ ਵੋਟ ਪੈਂਦੀ ਸੀ, ਪਹਿਲਾਂ ਲਿਖਦਾ, ਠੀਕ ਹੈ। ਪ੍ਰੈਫਰੈਂਸ ਦੇ ਆਧਾਰ 'ਤੇ ਵੋਟ ਪੈਂਦੀ ਹੈ, ਠੀਕ ਹੈ। ਇਹ ਮੈਂ ਤੁਹਾਨੂੰ ਹੌਲੀ ਹੌਲੀ ਸਮਝਾਉਂਦਾ ਕੀ ਹੈ, ਦੇਖੋ ਧਿਆਨ ਨਾਲ। ਮੰਨ ਲਓ ਮੇਰੇ ਕੋਲ ਪਰਚੀ ਆਈ, ਆਹ ਬੈਲਟ ਪੇਪਰ ਆਇਆ, 4 ਬੰਦੇ ਸੀਗੇ ਜਿਹੜੇ ਰਾਸ਼ਟਰਪਤੀ ਦੇ ਚੁਣਾਵ ਵਾਸਤੇ ਖੜੇ ਹੋਏ ਸੀ। 4 ਬੰਦਿਆਂ ਨੂੰ ਮੈਂ ਪ੍ਰੈਫਰੈਂਸ ਦੇਣੀ ਹੈ। ਪ੍ਰੈਫਰੈਂਸ ਕਿਵੇਂ ਦੇਣੀ ਹੈ ਵੀ ਜੀ, ਜਿਹੜਾ ਰਾਮ ਹੈ ਮੈਂ ਚਾਹੁੰਦਾ ਇਹ ਦੂਜੇ ਨੰਬਰ 'ਤੇ ਰਾਸ਼ਟਰਪਤੀ ਬਣੇ, ਯਾਨੀ ਕਿ ਮੇਰੀ ਜਿਹੜੀ ਪਹਿਲੀ ਚੋਇਸ ਹੈ ਉਹ ਕਿਹੜੀ ਹੈ, ਸ਼ਾਮ ਹੈ, ਠੀਕ ਹੈ। ਮੇਰੀ ਪਹਿਲੀ ਪ੍ਰੈਫਰੈਂਸ ਕਿਹੜੀ ਹੈ ਰਾਸ਼ਟਰਪਤੀ ਬਣਵਾਉਣ ਵਾਸਤੇ, ਸ਼ਾਮ ਹੈ। ਦੂਸਰੀ ਜਿਹੜੀ ਹੈ ਮੇਰਾ ਪਸੰਦੀਦਾ ਕੈਂਡੀਡੇਟ ਉਹ ਕਿਹੜਾ ਹੈ, ਰਾਮ ਹੈ। ਤੀਸਰੀ ਹੈਗੀ ਹੈ ਨੇਹਾ, ਅਤੇ ਚੌਥਾ ਹੈਗਾ ਪੱਪੂ, ਠੀਕ ਹੈ। ਮੈਂ ਪ੍ਰੈਫਰੈਂਸ ਦੇਤੀ, ਜਾਣੀ ਕਿ ਮੈਂ ਇੱਕ ਨੂੰ ਵੋਟ ਨਹੀਂ ਪਾਈ, ਮੈਂ ਪਾਈ ਤਾਂ 4 ਨੂੰ ਹੀ ਹੈ, ਪਰ ਮੈਂ ਪ੍ਰੈਫਰੈਂਸ ਦੇਤੀ ਵੀ ਪਹਿਲੇ ਤੇ ਸ਼ਾਮ ਬਣੂਗਾ ਤਾਂ ਠੀਕ ਹੈ, ਨਹੀਂ ਫਿਰ ਰਾਮ ਬਣਾ ਦਿਓ, ਜੇ ਰਾਮ ਨਹੀਂ ਬਣਦਾ ਤਾਂ ਨੇਹਾ ਬਣਾ ਦਿਓ, ਜੇ ਨੇਹਾ ਨਹੀਂ ਬਣਦੀ ਤਾਂ ਭਾਈ ਪੱਪੂ ਤਾਂ ਬਣਾਈ ਦਿਓ, ਚਲੋ ਠੀਕ ਹੈ। ਤਾਂ ਇਸ ਤਰ੍ਹਾਂ ਕਰਕੇ ਜਿੰਨੇ ਵੀ MLA MP ਉਹ ਸਾਰੇ ਆਪਦੀ ਪ੍ਰੈਫਰੈਂਸਾਂ ਦਿੰਦੇ ਆ। ਸਮਝ ਲੱਗ ਗਈ ਗੱਲ, ਸਾਰੇ ਕੀ ਕਰਦੇ ਆ, ਆਪਦੀ ਪ੍ਰੈਫਰੈਂਸ ਦਿੰਦੇ ਆ। ਤਾਂ ਹੁਣ ਆਪਾਂ ਇੱਥੇ ਟੋਟਲ ਲਾ ਲੈਂਦੇ ਹਾਂ ਵੀ ਸਾਰਿਆਂ ਨੇ ਪ੍ਰੈਫਰੈਂਸ ਕਿਵੇਂ ਕਿਵੇਂ ਦਿੱਤੀ। ਤਾਂ ਮੰਨ ਲਓ ਰਾਮ ਨੂੰ ਜਿਹੜੀਆਂ ਵੋਟਾਂ ਪਈਆਂ ਟੋਟਲ ਕਿੰਨੀਆਂ ਪਈਆਂ, 1300 ਵੋਟਾਂ ਪਈਆਂ। ਸ਼ਾਮ ਨੂੰ ਟੋਟਲ ਵੋਟਾਂ ਕਿੰਨੀਆਂ ਪੈ ਗਈਆਂ ਜੀ, 1000 ਵੋਟਾਂ ਪੈ ਗਈਆਂ, ਠੀਕ ਹੈ। ਨੇਹਾ ਨੂੰ ਟੋਟਲ ਵੋਟਾਂ ਕਿੰਨੀਆਂ ਪਈਆਂ, 1200 ਵੋਟਾਂ ਪਈਆਂ, ਠੀਕ ਹੈ। ਨੇਹਾ ਨੂੰ ਕਿੰਨੀਆਂ ਪੈ ਗਈਆਂ ਟੋਟਲ 1200 ਵੋਟਾਂ। ਅਤੇ ਜਿਹੜਾ ਪੱਪੂ ਜੀ ਰਹਿ ਗਏ ਇਹਨਾਂ ਨੂੰ ਵੋਟਾਂ ਪੈ ਗਈਆਂ 1500, ਯਾਨੀ ਕਿ ਟੋਟਲ ਆਪਣਾ 5000 ਹੋ ਗਿਆ, ਠੀਕ ਹੈ। ਹੁਣ ਜਿਹੜਾ ਆਹ 1300, 1000, 1200, 1500 ਇਹ ਮੈਂ ਕਿਸ ਤਰ੍ਹਾਂ ਲਿਖਿਆ, ਇਹ ਮੈਂ ਉਹ ਗਿਣਤੀ ਲਿਖੀ ਹੈ ਜਿਨ੍ਹਾਂ ਵਿੱਚ ਉਸ ਪਰਸਨ ਨੂੰ ਪਹਿਲੀ ਪ੍ਰੈਫਰੈਂਸ ਮਿਲੀ ਹੈ। ਯਾਨੀ ਕਿ ਰਾਮ ਨੂੰ ਜਿਹੜੀ ਪਹਿਲੀ ਪ੍ਰੈਫਰੈਂਸ ਮਿਲੀ ਸੀ ਉਹ ਕਿੰਨੇ ਜਣਿਆਂ ਨੇ ਦਿੱਤੀ ਹੈ, ਪਹਿਲੀ ਪ੍ਰੈਫਰੈਂਸ 1300 ਜਣਿਆਂ ਨੂੰ। ਸ਼ਾਮ ਨੂੰ ਪਹਿਲੀ ਪ੍ਰੈਫਰੈਂਸ ਮਿਲੀ ਹੈ 1000 ਬੰਦੇ ਤੋਂ। ਨੇਹਾ ਨੂੰ ਪ੍ਰੈਫਰੈਂਸ ਮਿਲੀ ਹੈ ਪਹਿਲੀ 1200, ਅਤੇ 1500 ਪ੍ਰੈਫਰੈਂਸ ਮਿਲੀ ਹੈ ਪੱਪੂ ਨੂੰ। ਇਹ ਪਹਿਲੀ ਪ੍ਰੈਫਰੈਂਸ ਹੈ, ਠੀਕ ਹੈ। ਸਮਝ ਲੱਗੀ ਨਾ ਗੱਲ। ਚਲੋ ਜੀ ਹੁਣ ਸਿੰਗਲ ਟਰਾਂਸਫਰੇਬਲ ਸਮਝਾਂਗੇ ਆਪਾਂ ਕਿਵੇਂ। ਹੁਣ ਦੇਖੋ ਸਭ ਤੋਂ ਘੱਟ ਪ੍ਰੈਫਰੈਂਸ ਕਿਹਨੂੰ ਮਿਲੀ ਹੈ ਜੀ, ਸ਼ਾਮ ਨੂੰ ਮਿਲੀ ਹੈ। ਸਭ ਤੋਂ ਘੱਟ ਪ੍ਰੈਫਰੈਂਸ ਕਿਹਨੂੰ ਮਿਲੀ ਹੈ, ਸ਼ਾਮ ਨੂੰ। ਤਾਂ ਹੁਣ ਦੇਖੋ ਕੀ ਹੁੰਦਾ, ਇਹ ਤਿੰਨੇ ਕਹਿਣਗੇ ਵੀ ਭਾਈ ਤੂੰ ਤਾਂ ਰਾਸ਼ਟਰਪਤੀ ਬਣ ਨਹੀਂ ਸਕਦਾ, ਸਾਡੀਆਂ ਵੋਟਾਂ ਤੇਰੇ ਨਾਲੋਂ ਵੱਧ ਹੈ, ਤੂੰ ਭਾਈ ਚੱਲ ਬਾਹਰ, ਠੀਕ ਹੈ, ਕਿਉਂਕਿ ਤੇਰੀਆਂ ਵੋਟਾਂ ਘੱਟ ਹੈ, ਤੂੰ ਆਪਦੀਆਂ ਵੋਟਾਂ ਕੀ ਕਰ ਸਾਨੂੰ ਦੇ ਦੇ। ਹੁਣ ਦੇਖੋ ਆਹ ਜਿਹੜੀਆਂ 1000 ਵੋਟਾਂ ਸੀਗੀਆਂ, ਤਾਂ 1000 ਨੂੰ ਆਪਾਂ ਜੇ 3 ਹਿੱਸਿਆਂ 'ਚ ਵੰਡਾਂਗੇ ਤਾਂ 333 333 ਅਤੇ 333 ਆਉਣਗੀਆਂ, ਠੀਕ ਹੈ। ਸਾਰਿਆਂ ਦੇ ਕੋਲੇ ਕਿੰਨੀਆਂ ਵੋਟਾਂ ਆਉਣਗੀਆਂ, 333 333। ਤਾਂ ਸਾਰਿਆਂ 'ਚ 333 ਕੀ ਹੈ ਹੋਰ ਐਡ ਕਰ ਦਿਓ, ਠੀਕ ਹੈ। ਇਹ ਮੈਂ ਕਿਉਂ ਐਡ ਕੀਤੀ ਹੈ, ਕਿਉਂਕਿ ਜਿਹੜੀ ਸ਼ਾਮ ਨੂੰ ਪ੍ਰੈਫਰੈਂਸ ਮਿਲੀ ਸੀ ਪਹਿਲੀ ਮਿਲੀ ਸੀ, ਪਰ ਸ਼ਾਮ ਤੋਂ ਬਾਅਦ ਕਿਸੇ ਨਾ ਕਿਸੇ ਨੇ ਤਾਂ ਪ੍ਰੈਫਰੈਂਸ ਰਾਮ ਨੂੰ ਵੀ ਦਿੱਤੀ ਹੋਊਗੀ, ਨੇਹਾ ਨੂੰ ਵੀ ਦਿੱਤੀ ਹੋਊਗੀ, ਪੱਪੂ ਨੂੰ ਵੀ ਦਿੱਤੀ ਹੋਊਗੀ। ਪ੍ਰੈਫਰੈਂਸ ਤਾਂ ਮਿਲੀ ਸੀ ਨਾ, ਤਾਂ ਜਿਹੜੀਆਂ ਵੋਟਾਂ ਸ਼ਾਮ ਕੋਲ ਆਈਆਂ ਸੀ ਉਹ ਸਾਰੀਆਂ ਫਿਰ ਤਿੰਨਾਂ 'ਚ ਡਿਵਾਈਡ ਹੋ ਗਈਆਂ, ਠੀਕ ਹੈ। ਹੁਣ ਅੱਗੇ ਹੁਣ ਰਾਮ ਦੀਆਂ ਵੋਟਾਂ ਟੋਟਲ ਕਿੰਨੀਆਂ ਹੋ ਗਈਆਂ, ਦੇਖੋ ਆਪਾਂ ਉੱਕਾ ਬੁੱਕਾ ਲਿਖ ਲੈਂਦੇ ਹਾਂ, ਠੀਕ ਹੈ। ਟੋਟਲ ਕਿੰਨੀਆਂ ਹੋ ਗਈਆਂ, 1600 ਹੋ ਗਈਆਂ। ਮੈਂ ਦੇਖੋ ਉੱਕਾ ਬੁੱਕਾ ਲਿਖਤਾ, ਮੈਂ 33 ਨਹੀਂ ਲਿਖ ਰਿਹਾ, ਠੀਕ ਹੈ। ਉੱਕਾ ਬੁੱਕਾ ਆਪਾਂ 300 ਹੀ ਲਾ ਕੇ ਚੱਲਦੇ ਹਾਂ। ਰਾਮ ਦੀਆਂ ਵੋਟਾਂ ਕਿੰਨੀਆਂ ਹੋ ਗਈਆਂ, 1600 ਹੋ ਗਈਆਂ ਜੀ। ਨੇਹਾ ਵਿੱਚੋਂ 300 ਜੋੜੋ 1200 ਵਿੱਚ ਕਿੰਨੀਆਂ ਹੋ ਜਾਣਗੀਆਂ, 1500। ਅਤੇ ਪੱਪੂ ਦੀਆਂ ਵੋਟਾਂ ਕਿੰਨੀਆਂ ਹੋ ਗਈਆਂ ਟੋਟਲ, 1800 ਹੋ ਗਈਆਂ ਸੈਕਿੰਡ ਟਾਈਮ, ਠੀਕ ਹੈ। ਇਹ ਸੈਕਿੰਡ ਟਾਈਮ ਦੀ ਗੱਲ ਕੀਤੀ ਹੈ। ਹੁਣ ਦੇਖੋ ਰਾਮ ਕੋਲ 1600, ਇਹਦੇ ਕੋਲ 1500, ਇਹਦੇ ਕੋਲ 1800, ਠੀਕ ਹੈ। ਹੁਣ ਫਿਰ ਇੱਥੇ ਦੇਖਣਗੇ ਆਪਸ 'ਚ ਇਹਨਾਂ ਦਾ ਚੱਲੂਗਾ ਜੀ ਮੁਕਾਬਲਾ। ਇੱਥੇ ਹੁਣ ਕੀ ਹੈ ਵੀ ਨੇਹਾ ਘਟ ਗਈ ਜੀ, ਹਾਂਜੀ। ਨੇਹਾ ਜੀ ਨੂੰ ਕਹਿਣਗੇ ਭਾਈ ਨੇਹਾ ਤੇਰੀਆਂ ਵੋਟਾਂ ਜਿਹੜੀਆਂ ਘੱਟ ਹੈ, ਤੂੰ ਲੱਗਦਾ ਨਹੀਂ ਰਾਸ਼ਟਰਪਤੀ ਬਣੇਗੀ, ਚੱਲ ਬਾਹਰ, ਠੀਕ ਹੈ। ਤਾਂ ਹੁਣ ਜਿਹੜੀਆਂ 1500 ਵੋਟਾਂ ਦੇਖੋ, ਇਹ 1500 ਵੋਟਾਂ ਕਿੰਨਾ ਦੋ ਬੰਦੇ 'ਚ ਵੰਡੀਆਂ ਜਾਣਗੀਆਂ, ਰਾਮ ਅਤੇ ਪੱਪੂ ਦੇ ਵਿੱਚ ਵੰਡੀਆਂ ਜਾਣਗੀਆਂ। ਤਾਂ 1500 ਦਾ ਅੱਧ ਕਿੰਨਾ ਹੋ ਗਿਆ, 750, 750, ਠੀਕ ਹੈ। ਚਲੋ 700 ਹੀ ਲਾ ਕੇ ਚੱਲਦੇ ਹਾਂ ਆਪਾਂ। 1600 'ਚ 700 ਜੋੜੋ
ਤੇ 1800 'ਚ ਆਪਾਂ 700 ਜੋੜਦੇ ਆਪਾਂ 700 ਹੀ ਮੰਨ ਕੇ ਚੱਲਦੇ ਹਾਂ। ਠੀਕ ਹੈ, ਚਲੋ 0 0 7 7 14 ਤੇ 1 15। ਠੀਕ ਹੈ, ਫਿਰ ਅੱਗੇ 2 2500। ਠੀਕ ਹੈ, ਇਹ ਕਿੰਨਾ 0 0 6 6 12 ਤੇ 1 13। ਠੀਕ ਹੈ, ਤੇ ਫਿਰ ਆਹ 2 2300। ਦੇਖੋ ਆ ਵੈਸੇ ਤਾਂ ਆਪਾਂ 750 ਬੰਦਾ ਸੀ, ਅੱਧ 50 ਵੋਟਾਂ ਹੋਰ ਲਾ ਲਓ ਇੱਥੇ, ਇਹਦੀਆਂ ਬਣ ਗਿਆ 2350 ਵੋਟਾਂ, ਇਹਦੀਆਂ ਬਣ ਗਿਆ 2500 ਵੋਟਾਂ। ਤਾਂ ਰਾਸ਼ਟਰਪਤੀ ਬਣਨ ਵਾਸਤੇ ਆਪਾਂ ਨੂੰ ਕੋਟਾ ਕਿੰਨਾ ਚਾਹੀਦਾ ਸੀਗਾ ਜੀ 2501 ਚਾਹੀਦਾ ਸੀ, ਬਟ ਆਪਣੇ ਪੱਪੂ ਜੀ ਨੂੰ ਕਿੰਨੀਆਂ ਵੋਟਾਂ ਮਿਲ ਗਈਆਂ 2550 ਵੋਟਾਂ ਮਿਲ ਗਈਆਂ। ਤਾਂ ਇਹ ਕੀ ਬਣ ਗਿਆ ਆਪਣਾ ਰਾਸ਼ਟਰਪਤੀ ਬਣ ਗਿਆ। ਤਾਂ ਇਹ ਪ੍ਰੋਸੈਸ ਹੁੰਦਾ ਹੈ ਸਿੰਗਲ ਟਰਾਂਸਫਰੇਬਲ ਵੋਟਿੰਗ ਦਾ। ਸਮਝ ਲੱਗ ਗਈ ਗੱਲ? ਬੜੇ ਧਿਆਨ ਨਾਲ ਸਮਝਿਓ, ਜੇ ਤੁਹਾਨੂੰ ਨਹੀਂ ਸਮਝ ਲੱਗਿਆ ਤਾਂ ਤੁਸੀਂ ਬੈਕ ਕਰਕੇ ਦੁਬਾਰਾ ਸਮਝੋ, ਤੁਹਾਨੂੰ ਸਮਝ ਲੱਗ ਜਾਊਗਾ। ਇਹਨੂੰ ਕਹਿੰਦੇ ਸਿੰਗਲ ਟਰਾਂਸਫਰੇਬਲ ਵੋਟਿੰਗ ਸਿਸਟਮ। ਠੀਕ ਹੈ ਜੀ। ਸੋ ਨੈਕਸਟ ਅੱਗੇ ਆਪਾਂ ਹੁਣ ਗੱਲ ਕਰਾਂਗੇ ਇਹਦੀ ਓਥ। ਦੇਖੋ ਓਥ ਕੀ ਹੁੰਦੀ ਹੈ ਜੀ। ਦੇਖੋ ਹੁਣ ਰਾਸ਼ਟਰਪਤੀ ਬਣ ਗਿਆ, ਹੁਣ ਰਾਸ਼ਟਰਪਤੀ ਇਹ ਤਾਂ ਹੈ ਨਹੀਂ ਵੀ ਭਾਈ ਜੇ ਤੂੰ ਜਿੱਤ ਗਿਆ ਤਾਂ ਭਾਈ ਚਲੋ ਜੀ ਅਗਲੇ ਦਿਨ ਸੁਬਾਹ ਜਾ ਕੇ ਕੁਰਸੀ 'ਤੇ ਬਹਿ ਜਾਊਗਾ ਰਾਸ਼ਟਰਪਤੀ ਦੀ, ਨਹੀਂ। ਤਾਂ ਉਹਨੂੰ ਕੀ ਹੈ ਸਹੁੰ ਚੁਕਾਉਣੀ, ਜਾਣੀ ਕਿ ਉਹ ਸਹੁੰ ਚੁੱਕੂਗਾ। ਸਹੁੰ ਕੌਣ ਚੁਕਾਊਗਾ ਉਹਨੂੰ? ਚੀਫ ਜਸਟਿਸ ਆਫ ਇੰਡੀਆ। ਠੀਕ ਹੈ, ਕੌਣ ਚੁਕਾਊਗਾ ਸਹੁੰ? ਹਮੇਸ਼ਾ ਚੀਫ ਜਸਟਿਸ ਆਫ ਇੰਡੀਆ। ਜੇ ਚੀਫ ਜਸਟਿਸ ਆਫ ਇੰਡੀਆ ਨਹੀਂ ਹੈਗਾ ਤਾਂ ਸੀਨੀਅਰ ਮੋਸਟ ਜੱਜ ਜਿਹੜਾ ਸੁਪਰੀਮ ਕੋਰਟ ਦਾ ਹੋਊਗਾ ਉਹ ਉਹਨੂੰ ਰਾਸ਼ਟਰਪਤੀ ਨੂੰ ਕੀ ਚੁਕਾਊਗਾ? ਸਹੁੰ ਚੁਕਾਊਗਾ। ਠੀਕ ਹੈ, ਸੈਲਰੀ ਬਹੁਤ ਜ਼ਿਆਦਾ, ਤਾਂ ਕਿੰਨੀ ਹੈ 5 ਲੱਖ ਰੁਪਈਆ। 5 ਲੱਖ ਬਹੁਤ ਹੁੰਦਾ ਜੀ, 5 ਲੱਖ ਮਹੀਨੇ ਦਾ। ਚਲੋ 5 ਲੱਖ ਤਾਂ ਹੈਗੀ ਆ। ਦੂਸਰੀ ਗੱਲ ਮੇਨ ਨੋਨ ਟੈਕਸੇਬਲ ਹੈ, ਜਾਣੀ ਕਿ ਟੈਕਸ ਨਹੀਂ ਕੱਟਿਆ ਜਾਂਦਾ ਕੋਈ ਵੀ, ਸਿੱਧੀ ਖਾਤੇ 'ਚ 5 ਦਾ 5 ਲੱਖ ਸਿੱਧਾ ਖਾਤੇ 'ਚ ਜਾਂਦਾ। ਠੀਕ ਹੈ, 1 ਤਰੀਕ ਨੂੰ ਸਿੱਧਾ ਕਹਿੰਦੇ ਖਾਤੇ 'ਚ ਵੱਜਦੀ ਤਨਖਾਹ, ਚਲੋ ਜੀ ਠੀਕ ਹੈ, ਕੋਈ ਟੈਕਸ ਨਹੀਂ ਕੱਟਿਆ ਜਾਂਦਾ। ਅੱਗੇ ਫਿਰ 5 ਸਾਲ ਵਾਸਤੇ ਬਣਦਾ ਲਗਾਤਾਰ, ਜਾਣੀ ਕਿ ਇੱਥੇ ਕੀ ਚੀਜ਼ ਇੰਪੋਰਟੈਂਟ ਹੈ, ਫਰੋਮ ਦਾ ਡੇਟ ਔਨ ਵਿਚ ਹੀ ਐਂਟਰ ਅਪੋਨ ਹਿਜ਼ ਆਫਿਸ, ਜਾਣੀ ਕਿ ਜਦੋਂ ਆਪਦੇ ਆਫਿਸ 'ਚ ਐਂਟਰ ਕੀਤਾ। ਮੰਨ ਲਓ ਆਪਾਂ ਦੇਖਿਆ ਸੀਗਾ 25/7, ਠੀਕ ਹੈ, ਮੰਨ ਲਓ ਚਲੋ ਵੀ ਕੋਈ ਵੀ ਆਪਾਂ ਸਾਲ ਲਿਖਦੇ 19 ਨੂੰ ਆਇਆ ਸੀ, ਤਾਂ 25/7 ਤੋਂ ਲੈ ਕੇ 25/7 ਜੋ ਤੱਕ ਇਹਦੇ ਅਗਲੇ 5 ਸਾਲ ਪੂਰੇ ਨਹੀਂ ਹੁੰਦੇ ਉਹਨਾਂ ਚਿਰ ਉਹਦੀ ਟਰਮ ਰਹੂਗੀ, ਜਾਣੀ ਕਿ ਜਿੱਦਣੇ ਜੁਆਇਨ ਕੀਤਾ ਆਫਿਸ ਦੇ ਵਿੱਚ ਉਦੋਂ ਤੋਂ ਇਹ ਜੁਆਇਨਿੰਗ ਹੁੰਦੀ। ਠੀਕ ਹੈ, ਇਹ ਇਹਦੀ ਟਰਮ ਹੈ ਆਫਿਸ 'ਚ। ਠੀਕ ਹੈ, ਇਹਦੀ ਟਰਮ ਦੇ ਵਿੱਚ ਤੁਸੀਂ ਇੱਕ ਚੀਜ਼ ਹੋਰ ਯਾਦ ਰੱਖਣੀ ਹੈ। ਕਿਹੜੀ ਗੱਲਾਂ ਯਾਦ ਰੱਖਣੀਆਂ ਮੈਂ ਇੱਥੇ ਲਿਖ ਦਿੰਦਾ ਵਿੱਚ ਹੀ। 5 ਸਾਲ ਤਾਂ ਆਪਾਂ ਦੇਖ ਲਏ ਵੀ 5 ਸਾਲ ਲੱਗਣੇ ਪੂਰੇ। ਰੱਬ ਨਾ ਕਰੇ ਬਾਈ ਚਾਂਸ ਉਹਦੀ ਹੋ ਜੇ ਡੈਥ, ਠੀਕ ਹੈ, ਡੈਥ, ਤਾਂ ਫਿਰ ਕੀ ਬਣਦਾ? ਐਕਟਿੰਗ ਪ੍ਰੈਜ਼ੀਡੈਂਟ ਬਣਾਇਆ ਜਾਂਦਾ। ਠੀਕ ਹੈ, ਐਕਟਿੰਗ ਪ੍ਰੈਜ਼ੀਡੈਂਟ ਬਣਾਇਆ ਜਾਂਦਾ। ਹੁਣ ਜੇ ਇਹਨੇ ਦੇਖੋ ਇਹ ਟਰਮ ਦੀ ਮੈਂ ਗੱਲ ਕਰ ਰਿਹਾ ਵੀ ਜੇ ਟਰਮ 5 ਸਾਲ ਦੀ ਤਾਂ ਹੈਗੀ ਹੈ, ਬਾਕੀ ਹੈ ਵੀ ਜਾਣੀ ਕਿ 5 ਸਾਲ ਬਾਅਦ ਤਾਂ ਆਟੋਮੈਟਿਕ ਉਹ ਰਿਮੂਵ ਹੋ ਹੀ ਜਾਊਗਾ। ਪਰ ਜੇ ਉਹ ਬਾਈ ਚਾਂਸ ਮਿਸ ਹੈਪਨਿੰਗ ਹੋ ਕੇ ਪਹਿਲਾਂ ਵੀ ਕੁਝ ਇਸ ਤਰ੍ਹਾਂ ਦਿੱਕਤ ਆਉਂਦੀ ਹੈ ਉਹਨੂੰ, ਤਾਂ ਰਾਸ਼ਟਰਪਤੀ ਦੀ ਪੋਜੀਸ਼ਨ ਪਹਿਲਾਂ ਛੱਡ ਵੀ ਸਕਦਾ। ਠੀਕ ਹੈ, ਦੇਖੋ ਦੂਜਾ ਕਾਰਨ ਕੀ ਹੈ, ਐਮਰਜੈਂਸੀ ਆਪਾਂ ਕਹਿ ਦਈਏ ਸਡਨ ਡੈਥ ਹੋ ਗਈ ਤਾਂ ਵੀ ਪੋਸਟ ਖਾਲੀ ਹੋ ਜੂ। ਤੀਜੇ ਨੰਬਰ 'ਤੇ ਕੀ ਹੈ, ਜੇ ਉਹ ਆਪ ਹੀ ਆਪਦਾ ਵਿਚਾਰਾ ਰੱਖਿਆ ਕਾਇਆ ਘਰ ਲੜ ਪਿਆ ਹੋਵੇ ਹੈ ਨਾ, ਉਹ ਰਿਜ਼ਾਈਨ ਦੇ ਦੇ। ਠੀਕ ਹੈ, ਤੀਸਰੀ ਟਰਮ ਕੀ ਜੋ ਰਿਜ਼ਾਈਨ ਦੇ ਦੇ। ਠੀਕ ਹੈ, ਚੌਥੀ ਫਿਰ ਕੀ ਹੈ ਇੰਪੀਚਮੈਂਟ। ਠੀਕ ਹੈ, ਇੰਪੀਚਮੈਂਟ ਬੜਾ ਵਰਡ ਹੈ, ਉਹ ਆਪਾਂ ਰਾਸ਼ਟਰਪਤੀ ਵਾਸਤੇ ਆਪਾਂ ਕੀ ਹੈ ਉਹ ਲਾਉਂਦੇ ਹਾਂ। ਇਹ ਇੰਪੀਚਮੈਂਟ ਕੀ ਹੁੰਦਾ? ਇੱਕ ਤਰ੍ਹਾਂ ਦਾ ਫੋਰਮਲ ਪ੍ਰੋਸੈਸ ਹੈ ਰਾਸ਼ਟਰਪਤੀ ਨੂੰ ਰਿਮੂਵ ਕਰਨ ਦਾ। ਠੀਕ ਹੈ, ਫੋਰਮਲ ਪ੍ਰੋਸੈਸ ਹੈ ਰਾਸ਼ਟਰਪਤੀ ਨੂੰ ਰਿਮੂਵ ਕਰਨ ਦਾ, ਜਾਣੀ ਕਿ ਜਿਹੜੀ ਟਰਮ ਹੈ ਉਹ ਪਹਿਲੀ ਗੱਲ ਤਾਂ ਉਹਨੇ ਪੂਰੀ ਕਰਨੀ 5 ਸਾਲ। ਠੀਕ ਹੈ, ਰੱਬ ਨਾ ਕਰੇ ਡੈਥ ਹੋ ਗਈ ਤਾਂ ਆਪਾਂ ਕੀ ਕਹਿ ਸਕਦੇ ਹਾਂ, ਭਾਈ ਚਲੋ ਛੁੱਟੀ ਹੋ ਜੂ ਉਹਦੀ। ਜੇ ਰਿਜ਼ਾਈਨ ਜੇ ਉਹ ਚਾਹੇ ਮੈਂ ਖੁਦ ਛੱਡਣਾ ਚਾਹੁੰਦਾ ਰਾਸ਼ਟਰਪਤੀ ਦਾ ਅਹੁਦਾ ਤਾਂ ਉਹ ਰਿਜ਼ਾਈਨ ਦੇ ਸਕਦਾ। ਕਿਹਨੂੰ ਦੇਊਗਾ ਜੀ? ਵਾਈਸ ਪ੍ਰੈਜ਼ੀਡੈਂਟ ਨੂੰ ਦੇਊਗਾ। ਠੀਕ ਹੈ, ਇਹਦਾ ਵੀ ਅੱਡ ਪ੍ਰੋਸੈਸ ਹੈ। ਜੇ ਉਹ ਰਿਜ਼ਾਈਨ ਵੀ ਨਾ ਦੇਣਾ ਚਾਹੁੰਦਾ ਹੋਵੇ, ਭਗੌੜਾ ਬਣ ਜੇ, ਜਾਣੀ ਕਿ ਉਹ ਕੋਈ ਘਬਲੇ 'ਚ ਫਸ ਜੇ, ਠੀਕ ਹੈ, ਤਾਂ ਫਿਰ ਕੀ ਹੁੰਦੀ ਹੈ ਉਹਦੀ ਇੰਪੀਚਮੈਂਟ ਸ਼ੁਰੂ ਹੁੰਦੀ ਹੈ। ਇੰਪੀਚਮੈਂਟ ਪ੍ਰੋਸੈਸ ਕੀ ਹੁੰਦਾ? ਫੋਰਮਲ ਪ੍ਰੋਸੈਸ ਹੁੰਦਾ। ਫੋਰਮਲ ਜਿਹੜਾ ਪ੍ਰੋਸੈਸ ਹੁੰਦਾ, ਇਹ ਜਿਹੜਾ ਪ੍ਰੋਸੈਸ ਹੈ ਇਹ ਪਾਰਲੀਮੈਂਟ ਥਰੂ ਹੁੰਦਾ, ਤਾਂ ਹੀ ਆਪਾਂ ਇੰਪੀਚਮੈਂਟ ਵਰਡ ਯੂਜ਼ ਕਰਦੇ। ਠੀਕ ਹੈ, ਜਾਣੀ ਕਿ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਅੱਡ ਮੈਜੋਰਟੀ ਬਣੂਗੀ ਤਾਂ ਜਾ ਕੇ ਕੀ ਹੈ ਇੰਪੀਚਮੈਂਟ ਹੋਊਗਾ। ਆਪਾਂ ਅੱਗੇ ਪੜ੍ਹਾਂਗੇ ਇੰਪੀਚਮੈਂਟ, ਕੋਈ ਗੱਲ ਨਹੀਂ, ਸਮਝ ਲੱਗ ਗਈ ਜੀ ਗੱਲ। ਅੱਗੇ ਇੱਥੇ ਗੱਲ ਯਾਦ ਰੱਖਣੀ ਹੈ ਬਸ ਲਾਸਟ ਇਹ ਵੀ ਜੇ ਰਾਸ਼ਟਰਪਤੀ ਇਹਨਾਂ 4 ਤਰੀਕਿਆਂ ਰਾਹੀਂ ਜੇ ਉਹਦੀ ਟਰਮ ਖਤਮ ਹੁੰਦੀ ਹੈ,
ਇਹਨਾਂ ਚਾਰਾਂ ਤਰੀਕਿਆਂ ਤੋਂ ਕੋਈ ਵੀ ਟਰਮ ਖਤਮ ਹੁੰਦੀ ਹੈ ਤਾਂ ਜਿਹੜਾ ਵੀ ਐਕਟਿੰਗ ਪ੍ਰੈਜ਼ੀਡੈਂਟ ਬਣੂਗਾ ਉਹਨੂੰ ਸਿਰਫ ਤੇ ਸਿਰਫ 6 ਮਹੀਨੇ ਤੱਕ ਹੀ ਬਣਾ ਸਕਦੇ ਹੋ। ਠੀਕ ਹੈ, ਸਿਰਫ ਤੇ ਸਿਰਫ ਉਹ ਐਕਟਿੰਗ ਜਿਹੜਾ ਪ੍ਰੈਜ਼ੀਡੈਂਟ ਬਣਿਆ ਰਹੂਗਾ ਉਹ ਮੈਕਸਿਮਮ ਕਿੰਨਾ ਬਣਾਊਗਾ 6 ਮਹੀਨੇ ਤੱਕ ਬਣਿਆ ਰਹੂਗਾ। ਠੀਕ ਹੈ, ਜਾਣੀ ਕਿ ਜਿਹੜਾ ਵੋਟਾਂ ਦਾ ਪ੍ਰੋਸੈਸ ਆ ਉਹ ਕੀ ਕਰਦੇ ਆ 6 ਮਹੀਨਿਆਂ ਦੇ ਅੰਦਰ ਅੰਦਰ ਪੂਰਾ ਕਰਦੇ ਆ ਤਾਂ ਕਿ ਪਰਮਾਨੈਂਟ ਪ੍ਰੈਜ਼ੀਡੈਂਟ ਕੀ ਹੈ ਬਣ ਜੇ। ਸਮਝ ਲੱਗ ਗੱਲ। ਤਾਂ ਵੈਸੇ ਜਦੋਂ ਵੀ ਕੋਈ ਜੁਆਇਨ ਕਰਦਾ ਰਾਸ਼ਟਰਪਤੀ ਤਾਂ ਉਹ ਆਪਦੇ 5 ਸਾਲ ਪੂਰੇ ਹੋਣ ਤੋਂ ਪਹਿਲਾਂ ਪਹਿਲਾਂ ਵੋਟਾਂ ਕਰਾ ਕੇ ਜਾਂਦਾ, ਵੈਸੇ ਤਾਂ ਹੀ ਹੁੰਦਾ। ਠੀਕ ਹੈ, ਜਦੋਂ ਵੀ ਉਹਦਾ ਟਰਮ ਖਤਮ ਹੋਣ ਵਾਲੀ ਹੁੰਦੀ ਹੈ ਤਾਂ ਮਹੀਨਾ 2 ਮਹੀਨਾ ਪਹਿਲਾਂ ਕੀ ਉਹ ਵੋਟਾਂ ਦਾ ਕੰਮ ਨਿਬੇੜ ਦਿੰਦੇ। ਠੀਕ ਹੈ, ਵੀ ਤਾਂ ਕਿ ਤੁਹਾਨੂੰ ਐਕਟਿੰਗ ਪ੍ਰੈਜ਼ੀਡੈਂਟ ਰੱਖਣ ਦੀ ਲੋੜ ਨਾ ਪਵੇ। ਸਮਝ ਲੱਗ ਗਈ ਨਾ ਗੱਲ। ਤਾਂ ਆਹ ਸਾਰੀ ਸੀਗੀ ਜੀ ਟਰਮ। ਹੁਣ ਅੱਗੇ ਨੈਕਸਟ ਆ ਗਈ ਜੀ ਇਹਦੀ ਇੰਪੀਚਮੈਂਟ। ਇੰਪੀਚਮੈਂਟ ਮੋਸਟ ਇੰਪੋਰਟੈਂਟ ਪਾਰਟ ਹੈ ਜੀ ਆਪਣੇ ਰਾਸ਼ਟਰਪਤੀ ਦਾ। ਠੀਕ ਹੈ, ਇੰਪੀਚਮੈਂਟ ਜਿਹੜੀ ਹੈ ਦੇਖੋ ਆਪਾਂ ਇੱਥੇ ਕਿਵੇਂ ਦੇਖਣਾ ਹੈ। ਦੇਖੋ ਇੰਪੀਚਮੈਂਟ ਪਹਿਲੀ ਗੱਲ ਤਾਂ ਇਹ ਵੀ ਕਿਹੜੇ ਸਦਨ ਤੋਂ ਸ਼ੁਰੂ ਹੁੰਦੀ ਹੈ, ਆਪਾਂ ਨੂੰ ਕੁਐਸਚਨ ਆਊਗਾ ਇੰਪੀਚਮੈਂਟ ਜਿਹੜੀ ਰਾਸ਼ਟਰਪਤੀ ਹੈ ਉਹ ਕਿਹੜੇ ਸਦਨ ਦੇ ਵਿੱਚ ਸ਼ੁਰੂ ਹੁੰਦੀ ਹੈ। ਆਪਣੇ ਕੋਲ 2 ਹੀ ਸਦਨ ਹੁੰਦੇ ਆ, ਇੱਕ ਹੁੰਦੀ ਹੈ ਲੋਕ ਸਭਾ ਹੁੰਦੀ ਹੈ, ਇੱਕ ਹੁੰਦੀ ਹੈ ਰਾਜ ਸਭਾ ਹੁੰਦੀ ਹੈ। ਠੀਕ ਹੈ, ਲੋਕ ਸਭਾ ਹੁੰਦੀ ਹੈ ਤੇ ਰਾਜ ਸਭਾ। ਇੱਥੇ ਮੈਂ ਲਿਖਿਆ ਦੇਖ ਸਟਾਰਟ ਇਨ ਆਈਦਰ ਹਾਊਸ, ਚਾਹੇ ਲੋਕ ਸਭਾ 'ਚ ਸ਼ੁਰੂ ਹੋ ਜੇ ਚਾਹੇ ਰਾਜ ਸਭਾ ਦੇ ਵਿੱਚ ਸ਼ੁਰੂ ਹੋ ਜੇ। ਤਾਂ ਇਸ ਦੇ ਵਿੱਚ ਕੀ ਹੈ 2 ਤਰ੍ਹਾਂ ਦੇ ਮੋਸ਼ਨ ਬਣਦੇ, ਜਾਣੀ ਕਿ 2 ਤਰ੍ਹਾਂ ਦੇ ਹਾਊਸ ਹੈ, 2 ਤਰ੍ਹਾਂ ਦੇ ਕੀ ਹੈ ਪ੍ਰੋਸੈਸ ਚੱਲਦੇ। ਕਿਹੜਾ ਇੱਕ ਤਾਂ ਪ੍ਰੋਸੈਸ ਹੁੰਦਾ ਚਾਰਜਿੰਗ ਪ੍ਰੋਸੈਸ, ਇੱਕ ਹੁੰਦਾ ਇਨਵੈਸਟੀਗੇਸ਼ਨ ਪ੍ਰੋਸੈਸ। ਮੰਨ ਲਓ ਲੋਕ ਸਭਾ ਦੇ ਵਿੱਚ ਇੰਪੀਚਮੈਂਟ ਸ਼ੁਰੂ ਹੋਈ ਹੈ। ਠੀਕ ਹੈ, ਤਾਂ ਉਸ ਲੋਕ ਸਭਾ ਦੇ ਵਿੱਚ ਆਪਾਂ ਨੂੰ ਕੀ ਕਹਾਂਗੇ ਚਾਰਜਿੰਗ ਮੋਸ਼ਨ ਐਡ ਹੋ ਗਿਆ ਰਾਸ਼ਟਰਪਤੀ ਵਾਸਤੇ। ਜੇ ਦੂਸਰੇ ਸਦਨ 'ਚ ਜਾਊਗਾ ਉਹ ਬਿੱਲ ਤਾਂ ਫਿਰ ਉੱਥੇ ਉਹ ਕੀ ਕਰਨਗੇ ਉਹਨੂੰ ਇਨਵੈਸਟੀਗੇਟ ਕਰਨਗੇ। ਠੀਕ ਹੈ, ਤਾਂ 2 ਚੀਜ਼ਾਂ ਹੁੰਦੀਆਂ, ਚਾਰਜਿੰਗ ਮੋਸ਼ਨ ਹੁੰਦਾ ਅਲੱਗ। ਠੀਕ ਹੈ, ਪਹਿਲੇ ਸਦਨ ਦੇ ਵਿੱਚ, ਦੂਸਰਾ ਹੁੰਦਾ ਇਨਵੈਸਟੀਗੇਟਡ ਹਾਊਸ। ਤੇ ਕਿਹੜੇ ਵੀ ਸਦਨ ਤੋਂ ਸ਼ੁਰੂ ਹੋ ਸਕਦੀ ਹੈ। ਤਾਂ ਮੈਂ ਡਾਇਗਰਾਮ ਇੱਥੇ ਲਾ ਰੱਖੀ, ਬਹੁਤ ਇੰਪੋਰਟੈਂਟ ਵਧੀਆ ਡਾਇਗਰਾਮ ਹੈ। ਮੰਨ ਲਓ ਲੋਕ ਸਭਾ ਦੇ ਵਿੱਚ ਇਨੀਸ਼ੀਏਟ ਹੋ ਗਿਆ ਬਿੱਲ, ਉਹਦਾ ਇੰਪੀਚਮੈਂਟ ਦਾ ਚਾਰਜ ਸ਼ੁਰੂ ਹੋ ਗਿਆ। ਠੀਕ ਹੈ, ਚਾਰਜ ਮੋਸ਼ਨ ਲੱਗ ਗਿਆ। ਤਾਂ ਇਹਦੇ ਵਿੱਚ ਕੀ ਹੋਊਗਾ ਜੇ 1/4 ਮੈਂਬਰ ਇਸ ਚਾਰਜਿੰਗ ਮੋਸ਼ਨ ਤੇ ਆਪਦੇ ਘੁੱਗੀ ਮਾਰਨਗੇ, ਯਾਨੀ ਕਿ ਸਾਈਨ ਕਰਨਗੇ। ਠੀਕ ਹੈ, ਤਾਂ ਇੰਪੀਚਮੈਂਟ ਪ੍ਰੋਸੈਸ ਸ਼ੁਰੂ ਹੋਊਗਾ। ਪਰ 14 ਦਿਨਾਂ ਦਾ ਐਡਵਾਂਸ ਨੋਟਿਸ ਦੇਣਾ ਪਊਗਾ। ਇਹ ਵੀ ਗੱਲ ਯਾਦ ਰੱਖਣੀ ਹੈ। ਕਿਉਂ ਦੇਣਾ ਪਊਗਾ? ਕਿਉਂਕਿ ਰਾਸ਼ਟਰਪਤੀ ਨੂੰ ਪਹਿਲਾਂ ਦੱਸਣਾ ਜ਼ਰੂਰੀ ਹੈ, ਕਿਉਂਕਿ ਵੱਡਾ ਬੰਦਾ ਉਹ ਪਹਿਲੀ ਪੋਜੀਸ਼ਨ ਹੈ ਉਹਦੀ, ਉਹਨੂੰ ਰਿਸਪੈਕਟ ਦੇਣ ਵਾਸਤੇ ਕਹਿਣਾ ਪਊਗਾ ਭਾਈ ਤੇਰੀ ਇੰਪੀਚਮੈਂਟ ਅਸੀਂ ਸ਼ੁਰੂ ਕਰਤੀ ਹੈ, ਜਿਹੜਾ ਤੂੰ ਸਾਜੋ ਸਮਾਨ ਨਾਲ ਲੈ ਕੇ ਆਇਆ ਸੀ ਉਹਨੂੰ ਹੁਣ ਤੂੰ ਕੀ ਕਰ ਲਾ ਪੈਕ ਕਰ ਲਾ, ਤੇ ਤੇਰੇ ਕੋਲ 14 ਦਿਨਾਂ ਦਾ ਸਮਾਂ ਹੈਗਾ। ਠੀਕ ਹੈ, ਸਮਝ ਲੱਗ ਗਈ ਗੱਲ। ਜਾਣੀ ਕਿ ਇਹ 14 ਦਿਨਾਂ ਦਾ ਨੋਟਿਸ ਦੇਣਾ ਪਊਗਾ ਤਾਂ ਜਾ ਕੇ ਜਿਹੜਾ ਇਹ ਪ੍ਰੋਸੈਸ ਸ਼ੁਰੂ ਹੋ ਸਕਦਾ। ਠੀਕ ਹੈ, ਅੱਗੇ ਹੁਣ ਲੋਕ ਸਭਾ ਦੇ ਆਪਾਂ ਗੱਲ ਕਰ ਲਈ। ਇੱਕ ਉਹਦਾ ਚੌਥੇ ਜਿਹੜੇ ਮੈਂਬਰ ਹੈ, ਮੰਨ ਲਓ 1/4 ਮੈਂਬਰ ਹੈ, ਉਹ ਜੇ ਸਾਈਨ ਕਰਨਗੇ, ਮੰਨ ਲਓ 100 ਬੰਦੇ 100 ਵਿੱਚੋਂ 25 ਬੰਦੇ ਜੇ ਹਾਮੀ ਭਰਨਗੇ, ਸਾਈਨ ਕਰਨਗੇ, ਹਾਂ ਫਿਰ ਇਹਦਾ ਮਤਾ ਜਿਹੜਾ ਉਹ ਚੱਲੂਗਾ ਅੱਗੇ ਪ੍ਰੋਸੈਸ। ਹੁਣ ਲੋਕ ਸਭਾ ਠੀਕ ਹੈ ਇੰਪੀਚਮੈਂਟ ਜਿਹੜਾ ਚਾਰਜ ਹੈ ਉਹਨੂੰ ਪਾਸ ਕਦੋਂ ਕਰਨਗੇ? ਜਦੋਂ 2/3 ਮੈਜੋਰਟੀ ਹੋਊਗੀ। 2/3 ਮੈਜੋਰਟੀ, ਜਾਣੀ ਕਿ ਜੇ 2/3 ਮੈਜੋਰਟੀ ਲੋਕ ਸਭਾ 'ਚ ਉਹਨੂੰ ਮਿਲ ਗਈ ਉਸ ਬਿੱਲ ਦੇ ਰਿਗਾਰਡਿੰਗ, ਤਾਂ ਫਿਰ ਤੀਜੇ ਨੰਬਰ 'ਤੇ ਕਿਹਨੂੰ ਭੇਜਦੇ ਆ ਇਹ ਦੂਸਰੇ ਸਦਨ 'ਚ ਭੇਜਦੇ ਆ, ਜਾਣੀ ਕਿ ਰਾਜ ਸਭਾ ਦੇ ਵਿੱਚ ਭੇਜਦੇ ਆ। ਤਾਂ ਰਾਜ ਸਭਾ ਵਾਲੇ ਇਹਨੂੰ ਕੀ ਕਰਦੇ ਆ ਫਿਰ ਇਨਵੈਸਟੀਗੇਟ ਕਰਦੇ ਆ। ਇਨਵੈਸਟੀਗੇਟ ਚਾਰਜ ਲੱਗਦਾ। ਤਾਂ ਇਨਵੈਸਟੀਗੇਟ ਚਾਰਜ ਦੇ ਵਿੱਚ ਵੀ ਕਿੰਨੀ ਮੈਜੋਰਟੀ ਚਾਹੀਦੀ ਹੈ? 2/3 ਮੈਜੋਰਟੀ ਚਾਹੀਦੀ ਹੈ। ਠੀਕ ਹੈ, ਮੈਂ ਇੱਥੇ ਲਿਖ ਰੱਖਿਆ ਮੈਜੋਰਟੀ ਆਫ 2/3 ਆਫ ਦੀ ਟੋਟਲ ਮੈਂਬਰਸ਼ਿਪ ਆਫ ਦੀ ਹਾਊਸ। ਤਾਂ ਹੁਣ ਇੱਥੇ ਦੇਖੋ ਗੱਲ ਧਿਆਨ ਰੱਖਣੀ ਹੈ, ਰਾਈਟ ਦੂਸਰੇ ਸਦਨ ਦੇ ਵਿੱਚ ਉਹਨੂੰ ਉੱਥੇ ਪਹੁੰਚਣ ਦਾ ਵੀ ਅਧਿਕਾਰ ਹੁੰਦਾ ਹੈ। ਠੀਕ ਹੈ, ਜਿਹੜੀਆਂ ਉਹਦੇ 'ਤੇ ਇਲਜ਼ਾਮ ਲੱਗ ਰਿਹਾ ਉਹਨੂੰ ਚੰਗੀ ਤਰ੍ਹਾਂ ਉਹ ਆਪਦੇ ਇਲਜ਼ਾਮ ਸੁਣ ਸਕਦਾ, ਜਾ ਕੇ ਉੱਥੇ ਦੇਖ ਸਕਦਾ, ਆਪਦੀ ਬੇਇੱਜ਼ਤੀ ਚੰਗੀ ਤਰ੍ਹਾਂ ਕਰਵਾ ਸਕਦਾ। ਉੱਥੇ ਦੇਖੋ ਇੱਥੇ ਲਿਖਿਆ ਹੋਇਆ ਰਾਈਟ ਟੂ ਅਪੀਅਰ। ਠੀਕ ਹੈ, ਪਤਾ ਲੱਗ ਗਿਆ। ਪਹਿਲੇ ਸਦਨ ਦੇ ਵਿੱਚ ਪਹਿਲਾਂ ਚਾਹੀਦੀ 1/4 ਮੈਜੋਰਟੀ ਸਾਈਨ ਚਾਹੀਦੇ ਆ, ਫਿਰ 2/3 ਮੈਜੋਰਟੀ ਚਾਹੀਦੀ ਹੈ। ਜਦ 2/3 ਮੈਜੋਰਟੀ ਵਾਲੇ ਸਾਈਨ ਕਰਕੇ ਦੂਜੇ ਸਦਨ 'ਚ ਭੇਜਦੇ ਆ ਤਾਂ ਰਾਜ ਸਭਾ ਦੇ ਵਿੱਚ ਵੀ 2/3 ਮੈਜੋਰਟੀ ਚਾਹੀਦੀ ਹੈ ਉਸ ਬਿੱਲ ਨੂੰ ਪਾਸ ਕਰਨ ਵਾਸਤੇ। ਤੇ ਜੇ ਉੱਥੇ ਸਾਈਨ ਕਰਤੇ ਫਿਰ ਤਾਂ ਟਾਟਾ ਬਾਏ ਬਾਏ ਹੋ ਜੂਗੀ ਆਪਣੇ ਰਾਸ਼ਟਰਪਤੀ ਦੀ। ਸਮਝ ਲੱਗ ਗਈ ਗੱਲ। ਇਹ ਸੀਗਾ ਇੰਪੀਚਮੈਂਟ ਪ੍ਰੋਸੈਸ। ਇਹ ਤਰ੍ਹਾਂ ਇੰਪੀਚਮੈਂਟ ਪ੍ਰੋਸੈਸ ਹੈ। ਨੈਕਸਟ ਫਿਰ ਅੱਗੇ ਆਉਂਦਾ ਜੀ ਆਪਣਾ ਇਹਦੀਆਂ ਪਾਵਰਸ ਕਿੰਨੀਆਂ। ਦੇਖੋ ਪਾਵਰਸ ਵਾਸਤੇ ਆਪਾਂ ਵੀਡੀਓ ਅਲੱਗ ਬਣਾਵਾਂਗੇ, ਬਹੁਤ ਲੰਮਾ ਲੈਕਚਰ ਹੋ ਰਿਹਾ ਜੀ ਇਹ। ਤਾਂ ਪਾਵਰਸ ਨੂੰ ਮੈਂ ਅਲੱਗ ਤੋਂ ਐਕਸਪਲੇਨ ਕਰੂੰਗਾ ਸਾਰਾ ਡੀਪਲੀ। ਇਹ ਜਿੰਨੀਆਂ ਪਾਵਰਾਂ ਹੈ ਇਹ ਸਾਰੇ ਤੁਸੀਂ ਨੋਟ ਕਰ ਲਓ, ਇਹ ਸਾਰੀਆਂ ਆਪਾਂ ਡਿਸਕਸ ਕਰਾਂਗੇ ਅਗਲੇ ਲੈਕਚਰ ਦੇ ਵਿੱਚ। ਸੋ ਅਗਰ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ
ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ ਅਤੇ ਸਬਸਕ੍ਰਾਈਬ ਕਰੋ। ਸੋ ਜੋ ਵੀ ਇਸ ਵੀਡੀਓ ਦੀ PDF ਫਾਈਲ ਹੈ ਉਹ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜੂਗੀ। ਤੁਸੀਂ ਉੱਥੇ ਜਾ ਕੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰਕੇ ਉੱਥੇ ਵੀਡੀਓ PDF ਫਾਈਲ ਤੁਸੀਂ ਲੈ ਸਕਦੇ ਹੋ।